ਜਿਹੜਾ ਆਪਣਾ ਅੱਜ ਦਾ ਏਜੰਡਾ ਸੀ ਵੀ ਜਿੰਨੇ ਸਾਡੇ ਰਿਟਾਇਰਡ ਆਫੀਸਰ ਨੇ ਜਿਹੜੇ ਹੁਣ ਮਤਲਬ ਰੀਸੈਂਟਲੀ ਹੋਏ ਆ 30th ਨੂੰ, ਔਰ ਇਹ ਬਹੁਤ ਇੱਕ ਵੱਡਾ ਚੰਕ ਹੋਇਆ ਜਿਹਦੇ ਵਿੱਚ 8 ਤਹਿਸੀਲਦਾਰ 8 ਤਹਿਸੀਲਦਾਰ ਤੇ 7 ਨਾਇਬ ਤਹਿਸੀਲਦਾਰ ਰਿਟਾਇਰਡ ਹੋਏ ਨੇ, ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਕੰਵਰ ਜੀ ਜਿਹੜੇ ਪਹਿਲਾਂ ਪ੍ਰਧਾਨ ਰਹੇ ਨੇ, ਗੁਰਜੀਤ ਜੀ, ਡੀਪੀ ਪਾਂਡੇ ਜੀ, ਆਰ.ਕੇ. ਜੈਨ ਜੀ, ਗੁਰਮੇਲ ਸਿੰਘ, ਹੋਰ ਕਿਹੜੇ ਕਿਹੜੇ ਸੀ ਵੀ, ਮੈਡਮ ਸੀਮਾ ਸਿੰਘ ਜੀ, ਹਾਂ ਮੈਡਮ ਸੀਮਾ ਜੀ, ਸੁਸ਼ੀਲ ਕੁਮਾਰ ਜੀ, ਹਾਂਜੀ ਇਸੇ ਤਰ੍ਹਾਂ ਆਹੀ ਸੀਗੇ ਜੀ। ਹਾਂ ਇਸੇ ਤਰ੍ਹਾਂ ਹੀ ਸਾਡੇ ਨਾਇਬ ਤਹਿਸੀਲਦਾਰ ਰਿਟਾਇਰਡ ਹੋਏ ਨੇ 7, ਜਿਨ੍ਹਾਂ ਚ ਨਿਰਮਲ ਸਿੰਘ ਸੀ, ਜਸਵੀਰ ਜੀ ਸੀ, ਬਲਜਿੰਦਰ ਸਿੰਘ ਸੀ, ਰਜਿੰਦਰਪਾਲ ਸਿੰਘ ਸੀ, ਸੁਰਿੰਦਰ ਜੀ ਸੀ, ਸੁਰਿੰਦਰ ਸਿੰਗਲਾ ਸੀ, ਤੇ ਇੱਕ ਜਿਹੜੇ ਪਹਿਲੇ ਤਹਿਸੀਲਦਾਰ ਮੈਨੂੰ ਨਾਮ ਭੁੱਲ ਗਿਆ ਸੀ, ਸੁਰਿੰਦਰ ਸਿੰਘ ਸੀ, ਜਿਹੜੇ ਰੋਪੜ ਤੋਂ ਨੰਗਲ ਤੋਂ ਰਿਟਾਇਰ ਹੋਏ। ਤੇ ਸਾਡੇ 15 ਆਫੀਸਰ ਰਿਟਾਇਰ ਹੋਏ ਨੇ, ਜਿਨ੍ਹਾਂ ਦੇ ਵਿੱਚੋਂ ਸਾਰਿਆਂ ਦੀ ਸਰਵਿਸ ਮਤਲਬ ਕੁਛ ਵਿੱਚ ਜਿਹੜੇ ਪ੍ਰਮੋਟਡ ਸੀ ਫਰੋਮ ਰੈਵਨਿਊ ਡਿਪਾਰਟਮੈਂਟ, ਜਿਵੇਂ ਕੰਵਰ ਜੀ ਮੈਨੂੰ ਬਹੁਤਿਆਂ ਬਾਰੇ ਤਾਂ ਪਤਾ ਨਹੀਂ, ਪਰਮਜੀਤ ਜਿੰਦਲ ਜੀ ਜਿਹੜੇ ਸਾਡੇ ਪਹਿਲੋਂ ਸੈਕਟਰੀ ਰਹੇ ਨੇ, ਇਹ ਵੀ ਰਿਟਾਇਰਡ ਹੋਏ ਨੇ 30 ਨੂੰ, ਇਹ ਵੀ ਰੈਵਨਿਊ ਡਿਪਾਰਟਮੈਂਟ ਤੋਂ ਆਏ ਸੀ। ਡੀਪੀ ਪਾਂਡੇ, ਗੁਰਜੀਤ ਜੀ ਇਹ ਇਧਰੋਂ ਬਾਏ ਟ੍ਰਾਂਸਫਰ ਆਏ ਸੀ। ਸਾਰਿਆਂ ਨੇ ਲੰਬੀ ਸਰਵਿਸ ਕੀਤੀ ਹੈ, ਜਿਹੜੇ ਮਹਿਕਮੇ ਨੂੰ ਸੇਵਾ, ਕਿਸੇ ਨੇ 10 ਸਾਲ, ਕਿਸੇ ਨੇ 12 ਸਾਲ, ਔਰ ਕਿਸੇ ਨੇ ਪੂਰੀ ਜ਼ਿੰਦਗੀ ਹੀ ਆਪਣੀ ਜਿੰਨੀ ਉਹਦੀ ਲਾਈਫ ਸੀ ਸਰਵਿੰਗ ਸਾਰੀ ਇਸੇ ਮਹਿਕਮੇ ਨੂੰ ਦਿੱਤੀ। ਅਸੀਂ ਐਜ਼ ਏ ਐਸੋਸੀਏਸ਼ਨ, ਮੈਂ ਬੀਇੰਗ ਏ ਪ੍ਰਧਾਨ, ਮੈਂ ਸਾਰਿਆਂ ਦਾ ਵਧਾਈ ਦਿੰਦਾ ਇਸ ਚੀਜ਼ ਨੂੰ। ਇੱਕ ਰਿਟਾਇਰਮੈਂਟ ਦਾ ਜਿਹੜਾ ਪਾਰਟ ਹੈ, ਇਹ ਜ਼ਿੰਦਗੀ ਦਾ ਤੀਸਰਾ ਫੇਜ਼ ਹੈ। ਸਭ ਤੋਂ ਪਹਿਲਾਂ ਆਪਣਾ ਫੇਜ਼ ਹੈ ਬਚਪਨ, ਪੜ੍ਹਨਾ ਲਿਖਣਾ। ਅਲਟੀਮੇਟਲੀ ਤੁਹਾਡੀ ਜਵਾਨੀ ਜਦੋਂ ਤੁਸੀਂ 21 ਸਾਲ ਦੇ ਹੋ ਜਾਂਦੇ, ਉਸ ਤੋਂ ਬਾਅਦ ਜਦੋਂ ਵੀ ਕੋਈ ਨੌਕਰੀ 'ਚ ਆਉਂਦਾ, ਉੱਥੇ ਪਹਿਲਾ ਫੇਜ਼ ਹੈ ਸਰਵਿਸ ਦਾ ਖਤਮ ਹੁੰਦਾ। ਸੈਕਿੰਡ ਫੇਜ਼ ਹੈ ਤੁਹਾਡੀ ਸਰਵਿਸ ਦਾ ਫੇਜ਼, ਕਿਸੇ ਦੀ 20 ਸਾਲ, ਕਿਸੇ ਦੀ 25 ਸਾਲ, ਕਿਸੇ ਦੀ 30 ਸਾਲ। ਥਰਡ ਫੇਜ਼ ਤੁਹਾਡਾ ਹੁਣ ਸਟਾਰਟ ਹੋਇਆ। ਪਹਿਲੇ ਫੇਜ਼ ਦੋਵੇਂ ਜਿਹੜੇ ਨੇ ਉਹ ਤੁਹਾਨੂੰ ਔਰ ਸਾਨੂੰ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਆਪਾਂ ਬਾਖੂਬੀ ਵਾਕਫ ਹੁੰਦੇ ਆ ਉਹਨਾਂ ਤੋਂ, ਕੀ ਆਪਾਂ ਉਹਦੇ 'ਚ ਪ੍ਰਾਪਤ ਕੀਤਾ, ਕੀ ਆਪਾਂ ਉਹਦੇ 'ਚ ਆਪਣੀਆਂ ਚੰਗਿਆਈਆਂ ਰਹੀਆਂ, ਕੀ ਖਾਮੀਆਂ ਰਹੀਆਂ। ਪਰ ਆਉਣ ਵਾਲਾ ਜਿਹੜਾ ਫੇਜ਼ ਹੈ ਇਹ ਬਹੁਤ ਕਰੂਸ਼ਲ ਹੈ, ਕਿਉਂਕਿ ਤੁਸੀਂ ਟੋਟਲੀ ਜਿਹੜੇ ਆਪਣੇ ਰੁਝੇਵੇਂ ਆ ਉਹਨਾਂ ਨੂੰ ਛੱਡ ਕੇ ਆਪਣੀ ਨਵੀਂ ਇੱਕ ਜ਼ਿੰਦਗੀ ਦਾ ਜਿਹੜਾ ਇੱਕ ਚੈਪਟਰ ਹੈ ਉਹ ਸ਼ੁਰੂ ਕਰਨਾ। ਮੈਂ ਬੀਇੰਗ ਏ ਪ੍ਰਧਾਨ ਸਾਰਿਆਂ ਨੂੰ ਵਧਾਈ ਦਿੰਦਾ, ਔਰ ਇਹ ਦੁਆ ਕਰਦਾ ਕਿ ਪ੍ਰਮਾਤਮਾ ਜਿਹੜਾ ਤੁਹਾਨੂੰ ਤੁਹਾਡਾ ਥਰਡ ਫੇਜ਼ ਹੈ, ਇਹਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਪ੍ਰਾਰਥਨਾ ਔਰ ਸਭ ਤੋਂ ਇੰਪੋਰਟੈਂਟ ਹੈ, ਉਹ ਤੁਹਾਡੀ ਸਿਹਤ ਦੀ ਕਾਮਯਾਬੀ ਰਵੇ। ਪ੍ਰਮਾਤਮਾ ਤੁਹਾਨੂੰ ਲੰਬੀ ਉਮਰ ਦੇਵੇ, ਤੇ ਹੁਣ ਤੱਕ ਜਿੰਨਾ ਆਪਾਂ ਆਪਣੀ ਫੈਮਿਲੀ ਨੂੰ ਘੱਟ ਟਾਈਮ ਦਿੱਤਾ, ਓਨਾ ਹੀ ਵੱਧ ਟਾਈਮ ਦਿਓ। ਤੇ ਫੈਮਿਲੀ ਨੂੰ ਮੇਰੀ ਇਹ ਰਿਕੁਐਸਟ ਹੈ, ਤੁਹਾਡੀ ਸਾਰੀ ਫੈਮਿਲੀਜ਼ ਜਿੰਨੀਆਂ ਨੇ, ਵੀ ਉਹ ਜਿੰਨਾ ਵੀ ਤੁਸੀਂ ਉਹਨਾਂ ਨੂੰ ਆਪਣੀ 60 ਸਾਲ ਦੀ ਏਜ ਵਿੱਚ ਜੋ ਉਹਨਾਂ ਨੂੰ ਤੁਸੀਂ ਦਿੱਤਾ, ਉਹ ਕੋਸ਼ਿਸ਼ ਕਰਨ ਕਿ ਉਹ ਤੁਹਾਨੂੰ ਇਹ 5, 7, 10, 15, 20 ਸਾਲ ਜੋ ਵੀ ਤੁਹਾਡੀ ਜ਼ਿੰਦਗੀ ਦੇ ਬਚੇ ਨੇ ਉਹਦੇ ਵਿੱਚ ਵਾਪਸ ਕਰਨ ਦੀ ਕੋਸ਼ਿਸ਼ ਕਰਨ। ਇੱਥੇ ਮੈਂ ਜਿੰਨੇ ਰਿਟਾਇਰਡ ਹੋਏ ਨੇ ਮੈਂ ਦੇਖ ਰਿਹਾ ਸੀ, ਮੈਨੂੰ 2 ਜਾਂ 3 ਨਾਲ ਹੀ ਕੰਮ ਕਰਨ ਦਾ ਮੌਕਾ ਮਿਲਿਆ, ਅਦਰਵਾਈਜ਼ ਰੂਬਰੂ ਮੈਂ ਆਲਮੋਸਟ ਸਾਰਿਆਂ ਨਾਲ ਹੀ ਹੋਇਆ। ਜਿਵੇਂ ਕੰਵਰ ਜੀ ਨਾਲ ਮੈਨੂੰ ਕੰਮ ਕਰਨ ਦਾ ਮੌਕਾ ਮਿਲਿਆ, ਪਰਮਜੀਤ ਜਿੰਦਲ ਮੇਰੇ ਨਾਇਬ ਤਹਿਸੀਲਦਾਰ ਰਹੇ ਕੁਛ ਚਿਰ, ਜਸਵੀਰ ਕੁਮਾਰ ਜਿਹੜੇ ਅੰਡਰ ਟ੍ਰੇਨੀ ਰਿਟਾਇਰ ਮਤਲਬ ਆਏ ਸੀ ਮੇਰੇ ਕੋਲ, ਉਸ ਵੇਲੇ ਅੰਡਰ ਟ੍ਰੇਨੀ ਸੀ ਹੁਸ਼ਿਆਰਪੁਰ। ਮੈਡਮ ਸੀਮਾ ਸਿੰਘ, ਮੈਂ ਇਹਨਾਂ ਨੂੰ ਕੱਲ ਵਧਾਈ ਦਿੱਤੀ ਸੀ, ਤੇ ਮੈਂ ਇਹਨਾਂ ਨੂੰ ਹੁਣ ਵੀ ਹਾਜ਼ਰ ਨੇ ਵਿੱਚ ਆਪਣੇ ਗਰੁੱਪ ਦੇ, ਤੇ ਮੈਂ ਇਹਨਾਂ ਨੂੰ ਉਸ ਦਿਨ ਵੀ ਕਿਹਾ ਸੀ ਵੀ ਇਹ ਮੈਡਮ ਸੀਮਾ ਸਿੰਘ ਦੀ ਜਿਹੜੀ ਸਰਵਿਸ ਹੈ ਨਾ, ਇਹ ਆਪਣੇ ਰੈਵਨਿਊ ਡਿਪਾਰਟਮੈਂਟ ਦੇ ਵਿੱਚ ਰਾਣੀ ਝਾਂਸੀ ਤਰ੍ਹਾਂ ਸੀ। ਮਤਲਬ ਸ਼ੀ ਵਾਜ਼ ਏ ਬੋਲਡ ਲੇਡੀ, ਕਿਸੇ ਤਰ੍ਹਾਂ ਦਾ ਉਹਨਾਂ ਨੇ ਕਦੀ ਵੀ ਕੰਪਰੋਮਾਈਜ਼ ਨਹੀਂ ਕੀਤਾ। ਸ਼ੀ ਇਜ਼ ਮਤਲਬ ਕਹਿ ਲਓ ਪਰਸਨ ਆਫ ਹਿਸ ਪ੍ਰਿੰਸੀਪਲਸ, ਹਰ ਪ੍ਰਿੰਸੀਪਲਸ। ਇਸੇ ਤਰ੍ਹਾਂ ਹੀ
ਜੈਨ ਸਾਹਿਬ ਨੇ ਬਹੁਤ ਲੰਬੀ ਸਰਵਿਸ ਕੀਤੀ ਹੈ। ਮੈਨੂੰ ਜੈਨ ਸਾਹਿਬ ਸ਼ਾਇਦ ਲਾਈਨ ਤੇ ਨਹੀਂ ਹੈ, ਪਰ ਮੈਨੂੰ ਇੱਕ ਵਾਰ ਯਾਦ ਹੈ ਵੀ ਇੱਥੇ ਇਹਨਾਂ ਦੇ ਵੱਡੇ ਬ੍ਰਦਰ ਮੇਰੇ ਐਸਡੀਐਮ ਸੀ, ਤੇ ਜਦੋਂ ਉਦੋਂ ਪ੍ਰਦੀਪ ਜੀ ਨਵੀਂ ਲੈਟਰ ਆਈ ਸੀ ਵੀ ਨਾਮ ਚੇਂਜ ਕਰਨ ਵਾਲੀ, ਵੀ ਨਾਮ ਚੇਂਜ ਕਰ ਦਿੱਤਾ ਜਾਵੇ, ਤੇ ਮੈਂ 2-3 ਆਰਡਰ ਕਰ ਦਿੱਤੇ। ਅਲਟੀਮੇਟ ਮੇਰੇ ਜੈਨ ਸਾਹਿਬ ਜਿਹੜੇ ਐਸਡੀਐਮ ਸਾਹਿਬ ਸੀ, ਉਹਨਾਂ ਨੇ ਆਬਜੈਕਟ ਕੀਤਾ ਵੀ ਨਹੀਂ ਹੋ ਸਕਦੇ, ਵੀ ਤੁਸੀਂ ਗਲਤ ਕਰ ਰਹੇ ਹੋ, ਇਹ ਸਟੈਂਪ ਡਿਊਟੀ ਦੀ ਚੋਰੀ ਹੋ ਰਹੀ। The first time I discussed the issue with Jain sir, and I found he is a man of depth knowledge. ਇਸੇ ਤਰ੍ਹਾਂ ਹੈ ਤਾਂ ਮਜ਼ਾਕ ਵਾਲੀ ਗੱਲ ਹੈ, ਬਟ ਗੁਰਜੀਤ ਸਿੰਘ ਜੀ ਆਪਣੇ ਹੁਣ ਵੀ ਉਹ ਵੀ ਵਿੱਚ ਗਰੁੱਪ ਦੇ ਇਸ ਵੇਲੇ ਹਾਜ਼ਰ ਨੇ। ਇਹ ਇਧਰੋਂ ਬਾਈ ਟ੍ਰਾਂਸਫਰ ਆਏ ਸੀ, ਕਾਫੀ ਲੰਬੀ ਸਰਵਿਸ ਇਹਨਾਂ ਨੇ ਕੀਤੀ, ਐਂਡ ਜਿਸ ਦਿਨ ਇਹ ਐਕਸਟੈਂਸ਼ਨ ਵਾਲੀ ਪਾਲਿਸੀ ਖਤਮ ਹੋਈ ਤੇ ਇਮੀਡੀਏਟ ਸਾਰੇ ਹੀ ਇਹਨਾਂ ਆਪਣੇ ਡਿਪਾਰਟਮੈਂਟਸ ਨੇ ਇਹ ਹੋ ਗਿਆ ਵੀ ਸਾਰੇ ਹੀ ਮਤਲਬ ਭਾਵੇਂ ਫਸਟ ਈਅਰ ਹੈ ਭਾਵੇਂ ਸੈਕੰਡ ਈਅਰ ਐਕਸਟੈਂਸ਼ਨ ਦਾ ਵੀ ਆਲ ਹੈਜ਼ ਟੂ ਗੋ ਔਨ 30th ਮਾਰਚ। ਤੇ ਇਹਨਾਂ ਨੇ 30th ਨੂੰ ਹੀ ਇਹਨਾਂ ਦੀ ਸ਼ਾਇਦ ਰਿਟਾਇਰਮੈਂਟ ਸੀ, ਸਮਥਿੰਗ ਲਾਈਕ ਦੈਟ। ਇਹ ਉੱਥੇ ਐਕਸਟੈਂਸ਼ਨ ਅਪਲਾਈ ਕਰਨ ਗਏ ਹੋਏ ਸੀ ਬ੍ਰਾਂਚ ਵਿੱਚ, ਉੱਥੇ ਉਹ ਆਰਡਰ ਆ ਗਿਆ। ਅਲਟੀਮੇਟਲੀ ਮੈਂ ਇਹਨਾਂ ਨੂੰ ਵਧਾਈ ਦਿੱਤੀ ਤੇ ਇਹਨਾਂ ਦਾ ਬੜਾ ਮਜ਼ਾਕ ਜਿਹਾ ਸੀ ਵੀ ਮੈਂ ਤਾਂ ਸੋਚ ਕੇ ਕੁਝ ਹੋਰ ਗਿਆ ਸੀ, ਪਰ ਹੁਣ ਵਧਾਈਆਂ ਲੈਣੀਆਂ ਪੈ ਰਹੀਆਂ। ਚਲੋ ਇਹਨਾਂ ਨੂੰ ਫਿਰ ਅੱਗੇ ਟਾਈਮ ਮਿਲਿਆ ਤੇ ਇਹਨਾਂ ਨੇ ਆਪਣੀ ਸਰਵਿਸ ਕੀਤੀ। ਤੇ ਜਿੰਦਲ ਸਾਹਿਬ ਦਾ ਤਾਂ ਉਹਨਾਂ ਨੇ ਆਪਣੇ 2 ਸਾਲ ਆਪਣੀ ਪੰਜਾਬ ਰੈਵਨਿਊ ਆਫਿਸਰ ਐਸੋਸੀਏਸ਼ਨ ਦੇ ਸੈਕਟਰੀ ਰਹੇ ਨੇ। ਕੰਵਰ ਜੀ ਅਰਾਊਂਡ 4 ਸਾਲ ਆਪਣੇ ਪ੍ਰਧਾਨ ਰਹੇ ਨੇ। ਇਹਨਾਂ ਦੀ ਜਿਹੜੀ ਕੰਟਰੀਬਿਊਸ਼ਨ ਹੈ, ਇਹਨਾਂ ਦੀ ਕੰਟਰੀਬਿਊਸ਼ਨ ਦੀ ਬਦੌਲਤ ਹੀ ਜੇ ਅੱਜ ਆਪਾਂ ਕਿਤੇ ਅਸਰਟ ਕਰਦੇ ਆ, ਆਪਾਂ ਕਿਤੇ ਆਪਣੇ ਆਪ ਨੂੰ ਖੜੇ ਹੋਣ ਜੋਗੇ ਮਹਿਸੂਸ ਕਰਦੇ ਆ, ਤਾਂ ਸਾਰਾ ਕੁਝ ਇਹ ਜਿਹੜੇ ਸਾਡੇ ਪ੍ਰੈਡੀਸੈਸਰ ਨੇ ਜਾਂ ਜਿਹੜੇ ਸਾਡੇ ਪਹਿਲੇ ਅਹੁਦੇਦਾਰ ਨੇ ਤੇ ਜਿਹੜੇ ਸਾਡੇ ਰਿਟਾਇਰਡ ਹੋਏ ਮੈਂਬਰਸ ਨੇ, ਇਹਨਾਂ ਦਾ ਜਿਹੜੀ ਟੋਟਲੀ ਆਲ ਆਊਟ ਸਪੋਰਟ ਸੀ, ਇਹ ਸਾਰਿਆਂ ਦੀ ਬਦੌਲਤ ਹੋਇਆ। ਮੈਂ ਫਿਰ ਆਪਣੇ ਵੱਲੋਂ ਜਿੰਨੇ ਰਿਟਾਇਰਡ ਅਫਸਰ ਹੋਏ ਨੇ, ਮੈਂ ਸਾਰਿਆਂ ਨੂੰ ਵਧਾਈ ਦਿੰਦਾ ਤੇ ਇਹਨਾਂ ਦੀ ਸਿਹਤ ਤੇ ਆਬੀ ਲਈ ਕਾਮਨਾ ਕਰਦਾ ਤੇ ਪਰਿਵਾਰਾਂ ਦੇ ਵਿੱਚ ਸਾਰਿਆਂ ਦੀ ਸੁੱਖ ਸ਼ਾਂਤੀ ਲਈ ਪ੍ਰਾਰਥਨਾ ਕਰਦਾ। ਧੰਨਵਾਦ ਜੀ। ਵਿਨੈ ਜੀ, ਜਿੰਨੇ ਵੀ ਬੋਲਣਾ ਪੁੱਛ ਲਿਓ ਸਾਰਿਆਂ ਨੂੰ ਜੀ। ਥੈਂਕ ਯੂ ਸਰ। ਸਰ ਨੇ ਜਿਸ ਤਰ੍ਹਾਂ ਸਾਰੇ ਐਸੋਸੀਏਸ਼ਨ ਵੱਲੋਂ ਹੀ ਸਾਰੇ ਜਿਹੜੇ ਰਿਟਾਇਰਡ ਆਫਿਸਰਸ ਹੋਏ ਨੇ ਉਹਨਾਂ ਨੂੰ ਵਧਾਈਆਂ ਦਿੱਤੀਆਂ, ਤਾਂ ਜਿਹੜੇ ਕੋਈ ਹੋਰ ਵੀ ਆਪਣੇ ਪਾਰਟਿਸਿਪੈਂਟਸ ਨੇ ਜਿਹੜੇ ਕੁਝ ਸ਼ੇਅਰ ਕਰਨਾ ਚਾਹੁੰਦੇ ਨੇ ਉਹ ਅਨਮਿਊਟ ਕਰ ਸਕਦੇ ਆ ਆਪਦੇ ਆਪ ਨੂੰ। ਉਸ ਤੋਂ ਬਾਅਦ ਫਿਰ ਆਪਾਂ ਰਿਕੁਐਸਟ ਕਰਾਂਗੇ ਮੈਡਮ ਸੀਮਾ ਸਿੰਘ ਜੀ ਨੂੰ ਕਿ ਉਹ ਆਪਣੇ ਵਿਚਾਰ ਜਿਹੜੇ ਵੀ ਐਕਸਪੀਰੀਅੰਸਿਸ ਰਹੇ ਨੇ ਜਿਹੜੇ ਆਪਣੇ ਨਾਲ ਸ਼ੇਅਰ ਕਰਨਗੇ, ਤਾਂ ਕਿ ਆਪਾਂ ਵੀ ਉਹਨਾਂ ਦੇ ਐਕਸਪੀਰੀਅੰਸ ਤੋਂ ਗੇਨ ਕਰ ਸਕੀਏ। ਮੈਡਮ ਤੋਂ ਪਹਿਲਾਂ ਜੇ ਕਿਸੇ ਹੋਰ ਨੇ ਕੁਝ ਸ਼ੇਅਰ ਕਰਨਾ ਹੋਵੇ ਇਸ ਦੇ ਰਿਗਾਰਡਿੰਗ ਤਾਂ ਉਹ ਅਨਮਿਊਟ ਕਰਕੇ ਸ਼ੇਅਰ ਕਰ ਸਕਦੇ। ਚੰਨੀ ਸਾਹਿਬ, ਗੁਰਤੇਜ ਜੀ ਜਾਂ ਕੋਈ ਵੀ ਆਪਣੇ ਸ਼ੇਅਰ ਕਰਨਾ ਚਾਹਣ। DRO ਸਾਹਿਬ ਨੇ ਆਪਣੇ ਨਾਲ, ਅਰਵਿੰਦ ਸਰ। DRO ਰਵਿੰਦਰਪਾਲ ਜੀ ਸੀ, ਉਹਨਾਂ ਨੂੰ ਦਿਓ 2 ਮਿੰਟ ਟਾਈਮ। ਹਾਂਜੀ ਸਰ, ਉਹ ਮੈਨੂੰ ਲੱਗਦਾ ਜੁਆਇਨ ਤਾਂ ਕੀਤੇ ਸੀਗੇ, ਦਿਖ ਨਹੀਂ ਰਹੇ ਹੁਣ ਸਰ। ਲక్ష్మణ ਜੀ ਹੈਗੇ ਆ, ਲక్ష్మణ ਜੀ ਨੂੰ। ਲక్ష్మణ ਜੀ, ਹਾਂਜੀ ਲక్ష్మణ ਸਰ ਅਨਮਿਊਟ ਕਰ ਲਓ। ਚੰਨੀ ਜੀ ਤੁਸੀਂ। ਆਈ ਥਿੰਕ ਸਰ ਆਪਾਂ ਮੈਮ ਨੂੰ ਰਿਕੁਐਸਟ ਕਰਦੇ ਹਾਂ ਪਹਿਲਾਂ ਕਿ ਮੈਮ ਆਪਣੇ ਐਕਸਪੀਰੀਅੰਸਿਸ ਆਪਣੇ ਨਾਲ ਸ਼ੇਅਰ ਕਰਨਗੇ। ਤਾਂ ਮੈਮ ਹਾਂਜੀ ਮੈਮ, ਆ ਰਹੀ ਆਵਾਜ਼ ਤੁਹਾਡੀ ਜੀ। ਠੀਕ ਹੈ। ਪਹਿਲਾਂ ਤਾਂ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦੀ ਹਾਂ, ਖਾਸ ਕਰ ਪ੍ਰਧਾਨ ਜੀ ਦਾ। ਮੈਂ ਜੋ ਵੀ ਪਿਕਚਰਸ ਦੇਖ ਰਹੀ ਤੁਸੀਂ ਸਾਰੇ ਮੇਰੇ ਲਈ ਬਿਲਕੁਲ ਨਵੇਂ ਹੀ ਹੋ, ਔਰ ਮੈਂ ਵੀ ਤੁਹਾਡੇ ਲਈ ਸਾਰਿਆਂ ਲਈ ਨਵੇਂ ਹੈ। ਪੁਰਾਣਾ ਵਿੱਚ ਕੋਈ ਵੀ ਨਹੀਂ ਮੈਨੂੰ ਦਿਖ ਰਿਹਾ ਸਿਵਾਏ ਧੰਮ ਸਾਹਿਬ ਦੇ। ਐਂਡ
ਤਪਨ ਜਿਹਦੀ ਆਵਾਜ਼ ਸਿਰਫ ਸੁਣੀ ਔਰ ਤਪਨ ਮੇਰੇ ਨਾਲ ਅਸੀਂ ਸੁਲਤਾਨਪੁਰ ਇਕੱਠੇ ਕੰਮ ਕੀਤਾ। ਐਕਚੁਅਲੀ ਮੇਰੀ ਸਰਵਿਸ ਦੀ ਸਟਾਰਟਿੰਗ ਹੋਈ ਸੀ 94 ਚ ਐਂਡ ਮੈਂ ਤਾਂ ਕਦੀ ਆਪਣੇ ਸਾਲ ਵੀ ਨਹੀਂ ਸੀ ਕਾਊਂਟ ਕੀਤੇ। ਮੈਨੂੰ ਰਿਟਾਇਰਮੈਂਟ ਤੋਂ ਪਤਾ ਲੱਗਿਆ ਕਿ ਮੇਰੇ ਆਪਣੇ 26 ਇਅਰਸ ਹੋ ਗਏ ਸੀਗੇ ਕੰਮ ਕਰਦੇ। ਬਟ ਇਟ ਵਾਜ਼ ਅ ਵੈਰੀ ਨਾਈਸ ਐਕਸਪੀਰੀਅੰਸ ਕਿਉਂਕਿ ਮੈਂ ਮੇਰਾ ਸਟਾਫ ਨਾ ਬੜਾ ਬਣਾ ਕੇ ਰੱਖੀ ਹੋਈ ਸੀਗੀ ਐਂਡ ਸਟਾਫ ਦੀ ਬਦੌਲਤ ਹੀ ਜੋ ਧੰਮ ਸਾਹਿਬ ਨੇ ਮੈਨੂੰ ਨਾਮ ਦਿੱਤਾ ਹੈ ਉਹ ਸਟਾਫ ਐਂਡ ਉਹਨਾਂ ਦੀ ਕੋਆਪਰੇਸ਼ਨ ਨਾਲ ਹੀ ਹੈ। ਸਿਰਫ ਇਹ ਹੈ ਵੀ ਮੈਂ ਰਾਈਟ ਨੂੰ ਰਾਈਟ ਕਿਹਾ, ਰੋਂਗ ਨੂੰ ਰੋਂਗ ਕਿਹਾ। ਮੇਰੀ ਸਟਾਰਟਿੰਗ ਵੀ ਰਹੀ ਛੋਟੇ ਸਟੇਸ਼ਨਸ ਚ। ਆਈ ਨੈਵਰ ਆਪਟਡ ਫॉर ਅ ਬਿਗ ਸਟੇਸ਼ਨ ਐਂਡ ਨਾ ਮੇਰੀ ਕੋਈ ਸਿਫਾਰਿਸ਼ ਸੀ। ਮੈਂ ਜਿੱਥੇ ਵੀ ਕੰਮ ਕੀਤਾ ਦੱਬ ਕੇ ਲਗਾਤਾਰ 4 ਸਾਲ ਕੀਤਾ। ਬਾਕੀ ਆਈ ਕਾਂਟ ਸੇ ਮੋਰ। ਮੈਂ ਤੁਹਾਡੇ ਨਾਲ ਪਾਰਟ ਆਫ ਰੈਵਨਿਊ ਵਰਕ ਆਫਿਸਰਸ ਦੇ ਹੈ ਤੇ ਸਿਰਫ ਇਹ ਹੈ ਵੀ ਆਪਾਂ ਆਪਣਾ ਕੰਮ ਹੀ ਐਸਾ ਕਰੀਏ ਵੀ ਕਿਸੇ ਨੂੰ ਉਂਗਲੀ ਚੱਕਣ ਦਾ ਮੌਕਾ ਨਾ ਮਿਲੇ। ਔਰ ਫਸਟ ਥਿੰਗ ਇਜ਼ ਸਲਾਹ ਕਰਕੇ ਕਿਸੇ ਸੀਨੀਅਰ ਨੂੰ ਲੈ ਲਓ ਆਪਣੇ ਕੌਨਫੀਡੈਂਸ ਚ, ਕਿਸੇ ਕੁਲੀਗ ਨੂੰ, ਕਿਸੇ ਨੂੰ ਆਪਾਂ ਜੂਨੀਅਰ ਨੂੰ ਵੀ ਪੁੱਛ ਸਕਦੇ ਹਾਂ ਔਰ ਫਿਰ ਮਾਤ ਨਹੀਂ ਖਾਵਾਂਗੇ। ਬਸ ਥੈਂਕ ਯੂ ਵੈਰੀ ਮਚ। ਥੈਂਕ ਯੂ ਮੈਮ। ਤੁਸੀਂ ਬਹੁਤ ਥੋੜੇ ਸ਼ਬਦਾਂ ਦੇ ਵਿੱਚ ਹੀ ਬੜਾ ਗੁਰਜੀਤ ਜੀ ਹੈ, ਮੇਨ ਜਿਹੜਾ ਸਾਰ ਸੀ ਉਹ ਸਾਨੂੰ ਦੱਸਿਆ। ਹਾਂਜੀ ਸਰ। ਗੁਰਜੀਤ ਜੀ ਹੈਗੇ ਸੀ ਲਾਈਨ ਹਾਂਜੀ ਤੇ। ਗੁਰਜੀਤ ਜੀ ਹੈਗੇ ਆ ਜੀ। ਗੁਰਜੀਤ ਜੀ ਕਾਈਂਡਲੀ ਅਨਮਿਊਟ ਕਰ ਲਓ ਆਪਦੇ ਆਪ ਨੂੰ। ਮੈਂ ਤੁਹਾਨੂੰ ਰਿਕੁਐਸਟ ਵੀ ਕੀਤੀ ਅਨਮਿਊਟ ਕਰਨ ਲਈ। ਆਈ ਥਿੰਕ ਸਰ ਉਹ ਅਨਮਿਊਟ ਨਹੀਂ ਜਾਂ ਤਾਂ ਕਰ ਪਾ ਰਹੇ ਆਪਦੇ ਆਪ ਨੂੰ ਜਾਂ ਫਿਰ ਕੋਈ ਅਜੇ ਉਹ ਤਿਆਰ ਨਹੀਂ ਹੋਣੇ। ਗੁਰਤੇਜ ਸਿੰਘ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਹਾਂਜੀ ਜਿਹੜੇ ਵੀ ਆਫੀਸਰ ਨੇ ਕੁਝ ਸ਼ੇਅਰ ਕਰਨਾ ਹੋਵੇ ਇਸ ਦੇ ਰਿਗਾਰਡਿੰਗ ਆਪਣਾ ਰਿਟਾਇਰਮੈਂਟ ਦੇ ਰਿਗਾਰਡਿੰਗ ਜਾਂ ਜਿਹੜੇ ਆਫੀਸਰਸ ਰਿਟਾਇਰ ਹੋਏ ਆ ਉਹਨਾਂ ਨੂੰ ਕੁਝ ਵੈਲ ਵਿਸ਼ੇਸ ਦੇਣੀਆਂ ਹੋਣ ਜਾਂ ਕੁਝ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਐਕਸਪੀਰੀਐਂਸਿਸ ਰਹੇ ਉਹ ਸ਼ੇਅਰ ਕਰਨੇ ਹੋਣ ਤਾਂ ਉਹ ਆਪਦੇ ਆਪ ਨੂੰ ਅਨਮਿਊਟ ਕਰਕੇ ਸ਼ੇਅਰ ਕਰ ਸਕਦੇ ਆ। ਨਹੀਂ ਤਾਂ ਫਿਰ ਆਪਾਂ ਨੈਕਸਟ ਜਿਹੜਾ ਉਸ ਤੋਂ ਬਾਅਦ ਆਪਣਾ ਨੈਕਸਟ ਜਿਹੜਾ ਇਸ਼ੂ ਹੈ ਜਿਹਦਾ ਸਟਬਲ ਬਰਨਿੰਗ ਉਸ ਤੇ ਡਿਸਕਸ਼ਨ ਸਟਾਰਟ ਕਰਾਂਗੇ। ਪਰ ਉਸ ਤੋਂ ਪਹਿਲਾਂ ਜਿਹੜਾ ਵੀ ਆਪਣਾ ਇਹ ਫੇਅਰਵੈਲ ਵਾਲਾ ਕਹਿ ਲਓ ਜਾਂ ਰਿਟਾਇਰਮੈਂਟ ਵਾਲੇ ਜਿਹੜੇ ਆਪਾਂ ਵਿਸ਼ੇਸ ਦੇ ਰਹੇ ਹਾਂ ਆਫੀਸਰਸ ਨੂੰ ਉਹ ਫੇਜ਼ ਉਸ ਜਿਹੜਾ ਸੈਸ਼ਨ ਚੱਲ ਰਿਹਾ ਉਸ ਦੇ ਵਿੱਚ ਜੇ ਕਿਸੇ ਨੇ ਕੁਝ ਵੀ ਕਹਿਣਾ ਹੋਵੇ ਜਿਹੜੇ ਵੀ ਅੱਜ ਆਪਣੇ ਨਾਲ ਜੁੜੇ ਹੋਏ ਨੇ ਨਵਦੀਪ ਜੀ, ਜਸਵਿੰਦਰ ਸਿੰਘ ਜੀ, APS ਸੋਮਲ ਜੀ, ਜਿਨ੍ਹਾਂ ਦਾ ਵੀ ਕੁਝ ਮਨ ਚ ਹੋਵੇ ਜਾਂ ਕੁਝ ਸ਼ੇਅਰ ਕਰਨਾ ਹੋਵੇ ਉਹ ਅਨਮਿਊਟ ਕਰ ਸਕਦੇ ਆ ਆਪਦੇ ਆਪ ਨੂੰ। ਲੈਫਟ ਲੋਅਰ ਸਾਈਡ ਤੋਂ ਸਕਰੀਨ ਤੋਂ ਤੁਸੀਂ ਅਨਮਿਊਟ ਕਰ ਸਕਦੇ ਹੋ। ਹਾਂਜੀ ਨਵਦੀਪ ਜੀ ਤੁਸੀਂ ਅਨਮਿਊਟ ਕੀਤਾ ਹੈ। ਨਵਦੀਪ ਸਰ। ਹਾਂਜੀ ਗੁੱਡ ਮਾਰਨਿੰਗ ਐਵਰੀਬਾਡੀ। ਹਾਂਜੀ ਸਰ। ਥੋੜੀ ਆਵਾਜ਼ ਦੀ ਪਿੱਛੇ ਡਿਸਟਰਬੈਂਸ ਆਊਗੀ। ਮੈਂ ਇੱਕ ਧਰਨੇ ਤੇ ਸੀਗਾ। ਬਾਕੀ ਜਿੰਨੇ ਵੀ ਆਪਣੇ ਆਫਿਸਰਸ ਰਿਟਾਇਰ ਹੋਏ ਨੇ, ਮੈਡਮ ਸੀਮਾ ਸਿੰਘ ਮੈਡਮ, ਆਪਣੇ ਸੁਰਿੰਦਰ ਜੀ, ਗੁਰਜੀਤ ਜੀ ਤੇ ਜਿਹੜੇ ਹੋਰ ਫੈਲੋ ਆਫਿਸਰ, ਮੈਂ ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਕਿ ਉਹਨਾਂ ਨੇ ਆਪਣਾ ਸਕਸੈਸਫੁਲ ਟੈਨਿਓਰ ਜਿਹੜਾ ਹੈ ਉਹ ਕੰਪਲੀਟ ਕਰ ਲਿਆ। ਤੇ ਅੱਜ ਕੱਲ ਦੇ ਟਾਈਮ ਨੂੰ ਦੇਖਦੇ ਹੋਏ ਮਤਲਬ ਕਿ ਇਹ ਵੀ ਬਹੁਤ ਵੱਡੀ ਉਪਲਬਧੀ ਹੈ ਕਿ ਸਹੀ ਸਲਾਮਤ ਆਪਣਾ ਜਿਹੜਾ ਹੈ ਆਪਣੀ ਜਿੰਨੀ ਰਿਸਕੀ ਜੌਬ ਹੋ ਗਈ ਹੈ ਉਹਦੇ ਵਿੱਚ ਇਹਨਾਂ ਨੇ ਇੰਨੇ ਸਾਲ ਕੰਮ ਕੀਤਾ, 25-26 ਸਾਲ, ਜਿਵੇਂ ਹੁਣ ਸੀਮਾ ਸਿੰਘ ਮੈਡਮ ਵੀ ਦੱਸ ਰਹੇ ਸੀਗੇ ਤੇ ਬਾਕੀ ਜਿਹੜੇ ਆਪਣੇ ਫੈਲੋ ਆਫਿਸਰਸ ਨੇ ਉਹਨਾਂ ਨੇ ਵੀ ਇੰਨਾ ਲੰਮਾ ਸਮਾਂ ਇਸ 'ਚ ਬਿਤਾਇਆ ਰੈਵਨਿਊ ਡਿਪਾਰਟਮੈਂਟ 'ਚ। ਇੱਥੇ ਇਹਨਾਂ ਨੇ ਮਲਟੀਫੇਰੀਅਸ ਆਪਣੀਆਂ ਡਿਊਟੀਆਂ ਨਿਭਾਈਆਂ ਤੇ ਆਪਣੇ ਜਿਹੜੇ ਵੀ ਇਹਨਾਂ ਨੂੰ ਕੰਮ ਸੌਂਪੇ ਗਏ ਰੈਵਨਿਊ ਡਿਪਾਰਟਮੈਂਟ ਵੱਲੋਂ, ਸੀਨੀਅਰਸ ਵੱਲੋਂ, ਉਹ ਸਾਰਿਆਂ ਨੇ ਬਖੂਬੀ ਨਿਭਾਏ ਤੇ ਹੁਣ ਇਹ ਰਿਟਾਇਰ ਹੋ ਕੇ ਐਟਲੀਸਟ ਆਪਣੀ ਲਾਈਫ ਦਾ ਇੱਕ ਫੇਜ਼ ਕੰਪਲੀਟ ਕਰ ਚੁੱਕੇ ਹੈ। ਤੇ ਵਨਸ ਅਗੇਨ ਮੈਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ। ਤੇ ਨਾਲੇ ਹੁਣ ਜਿਹੜਾ ਆਪਣਾ ਪ੍ਰੈਜ਼ੈਂਟ ਸਿਨਾਰੀਓ ਚੱਲ ਰਿਹਾ, ਮੈਂ ਇਹਨਾਂ ਨੂੰ ਇਹ ਵੀ ਗੁਜ਼ਾਰਿਸ਼ ਕਰਾਂਗਾ
ਜਦੋਂ ਕਿਤੇ ਵੀ ਕਿਸੇ ਨੂੰ ਵੀ ਲੋੜ ਪਵੇ, ਇਹ ਆਪਣਾ ਜਿਹੜਾ ਰੈਵਨਿਊ ਐਸੋਸੀਏਸ਼ਨ ਦਾ ਇੱਕ ਪਲੇਟਫਾਰਮ ਬਣਿਆ ਹੈ। ਇਸ ਪਲੇਟਫਾਰਮ ਦੇ ਉੱਤੇ ਇਹ ਆਪਾਂ ਨੂੰ ਇੱਕ ਕਾਮਨ ਪਲੇਟਫਾਰਮ ਤੇ ਜਿੱਥੇ ਇਹਨਾਂ ਨਾਲ ਇੱਕ ਐਕਸਪੀਰੀਅੰਸ ਸ਼ੇਅਰਿੰਗ ਦਾ ਮੌਕਾ ਮਿਲ ਰਿਹਾ ਹੈ, ਜੋ ਕਿ ਅੱਜ ਤੋਂ ਆਪਾਂ ਸਾਲ ਪਹਿਲਾਂ 6 ਮਹੀਨੇ ਪਹਿਲਾਂ ਇਹ ਉਮੀਦ ਵੀ ਨਹੀਂ ਸੀ ਕਰ ਸਕਦੇ ਕਿ ਸਾਰੇ ਬੰਦੇ ਫਿਜ਼ੀਕਲੀ ਪ੍ਰੈਜ਼ੈਂਟ ਨਾ ਹੋ ਕੇ ਵਰਚੁਅਲੀ ਪ੍ਰੈਜ਼ੈਂਟ ਹੋ ਕੇ ਆਪਣੇ ਆਪਣੇ ਵਿਊਜ਼ ਜਿਹੜੇ ਆ ਪ੍ਰੈਜ਼ੈਂਟ ਕਰ ਸਕਣ। ਤੇ ਇਹ ਮੈਂ ਧਾਮ ਸਾਹਿਬ ਨੂੰ ਵੀ ਇਹ ਕਹਿਣਾ ਚਾਹੁੰਦਾ ਕਿ ਇਹ ਇਹਨਾਂ ਦੀ ਅਗਵਾਈ ਹੇਠ ਡਾਕਟਰ ਵਿਨੇ ਜੀ ਦਾ ਇਸ 'ਚ ਬਹੁਤ ਵੱਡਾ ਕੰਟਰੀਬਿਊਸ਼ਨ ਹੈ ਕਿ ਇਸ ਵਰਚੁਅਲ ਜਿਹੜਾ ਪਲੇਟਫਾਰਮ ਹੈ ਇਹਦੇ ਉੱਤੇ ਇਸ ਚੀਜ਼ ਨੂੰ ਇਹਨਾਂ ਨੇ ਸਕਸੈਸਫੁਲੀ ਇੱਕ ਪਲੇਟਫਾਰਮ ਦੇ ਦਿੱਤਾ, ਜਿਸ ਤੋਂ ਆਪਾਂ ਸਾਰੇ ਇੱਕ ਦੂਜੇ ਨਾਲ ਲਾਈਵਲੀ ਇੰਟਰੈਕਟ ਕਰ ਪਾਉਂਦੇ ਹਾਂ। ਤੇ ਮੋਰ ਓਵਰ ਜਿਵੇਂ ਹੁਣ ਇਹ ਕੋਵਿਡ ਦੇ ਟਾਈਮ ਤੇ ਜਿੰਨੀਆਂ ਆਪਣੀਆਂ ਡਿਊਟੀਜ਼ ਤੇ ਧਰਨੇ ਲੱਗ ਰਹੇ ਆ, ਇਹਨਾਂ 'ਚ ਜਿੱਥੇ ਜਿੱਥੇ ਵੀ ਰੈਵਨਿਊ ਅਫਸਰ ਰਿਟਾਇਰ ਹੋਏ ਆ, ਕਾਫੀ ਥਾਵਾਂ ਤੇ ਜਿਵੇਂ ਸੀਮਾ ਸਿੰਘ ਮੈਡਮ ਦਾ ਵੀ ਇੱਧਰ ਗਈ ਹੈ ਤਾਂ ਡਿਸਟ੍ਰਿਕਟ ਲੈਵਲ ਤੇ ਉਹ ਅਸੀਂ ਉਹਨਾਂ ਨੂੰ ਉਹ ਸਨਮਾਨ ਜਾਂ ਹਲੀ ਨਹੀਂ ਦੇ ਪਾਏ। ਤੇ ਉੱਥੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਚਲੋ ਐਟਲੀਸਟ ਵਰਚੁਅਲੀ ਆਪਾਂ ਪ੍ਰੈਜ਼ੈਂਟ ਹੋ ਕੇ ਸਾਰੇ ਆਪਣੇ ਵਿਊਜ਼ ਐਕਸਪ੍ਰੈਸ ਕਰ ਪਾ ਰਹੇ ਹਾਂ। ਇਸ ਤੋਂ ਇਲਾਵਾ ਮੈਂ ਬਾਕੀ ਹੋਰ ਜਿਹੜੇ ਕੋਈ ਆਪਣੇ ਰੈਵਨਿਊ ਅਫਸਰਸ ਕੋਈ ਆਪਣਾ ਵਿਊਜ਼ ਸਾਂਝੇ ਕਰਨਾ ਚਾਹੁੰਦੇ ਆ, ਪਲੀਜ਼ ਪਾਸ ਔਨ ਵਿਨੇ ਜੀ। ਥੈਂਕ ਯੂ ਸੋ ਮਚ ਨਵਦੀਪ ਸਰ ਨੇ ਜਿਸ ਤਰ੍ਹਾਂ ਬੜਾ ਵਧੀਆ ਤਰੀਕੇ ਨਾਲ ਆਪਾਂ ਨੂੰ ਲਾਈਕ ਵੈਲ ਵਿਸ਼ਿਜ਼ ਦਿੱਤੀਆਂ ਆਪਣੀਆਂ, ਤੇ ਬਿਲਕੁਲ ਜਿੱਦਾਂ ਸਰ ਆਪਣਾ ਵਰਚੁਅਲ ਪਲੇਟਫਾਰਮ ਇਹ ਹੈ ਜ਼ੂਮ ਦਾ, ਤਾਂ ਜਿਹੜੇ ਵੀ ਆਪਣੇ ਈਵਨ ਭਾਵੇਂ ਉਹ ਡਿਪਾਰਟਮੈਂਟ ਚੋਂ ਰਿਟਾਇਰ ਹੋ ਚੁੱਕੇ ਨੇ, ਪਰ ਮੈਂ ਉਮੀਦ ਕਰਦਾ ਉਹ ਸਾਰੇ ਆਪਣੇ ਨਾਲ ਮੀਟਿੰਗਸ ਦੇ ਵਿੱਚ ਜੁੜਦੇ ਰਹਿਣਗੇ ਤੇ ਆਪਾਂ ਨੂੰ ਜਿਹੜੇ ਵੀ ਇਸ਼ੂਜ਼ ਨੇ ਉਸ ਤੇ ਗਾਈਡ ਕਰਦੇ ਰਹਿਣਗੇ। ਈਵਨ ਗਰੁੱਪਸ ਦੇ ਵਿੱਚ ਵੀ ਨੇ ਤੇ ਜ਼ੂਮ ਮੀਟਿੰਗਸ ਦੇ ਵਿੱਚ ਵੀ ਉਹ ਆਪਣੇ ਨਾਲ ਜੁੜਦੇ ਰਹਿਣਗੇ। ਇਸ ਤੋਂ ਬਾਅਦ ਹੋਰ ਜਿਨ੍ਹਾਂ ਨੇ ਕੁਝ ਕਹਿਣਾ ਹੋਵੇ, ਆਈ ਥਿੰਕ ਗੁਰਤੇਜ ਸਿੰਘ ਜੀ ਤੁਸੀਂ ਕੁਝ ਸ਼ੇਅਰ ਕਰਨਾ ਹੋਗਾ, ਤੁਸੀਂ ਪਹਿਲਾਂ ਕਾਫੀ ਐਕਟਿਵ ਵੀ ਰਹੇ ਹੋ। ਜਾਂ ਬਾਦਲਦੀਨ ਸਰ? ਹਾਂਜੀ ਹਾਂਜੀ ਗੁਰਤੇਜ ਸਿੰਘ ਜੀ। ਹਾਂਜੀ ਸਾਰੇ ਸਾਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਐਕਚੁਅਲੀ ਬਸ ਸਾਹਿਬ ਮੈਂ ਡਾਕਟਰ ਸਾਹਿਬ ਮੈਂ ਰਸਤੇ ਦੇ ਵਿੱਚ ਸੀ, ਕਿਤੇ ਨੈਟਵਰਕ ਦੀ ਪ੍ਰੋਬਲਮ ਹੈ ਤਾਂ ਹੀ ਮਿਊਟ ਸੀਗਾ, ਤੇ ਜ਼ਿਆਦਾ ਗੱਲ ਮੈਂ ਨਾ ਕਰਦਾ ਹੋਇਆ ਸਾਰੇ ਸਾਥੀਆਂ ਨੂੰ ਮੁਬਾਰਕਾਂ। ਆਪਣੇ ਆਪਣੇ ਆਉਣ ਵਾਲੀ ਜਿਹੜੀ ਜ਼ਿੰਦਗੀ ਦੇ ਵਿੱਚ ਸਫਲਤਾਪੂਰਨ ਪਰਿਵਾਰ ਦੇ ਵਿੱਚ ਸਮਾਜ ਸੇਵਾ ਦੇ ਵਿੱਚ ਵਿਚਰਦੇ ਰਹਿਣ, ਅਤੇ ਇਹ ਵੀ ਬੇਨਤੀ ਕਰਦੇ ਹਾਂ ਕਿ ਜਿਵੇਂ ਅਸੀਂ ਨਵੇਂ ਆਏ ਹਾਂ ਤੇ ਸਾਨੂੰ ਵੀ ਸਮਾਂ ਮਿਲਦਾ ਰਹੇ ਇਹਨਾਂ ਤੋਂ, ਕਿਉਂਕਿ ਇਹ ਹੁਣ ਰਿਟਾਇਰ ਹੋ ਚੁੱਕੇ ਨੇ। ਨਵੇਂ ਸਾਥੀਆਂ ਨੂੰ ਜ਼ਰੂਰ ਸਮਾਂ ਦੇਣ ਗਾਈਡ ਕਰਨ ਵਾਸਤੇ। ਸੋ ਇੰਨਾ ਕੁਛ ਕਹਿੰਦਾ ਹੋਇਆ ਮੈਂ ਸਾਰਿਆਂ ਦਾ ਥੈਂਕਸ, ਧੰਨਵਾਦ, ਔਰ ਸਪੈਸ਼ਲ ਧੰਨਵਾਦ ਧੰਮ ਸਾਹਿਬ ਦਾ, ਜਿਨ੍ਹਾਂ ਨੇ ਤੁਹਾਡੇ ਨਾਲ ਮਿਲ ਕੇ ਇਹ ਬੀੜਾ ਚੁੱਕਿਆ ਕਿ ਹਰ ਹਫ਼ਤੇ ਆਪਾਂ ਮੀਟਿੰਗ ਕਰਦੇ ਹਾਂ ਤੇ ਮੀਟਿੰਗ ਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਜਿਵੇਂ ਹੁਣ ਸਟਬਲ ਬਰਨਿੰਗ ਦੀ ਗੱਲ, ਆਪਣੇ ਪੁਆਇੰਟ ਸਭ ਦੇ ਉੱਪਰ ਆਇਆ ਹੋਇਆ। ਪਟਵਾਰੀ ਸਾਹਿਬਾਨ ਪਿੰਡ ਦੇ ਵਿੱਚ ਇਹਨਾਂ ਨੇ ਨੋਡਲ ਅਫਸਰ ਲਾਏ ਹੈ, ਲੇਕਿਨ ਅੱਜ ਦੇ ਮਾਹੌਲ ਦੇ ਮੁਤਾਬਕ ਬੜੀਆਂ ਮੁਸ਼ਕਲਾਂ ਨੇ, ਥਾਂ ਧਰਨੇ ਲੱਗ ਰਹੇ ਆ। ਆਪਾਂ ਇੱਕ ਦੇਖ ਵੀ ਚੁੱਕੇ ਹਾਂ ਕਿ ਇੱਕ ਥਾਂ ਤੇ ਘਰਾਓ ਕਰਕੇ ਉਹਨਾਂ ਨੇ ਕਰਦੇ ਆ ਗੁਰਤੇਜ ਜੀ, ਇਹ ਕਰਦੇ ਆ ਰੋਕ ਕੇ ਗੱਲ ਕਰਦੇ ਬਸ ਨੈਕਸਟ ਸੈਸ਼ਨ ਇਸ ਤੋਂ ਬਾਅਦ ਇਸੇ ਦੇ ਉੱਤੇ ਹੀ ਆਉਂਦੀ ਆਪਾਂ ਇੱਕ ਵਾਰੀ ਆਪਾਂ ਇਸ ਇਹਨਾਂ ਕੁਝ ਜਿਹੜੇ ਰਿਟਾਇਰ ਹੋ ਚੁੱਕੇ ਜਿੰਨੇ ਵੀ ਸਾਡੇ ਸੀਨੀਅਰ ਨੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਥੈਂਕ ਯੂ, ਧੰਨਵਾਦ। ਵਿਨੇ ਲక్ష్మణ ਜੀ ਹੈਗੇ, ਉਹਨਾਂ ਨੂੰ ਪੁੱਛਣਾ, ਤੇ ਨਹੀਂ ਤੇ ਗੁਰਜੀਤ ਜੀ ਹੈਗੇ ਆ, ਅਦਰਵਾਈਜ਼ ਫਿਰ ਇਹ ਸੈਸ਼ਨ ਕਰਕੇ ਤੇ ਨੈਕਸਟ ਕਰੋ ਫਿਰ ਸ਼ੁਰੂ। ਹਾਂਜੀ, ਜਿਨ੍ਹਾਂ ਨੇ ਲక్ష్మణ ਸਿੰਘ ਸਰ ਤੇ ਗੁਰਜੀਤ ਸਿੰਘ ਜੀ, ਜੇ ਕਿਸੇ ਨੇ ਵੀ ਕੁਝ ਮੈਂ ਰਿਕੁਐਸਟ ਦਿੱਤੀ ਹੈ ਤੁਹਾਨੂੰ ਅਨਮਿਊਟ ਕਰਨ ਲਈ, ਤੁਹਾਡੀ ਸਕਰੀਨ ਤੇ ਆ ਗਈ ਹੋਊਗੀ, ਤੁਸੀਂ ਉਸ ਤੇ ਕਲਿੱਕ ਕਰਕੇ ਅਨਮਿਊਟ ਹੋ ਜਾਓਗੇ। ਤੁਹਾਡੀ ਆਵਾਜ਼ ਫਿਲਹਾਲ ਸਾਨੂੰ ਸੁਣੀ ਰਹੀ ਹੈ। ਹਾਂਜੀ ਲక్ష్మణ ਸਰ ਤੁਹਾਡੀ ਆ ਗਈ ਹੈ ਜੀ। ਹੈਲੋ, ਹਾਂਜੀ ਆ ਰਹੀ ਹੈ ਜੀ ਆਵਾਜ਼। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਟੂ ਆਲ ਦੀ ਮੈਂਬਰਸ ਜੀ। ਸੌਰੀ ਆਈ ਵਾਸ ਬਿਜ਼ੀ ਸਮਵੇਅਰ, ਤਾਂ ਮੈਂ ਉਦੋਂ ਤੁਹਾਨੂੰ ਪਹਿਲਾਂ ਨਹੀਂ ਕਰ ਸਕਿਆ ਜੁਆਇਨ, ਆਈ ਮੀਨ ਬੋਲ ਨਹੀਂ ਸਕਿਆ। ਬੇਨਤੀ ਇਹ ਸੀ ਕਿ ਜਿੰਨੇ ਸਾਡੇ ਸਾਰੇ ਆਫਿਸਰ 30 ਤਰੀਕ ਨੂੰ ਰਿਟਾਇਰ ਹੋਏ ਆ, ਸਾਰੇ ਬੜੇ ਅੱਛੇ ਤਰੀਕੇ ਨਾਲ ਉਹਨਾਂ ਨੇ ਆਪਣੀ ਸਰਵਿਸ ਨਿਭਾਈ ਆ। ਜਿਵੇਂ ਜਿਵੇਂ ਹਰ ਇੱਕ ਨਾਲ ਮੇਰਾ ਰਾਬਤਾ ਰਿਹਾ ਐਜ਼ ਏ ਕੈਸ਼ੀਅਰ ਆਫ ਦਾ ਐਸੋਸੀਏਸ਼ਨ, ਸਪੈਸ਼ਲੀ ਜਿਵੇਂ ਧੰਮ ਸਾਹਿਬ ਨੇ ਕਿਹਾ, ਮੈਡਮ ਸੀਮਾ ਸਿੰਘ, ਅਸੀਂ 2-3 ਜ਼ਿਲ੍ਹਿਆਂ 'ਚ ਔਰ ਡਿਵੀਜ਼ਨ 'ਚ ਵੀ ਇਕੱਠੇ ਕੰਮ ਕੀਤਾ, ਤਾਂ ਇਹਨਾਂ ਦੀਆਂ ਸਰਵਿਸਿਜ਼ ਜਿਹੜੀਆਂ ਵਾਕਈ ਮਤਲਬ ਸਾਡੇ ਸਾਰਿਆਂ ਵਾਸਤੇ ਵੀ ਔਰ ਪਬਲਿਕ ਵਾਸਤੇ ਵੀ ਬੜੀਆਂ ਐਗਜ਼ੈਂਪਲਰੀ ਰਹੀਆਂ। ਬੜਾ ਕੁਝ ਸਿੱਖਿਆ ਇਹਨਾਂ ਕੋਲੋਂ, ਵੱਡੀਆਂ ਭੈਣਾਂ ਵਾਂਗੂ ਹਮੇਸ਼ਾ ਇਹਨਾਂ ਨੇ ਪਿਆਰ ਦਿੱਤਾ, ਔਰ ਬਾਕੀ ਸਾਰੇ ਆਫਿਸਰਸ ਵੀ।
ਉਹਨਾਂ ਦੇ ਵੱਲੋਂ ਵੀ ਠੰਡੀਆਂ ਹਵਾਵਾਂ ਹੀ ਆਉਂਦੀਆਂ ਰਹੀਆਂ, ਕਿਸੇ ਵੱਲੋਂ ਕੋਈ ਏਦਾਂ ਦੀ ਗੱਲਬਾਤ ਨਹੀਂ ਐਸੋਸੀਏਸ਼ਨ ਨੂੰ ਕਦੇ ਪ੍ਰਾਪਤ ਹੋਈ ਵੀ ਜਿਹਦੇ ਨਾਲ ਐਸੋਸੀਏਸ਼ਨ ਦਾ ਸਿਰ ਨੀਵਾਂ ਹੋਵੇ। ਸਾਰਿਆਂ ਨੇ ਐਸੋਸੀਏਸ਼ਨ ਦਾ ਮਾਣ ਹੀ ਵਧਾਇਆ, ਐਸੋਸੀਏਸ਼ਨ ਨੂੰ ਵੀ, ਸਾਰੇ ਰਿਟਾਇਰਿੰਗ ਆਫੀਸਰਸ ਨੂੰ ਵੀ, ਔਰ ਉਹਨਾਂ ਦੀਆਂ ਫੈਮਲੀਜ਼ ਨੂੰ ਵੀ ਬਹੁਤ ਬਹੁਤ ਵਧਾਈਆਂ। ਪਰਮਾਤਮਾ ਕਰੇ ਆਪਣੀ ਨਵੀਂ ਇਮੇਜ ਜਿਹੜੀ ਲਾਈਫ ਦੀ ਹੈ ਉਹ ਇਹ ਸਕਸੈਸਫੁਲੀ ਸ਼ੁਰੂਆਤ ਕਰਨ ਉਹਦੀ, ਔਰ ਅੱਛੇ ਤਰੀਕੇ ਨਾਲ ਨਿਭਾਉਣ। ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਸਰ। ਤਾਂ ਇਸ ਤੋਂ ਬਾਅਦ ਗੁਰਜੀਤ ਸਰ ਜਾਂ ਕੋਈ ਵੀ ਆਪਣੇ ਵਿਚਾਰ ਰੱਖਣੇ ਚਾਹੂਗਾ ਤਾਂ, ਅਦਰਵਾਈਜ਼ ਜਿਸ ਤਰ੍ਹਾਂ ਸਾਰੇ ਦੱਸ ਰਿਹਾ, ਮੈਨੂੰ ਵੀ ਜਿਹੜੇ 15 ਆਫੀਸਰਸ ਰਿਟਾਇਰ ਹੋਏ ਆ ਉਹਨਾਂ ਵਿੱਚੋਂ 3 ਆਫੀਸਰਸ ਨਾਲ ਕੰਮ ਕਰਨ ਦਾ ਮੌਕਾ ਮਿਲਿਆ, ਜਿਸ ਦੇ ਵਿੱਚ ਗੁਰਮੇਲ ਸਰ ਜਿਹੜੇ ਕਿ ਦੜਵਾ ਤੋਂ ਰਿਟਾਇਰ ਹੋਏ ਨੇ ਤਹਿਸੀਲਦਾਰ। ਤਾਂ ਮੈਂ ਅੰਡਰ ਟ੍ਰੇਨਿੰਗ ਉਹਨਾਂ ਦੇ ਅੰਡਰ ਰਿਹਾ ਸੀਗਾ 6 ਮਹੀਨੇ ਤਕਰੀਬਨ, ਮੈਂ ਉਹਨਾਂ ਦੇ ਨਾਲ ਸੀ। ਤਾਂ ਬੜਾ ਕੁਝ ਉਹਨਾਂ ਤੋਂ ਵੀ ਸਿੱਖਣ ਨੂੰ ਮਿਲਿਆ, ਬੜੇ ਡਾਊਨ ਟੂ ਅਰਥ ਪਰਸਨੈਲਿਟੀ ਨੇ, ਬੜੇ ਹਾਰਡ ਵਰਕਿੰਗ ਨੇ। ਤੇ ਇਸ ਤੋਂ ਇਲਾਵਾ ਜੈਨ ਸਰ ਜਿਨ੍ਹਾਂ ਦੀ ਗੱਲ ਵੀ ਕੀਤੀ ਆਪਣੇ ਧੰਮ ਸਰ ਨੇ, ਤਾਂ ਉਹ ਅੱਜ ਮੀਟਿੰਗ ਦੇ ਵਿੱਚ ਸ਼ਾਮਲ ਵੀ ਹੋਣਾ ਚਾਹੁੰਦੇ ਸੀ। ਕੱਲ ਮੇਰੀ ਗੱਲ ਵੀ ਹੋਈ ਸੀ, ਅਦਰਵਾਈਜ਼ ਮੀਟਿੰਗ ਦੇ ਵਿੱਚ ਸ਼ਾਮਲ ਹੁੰਦੇ ਵੀ ਰਹਿੰਦੇ ਆ, ਪਰ ਉਹ ਮੇਰੀ ਹੁਣੇ ਗੱਲ ਹੋਈ ਹੈ, ਉਹ ਕਹਿੰਦੇ ਕਿਸੇ ਨਾ ਕਿਸੇ ਕਾਰਨ ਕਰਕੇ ਉਹ ਅੱਜ ਨਹੀਂ ਸ਼ਾਮਲ ਹੋ ਪਾਏ, ਪਰ ਉਹ ਕਹਿੰਦੇ ਸੀ ਨੈਕਸਟ ਮੀਟਿੰਗ ਦੇ ਵਿੱਚ ਮੈਂ ਜ਼ਰੂਰ ਜਿਹੜੇ ਮੇਰੇ ਕੁਝ ਪੁਆਇੰਟ ਸ਼ੇਅਰ ਕਰੂੰਗਾ ਮੈਂ। ਤਾਂ ਉਹ ਵੀ ਬੜੇ ਹਾਰਡ ਵਰਕਿੰਗ ਨੇ, ਬੜੇ ਨੌਲੇਜ ਹੈ ਉਹਨਾਂ ਨੂੰ। ਇਸ ਤੋਂ ਇਲਾਵਾ ਸੁਰਿੰਦਰ ਸਿੰਗਲਾ ਜੀ ਜਿਹੜੇ ਨਾਇਬ ਤਹਿਸੀਲਦਾਰ ਰਿਟਾਇਰ ਹੋਏ ਨੇ, ਉਹ ਤਲਵੰਡੀ ਜਦੋਂ ਮੈਂ ਤਹਿਸੀਲਦਾਰ ਸੀ ਤਾਂ ਉਹ ਨਾਇਬ ਤਹਿਸੀਲਦਾਰ ਸੀ। ਤਾਂ ਉਹਨਾਂ ਦਾ ਵੀ ਬੜੇ ਹਾਰਡ ਵਰਕਿੰਗ ਨੇ, ਬੜਾ ਵਧੀਆ ਉਹਨਾਂ ਦੇ ਨਾਲ ਮੇਰਾ ਜਿਹੜਾ ਸੀਗਾ ਟੈਨਿਓਰ ਰਿਹਾ। ਤਾਂ ਇਸੇ ਤਰ੍ਹਾਂ ਨਾਲ ਜਿਹੜੇ ਹੋਰ ਵੀ ਆਫੀਸਰ, ਜਿਹੜੇ 15 ਆਫੀਸਰਸ ਰਿਟਾਇਰ ਹੋਏ ਨੇ, ਹਰ ਕੋਈ ਆਪਣਾ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਆਪਣੇ ਲਈ ਐਸੋਸੀਏਸ਼ਨ ਦੇ ਲਈ ਹਰ ਟਾਈਮ ਆਪਾਂ ਨੂੰ ਨੌਲੇਜ ਦੇ ਸਕਦੇ, ਕਿਉਂਕਿ ਹਰ ਇੱਕ ਇੰਨਾ ਆਪਣਾ ਜਿਹੜਾ ਵਾਈਡ ਹੈਗਾ ਹੈ ਰੈਵਨਿਊ ਦਾ, ਕਿਸੇ ਦਾ ਲੈਂਡ ਐਕੁਜੀਸ਼ਨ ਦੇ ਵਿੱਚ ਜ਼ਿਆਦਾ ਰੋਲ ਹੁੰਦਾ, ਕਿਸੇ ਨੂੰ ਰਜਿਸਟ੍ਰੇਸ਼ਨ ਦੇ ਵਿੱਚ ਜ਼ਿਆਦਾ ਅੱਛਾ ਪਤਾ ਹੁੰਦਾ, ਕਿਸੇ ਨੂੰ ਅਦਰਵਾਈਜ਼ ਹੋਰ ਚੀਜ਼ਾਂ ਦੇ ਵਿੱਚ ਜ਼ਿਆਦਾ ਪਤਾ ਹੁੰਦਾ। ਤਾਂ ਆਪਾਂ ਚਾਹਾਂਗੇ ਕਿ ਉਹ ਸਾਰੇ ਆਪਣੇ ਨਾਲ ਜੁੜੇ ਰਹਿਣ ਤੇ ਆਪਣਾ ਐਕਸਪੀਰੀਅੰਸ ਸ਼ੇਅਰ ਕਰਦੇ ਰਹਿਣ, ਚਾਹੇ ਉਹ ਗਰੁੱਪਸ ਦੇ ਥਰੂ ਹੋਵੇ, ਚਾਹੇ ਉਹ ਜ਼ੂਮ ਮੀਟਿੰਗਸ ਦੇ ਵਿੱਚ ਹੋਵੇ। ਜਿੱਦਾਂ ਗੁਰਤੇਜ ਜੀ ਨੇ ਵੀ ਕਿਹਾ ਕਿ ਜਿਹੜੇ ਨਵੇਂ ਜੁਆਇਨਿੰਗਸ ਨੇ ਉਹਨਾਂ ਨੂੰ ਬੜਾ ਇਸ ਦਾ ਫਾਇਦਾ ਰਹੂਗਾ ਜੇ ਜਿਹੜੇ ਆਪਣੇ ਰਿਟਾਇਰ ਹੋ ਚੁੱਕੇ ਆਫੀਸਰਸ ਨੇ ਆਪਣੇ ਨਾਲ ਜੁੜਦੇ ਰਹਿਣ, ਕਿਉਂਕਿ ਹੁਣ ਉਹਨਾਂ ਕੋਲ ਥੋੜਾ ਟਾਈਮ ਵੀ ਹੈ ਗਾਈਡ ਕਰਨ ਦੇ ਲਈ, ਤੇ ਇਸ ਦੇ ਨਾਲ ਸਾਨੂੰ ਸਾਰੇ ਕਾਡਰ ਨੂੰ ਬੜੀ ਹੈਲਪ ਮਿਲਦੀ ਰਹੇਗੀ। ਤਾਂ ਅਗੇਨ ਮੈਂ ਆਪਣੇ ਵੱਲੋਂ ਵੀ ਤੇ ਐਸੋਸੀਏਸ਼ਨ ਵੱਲੋਂ ਵੀ ਸਾਰੇ ਜਿਹੜੇ ਵੀ ਰਿਟਾਇਰਿੰਗ ਆਫੀਸਰਸ ਨੇ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ, ਉਹਨਾਂ ਦੀ ਸਿਹਤ ਦੇ ਲਈ ਕਾਮਨਾ ਕਰਦਾ, ਉਹਨਾਂ ਦੀ ਅੱਗੇ ਆਉਣ ਵਾਲੀ ਲਾਈਫ ਬਹੁਤ ਵਧੀਆ ਬੀਤੇ, ਇਸ ਦੇ ਲਈ ਕਾਮਨਾ ਕਰਦਾ। ਤੇ ਹੁਣ ਆਪਾਂ ਇਸ ਤੋਂ ਬਾਅਦ ਜਿਹੜਾ, ਹਾਂਜੀ ਤਪਨ ਜੀ, ਤਪਨ ਸਰ ਤੁਸੀਂ ਅਨਮਿਊਟ ਕੀਤਾ, ਕੁਝ ਤੁਸੀਂ ਐਡ ਕਰਨਾ ਚਾਹੁੰਦੇ ਹੋ? ਜੀ ਮੈਂ ਸਾਰਿਆਂ ਨੂੰ ਜਿਹੜੇ ਆਫੀਸਰਸ ਰਿਟਾਇਰ ਹੋਏ ਆ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕ ਦੇਣਾ ਚਾਹੁੰਦਾ, ਸਪੈਸ਼ਲੀ ਸੀਮਾ ਸਿੰਘ ਮੈਡਮ ਨੂੰ। ਮੈਂ ਸਟਾਰਟਿੰਗ ਆਪਣੀ ਮੈਡਮ ਦੇ ਅੰਡਰ ਟ੍ਰੇਨਿੰਗ ਤੋਂ ਹੀ ਕੀਤੀ ਸੀਗੀ, ਚਾਹੇ ਜਲੰਧਰ 'ਚ ਉਸ ਟਾਈਮ ਸੀਗੇ, ਫਰਸਟ ਡੇ ਸੀ ਮੇਰਾ। ਜਿਹੜੀ ਜਿੰਨੀ ਪਟਵਾਰੀ ਕਾਨਗੋ ਵਾਲੀ ਟ੍ਰੇਨਿੰਗ ਹੋਈ, ਨਵਦੀਪ ਜੀ ਤੇ ਸੀਮਾ ਮੈਮ ਇਹਨਾਂ ਦੇ ਅੰਡਰ ਕੀਤੀ ਸੀਗੀ। ਤੇ ਉਸ ਤੋਂ ਬਾਅਦ ਜਦੋਂ ਮੈਨੂੰ ਇੰਡੀਪੈਂਡੈਂਟ ਚਾਰਜ ਮਿਲਿਆ ਸੁਲਤਾਨਪੁਰ ਲੋਧੀ ਨਾਇਬ ਤਹਿਸੀਲਦਾਰ ਦਾ, ਉਦੋਂ ਵੀ ਮੈਮ ਦੀ ਗਾਈਡੈਂਸ ਹੀ ਕੀਤਾ ਸੀ। ਔਰ ਜੋ ਗੱਲਾਂ ਮੈਮ ਨੇ ਕਹੀਆਂ ਵਾਕਈ ਸਾਰੀ ਇੱਕ ਗੱਲ ਨੂੰ ਮੈਂ ਮਤਲਬ ਦੇਖਿਆ, ਉੱਥੇ ਐਕਸਪੀਰੀਅੰਸ ਕੀਤਾ, ਚਾਹੇ ਸਟਾਫ ਦੇ ਨਾਲ ਮੈਮ ਦਾ ਜੋ ਇੱਕ ਮਦਰਲੀ ਅਫੈਕਸ਼ਨ ਸੀਗਾ, ਚਾਹੇ ਐਸਡੀਐਮਸ ਦੇ ਨਾਲ ਵੀ, ਹਰੇਕ ਨਾਲ ਬਹੁਤ ਹੀ ਵਧੀਆ। ਔਰ ਇੱਕ ਚੀਜ਼ ਮੈਡਮ ਬਹੁਤ ਡੇਅਰਿੰਗ, ਵੈਰੀ ਬਰੇਵ ਲੇਡੀ, ਔਰ ਕਦੀ ਵੀ ਉਹਨਾਂ ਨੇ ਇਸ ਚੀਜ਼ ਨੂੰ ਐ ਨਹੀਂ ਕੀਤਾ ਕਿ ਮੈਂ ਕਿਸੇ ਰਿਸਪੌਂਸਿਬਿਲਿਟੀ ਤੋਂ, ਕਦੀ ਵੀ ਉਹ ਪਿੱਛੇ ਨਹੀਂ ਹੁੰਦੇ। ਹੁਣ ਵੀ ਏਦਾਂ ਹੀ ਆ, ਮੈਨੂੰ ਪਤਾ ਲਾਸਟ ਡੇ ਤੱਕ ਕੰਮ ਕਰਦੇ ਰਹੇ ਆ, ਸਾਰੀਆਂ ਪੈਡੈਂਸੀਜ਼, ਕਦੀ ਵੀ ਇਹਨਾਂ ਦੀ ਕੋਈ ਵੀ ਆਊਟਸਟੈਂਡਿੰਗ ਕੁਝ ਨਹੀਂ ਹੁੰਦਾ ਹੈਗਾ। ਐਂਡ ਸ਼ੀ ਇਜ਼ ਵੈਰੀ ਨਾਈਸ ਹਿਊਮਨ ਬੀਇੰਗ, ਮਤਲਬ ਕਹਿ ਲਓ ਕਿ ਜਿੱਦਾਂ ਰੱਬ ਦਾ ਬੰਦਾ ਕਹਿੰਦੇ ਆ ਉਹੀ ਹੈ। ਤੇ ਸਪੈਸ਼ਲੀ ਮੈਂ ਹੁਣ ਧੰਮ ਸਰ ਨੂੰ ਵੀ ਥੈਂਕਸ ਕਰਨਾ ਚਾਹੁੰਦਾ ਕਿ ਇਹ ਇੱਕ ਸੈਸ਼ਨ ਉਹਨਾਂ ਨੇ ਰੱਖਿਆ ਹੈਗਾ, ਜਿਹੜਾ ਕਿ ਆਪਾਂ ਰਿਟਾਇਰਿੰਗ ਆਫੀਸਰਸ ਨੂੰ ਥੈਂਕਸ ਕਰ ਰਹੇ। ਇੱਕ ਮੇਰੇ ਸਾਥੀ ਹੋਰ ਰਿਟਾਇਰ ਹੋਏ ਨੇ, ਸਰਦਾਰ ਪ੍ਰਗਟ ਸਿੰਘ ਜੀ, ਉਹਨਾਂ ਨੇ ਥੋੜੇ ਦਿਨ ਪਹਿਲਾਂ ਵੋਲੰਟਰੀ ਰਿਟਾਇਰਮੈਂਟ ਲਈ ਹੈ। ਸੋ ਉਹਨਾਂ ਦੇ ਨਾਲ ਵੀ ਕੰਮ ਕਰਨਾ ਮੇਰੇ ਲਈ ਬਹੁਤ ਇੱਕ ਵਧੀਆ ਐਕਸਪੀਰੀਅੰਸ ਰਿਹਾ ਹੈਗਾ। ਸੋ ਆਲ ਰਿਟਾਇਰੀ ਆਫੀਸਰਸ, ਜਿਵੇਂ ਕਿ ਵਿਨੇ ਜੀ ਨੇ ਦੱਸਿਆ, ਧੰਮ ਸਰ ਨੇ ਕਿਹਾ, ਜਾਂ ਨਵਦੀਪ ਜੀ ਨੇ ਦੱਸਿਆ ਕਿ ਅਸੀਂ ਤੁਹਾਡੇ ਤੋਂ ਗਾਈਡੈਂਸ ਲੈਂਦਾ ਰਵਾਂਗੇ। ਇੰਦਰਦੇਵ ਸਰ ਪਹਿਲਾਂ ਹੋਏ ਆ, ਉਹਨਾਂ ਤੋਂ ਤਾਂ ਹੁਣ ਵੀ ਅਸੀਂ ਗਾਈਡੈਂਸ ਲੈ ਰਹੇ ਹਾਂ ਜਲੰਧਰ ਰੀਜਨ ਦੇ ਵਿੱਚ। ਸੋ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਬਹੁਤ ਬਹੁਤ ਥੈਂਕਸ। ਸਾਨੂੰ ਹਮੇਸ਼ਾ ਹੀ ਆਪਣੇ ਛੋਟੇ ਭਰਾਵਾਂ ਦੀ ਤਰ੍ਹਾਂ ਤੁਸੀਂ ਰੱਖਿਓ। ਥੈਂਕ ਯੂ ਸੋ ਮਚ। ਥੈਂਕ ਯੂ ਤਪਨ ਸਰ।
ਆਈ ਥਿੰਕ ਹੁਣ ਆਪਾਂ ਜੇ ਕਿਸੇ ਹੋਰ ਨੇ ਕੁਝ ਆਫੀਸਰ ਨੇ ਕੁਝ ਐਕਸਪੀਰੀਅੰਸ ਸ਼ੇਅਰ ਕਰਨੇ ਆ ਤਾਂ ਉਹ ਕਰ ਸਕਦੇ, ਅਦਰਵਾਈਜ਼ ਆਪਾਂ ਨੈਕਸਟ ਜਿਹੜਾ ਆਪਣੀ ਮੀਟਿੰਗ ਦਾ ਫੇਜ਼ ਹੈ, ਜਿਹੜਾ ਸਟਬਲ ਬਰਨਿੰਗ ਇਸ਼ੂ ਹੈ, ਉਹਦੇ ਉੱਤੇ ਮੂਵ ਕਰਦੇ ਹਾਂ। ਹਾਂਜੀ ਵਿਨੇ ਜੀ, ਵਿਨੇ ਕਰੋ ਨੈਕਸਟ। ਵਿਨੇ ਹਾਂਜੀ ਚੰਨੀ ਸਾਹਿਬ ਜੀ, ਚੰਨੀ ਸਾਹਿਬ। ਮੈਂ ਕਹਿੰਦਾ ਸੀਗਾ ਇਹਨਾਂ ਤੋਂ ਯਾਰ ਐਕਸਪੀਰੀਅੰਸ ਜਿਹੜਾ ਇਹਨਾਂ ਨੇ ਕੋਈ ਐਕਸਪੀਰੀਅੰਸ ਸ਼ੇਅਰ ਕਰਨਾਗਾ ਉਹ ਵੀ ਪਲੀਜ਼ ਇਹਨਾਂ ਨੂੰ ਜਿਹੜੇ ਰਿਟਾਇਰ ਹੋਏ ਆ, ਜਿਵੇਂ ਭੈਣ ਜੀ ਸੀਮਾ ਸਿੰਘ ਆ, ਇਹ ਬਹੁਤ ਜ਼ਿਆਦਾ ਡੇਅਰਿੰਗ ਤੇ ਹੋ ਸੀ, ਮਤਲਬ ਇਹਨਾਂ ਦਾ ਥੋੜਾ ਜਿਹਾ ਆਪਾਂ ਇਹਨਾਂ ਨੂੰ ਟਾਈਮ ਵੀ ਦੇਈਏ ਨਾ। ਚੰਨੀ ਸਾਹਿਬ ਸ਼ਾਇਦ ਤੁਸੀਂ ਨਾ ਥੋੜਾ ਲੇਟ ਵਿੱਚੋਂ ਡਿਸਕਨੈਕਟ ਹੋ ਗਏ ਸੀ। ਮੈਮ ਨੇ ਤਾਂ ਇੱਕ ਵਾਰ ਆਪਣੇ ਥੋੜਾ ਜਿਹਾ ਟਾਈਮ ਆਪਣੇ ਐਕਸਪੀਰੀਅੰਸਿਸ ਸ਼ੇਅਰ ਕੀਤੇ ਸੀਗੇ। ਅੱਛਾ। ਤੇ ਹੋਰ ਆਪਣੇ ਕੋਈ ਆਈ ਥਿੰਕ ਰਿਟਾਇਰਿੰਗ ਆਫੀਸਰ ਦੇ ਵਿੱਚੋਂ ਕੋਈ ਨਹੀਂ ਹੈ ਇਸ ਟਾਈਮ ਮੀਟਿੰਗ ਦੇ ਵਿੱਚ, ਪਰ ਆਪਾਂ ਰਿਕਾਰਡ ਕਰ ਰਹੇ ਹਾਂ ਵੀਡੀਓ, ਤਾਂ ਇਹ ਆਪਾਂ ਉਸ ਤੋਂ ਬਾਅਦ ਗਰੁੱਪ ਦੇ ਵਿੱਚ ਪਾ ਦਾਂਗੇ ਤੇ ਉਹਨਾਂ ਨੂੰ ਆਈ ਥਿੰਕ ਮੈਸੇਜ ਜਿਹੜਾ ਆਪਾਂ ਸਾਰੇ ਦੇਣਾ ਚਾਹੁੰਦੇ ਆ ਉਹ ਕਨਵੇ ਹੋ ਜਾਏਗਾ। ਤੇ ਜੇ ਉਸ ਤੋਂ ਬਾਅਦ ਵੀ ਉਹਨਾਂ ਨੇ ਤੇ ਫਿਰ ਜਦੋਂ ਇਸ ਤੋਂ ਬਾਅਦ ਫਰੈਂਡ ਤੇ ਮੈਂ ਥੋੜਾ ਜਿਹਾ ਬੋਲਣਾਗਾ, ਬਾਅਦ ਫਰੈਂਡ ਤੇ ਬੋਲ ਠੀਕ ਹੈ ਜੀ ਜੀ ਜੀ। ਤੁਸੀਂ ਚੰਨੀ ਜੀ ਇਸ ਟੌਪਿਕ ਤੇ ਹੁਣੇ ਹੀ ਬੋਲ ਲਓ। ਨਹੀਂ ਇਸ ਤੇ ਨਹੀਂ ਬੋਲਣਾ ਜੀ, ਮੈਂ ਤਾਂ ਬਾਅਦ ਚ ਹੀ ਬੋਲਣਾ ਜੀ। ਚਲੋ ਕੋਈ ਨਹੀਂ, ਜਿਨ੍ਹਾਂ ਦਾ ਸੈਸ਼ਨ ਹੈਗਾ ਉਹੀ ਕਰਨ ਜੀ। ਵਿਨੇ ਹਾਂਜੀ, ਤਾਂ ਸਰ ਇਹ ਚਲੋ ਆਪਾਂ ਇੱਕ ਵਾਰੀ ਅਗੇਨ ਸਾਰੇ ਜਿਹੜੇ ਰਿਟਾਇਰਿੰਗ ਆਫੀਸਰਸ ਨੂੰ ਸਾਰੀ ਐਸੋਸੀਏਸ਼ਨ ਵੱਲੋਂ ਹੀ ਜਿਨ੍ਹਾਂ ਨੇ ਜਿਹੜੇ ਸ਼ਾਮਿਲ ਹੈ ਤੇ ਜਿਹੜੇ ਨਹੀਂ ਵੀ ਸ਼ਾਮਿਲ, ਸਾਰੇ ਹੀ ਆਫੀਸਰਸ ਵੱਲੋਂ ਸਾਰੇ ਰਿਟਾਇਰਿੰਗ ਆਫੀਸਰਸ ਨੂੰ ਬਹੁਤ ਮੁਬਾਰਕਾਂ, ਬਹੁਤ ਸਾਡੀਆਂ ਵਿਸ਼ੇਸ ਨੇ ਤੁਹਾਡੀ ਹੈਲਥ ਦੇ ਲਈ ਤੇ ਤੁਹਾਡੀ ਅੱਗੇ ਆਉਣ ਵਾਲੀ ਲਾਈਫ ਦੇ ਲਈ। ਤੇ ਹੁਣ ਮੈਂ ਚਾਹੁੰਦੇ ਹਾਂ ਕਿ ਹੁਣ ਆਪਾਂ ਜਿਹੜਾ ਨੈਕਸਟ ਜਿਹੜਾ ਫੇਜ਼ ਇਸ ਦਾ ਸੈਸ਼ਨ ਦਾ ਜਿਹੜਾ ਹੈ ਸਟਬਲ ਬਰਨਿੰਗ ਇਸ਼ੂ ਜਿਹੜਾ ਚੱਲ ਰਿਹਾ ਰੀਸੈਂਟਲੀ, ਜਿਸ ਤਰ੍ਹਾਂ ਆਪਾਂ ਗਰੁੱਪਸ ਦੇ ਵਿੱਚ ਵੀ ਸ਼ੇਅਰ ਕਰ ਰਹੇ ਹਾਂ ਕਿ ਕਿੰਨੀਆਂ ਜ਼ਿਆਦਾ ਪ੍ਰੋਬਲਮਸ ਆ ਰਹੀਆਂ। ਅਦਰਵਾਈਜ਼ ਹੀ ਫਾਰਮਰਸ ਬੜੇ ਐਜੀਟੇਟਿਡ ਨੇ। ਬਿੱਲ ਇਦਾਂ ਦੇ ਆਪਾਂ ਨੂੰ ਪਤਾ ਹੀ ਹੈ ਕਿ ਜਗ੍ਹਾ ਜਗ੍ਹਾ ਤੇ ਧਰਨੇ ਚੱਲ ਰਹੇ ਆ। ਤਾਂ ਹੁਣ ਪਹਿਲਾਂ ਵੀ ਆਪਾਂ ਨੂੰ ਇਹ ਦਿੱਕਤ ਆਉਂਦੀ ਸੀ ਸਟਬਲ ਬਰਨਿੰਗ ਦੇ ਲਈ ਜਦੋਂ ਆਪਣੀਆਂ ਡਿਊਟੀਆਂ ਲੱਗਦੀਆਂ ਸੀ, ਪਰ ਹੁਣ ਪ੍ਰੈਜ਼ੈਂਟ ਸਿਚੁਏਸ਼ਨ ਦੇ ਵਿੱਚ ਬੜਾ ਹੀ ਜ਼ਿਆਦਾ ਮੁਸ਼ਕਿਲ ਹੋ ਗਿਆ। ਜਿਵੇਂ ਭਵਾਨੀਗੜ੍ਹ ਦੇ ਵਿੱਚ ਰੀਸੈਂਟਲੀ ਆਪਾਂ ਵੀਡੀਓਜ਼ ਵੀ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਨਾਇਬ ਤਹਿਸੀਲਦਾਰ ਖੁਦ ਉੱਥੇ ਜਾ ਕੇ ਉਹਨਾਂ ਨੂੰ ਕਹਿਣਾ ਪਿਆ ਕਿ ਅਸੀਂ ਇਸ ਤੋਂ ਬਾਅਦ ਐਕਸ਼ਨ ਕੋਈ ਵੀ ਨਹੀਂ ਲਵਾਂਗੇ। ਤਾਂ ਇਸ ਸਿਨੈਰੀਓ ਦੇ ਵਿੱਚ ਕੀ ਆਪਣਾ ਅੱਗੇ ਹੋਣਾ ਚਾਹੀਦਾ ਹੈ, ਕਿਉਂਕਿ ਇੱਕ ਪਾਸੇ ਆਪਾਂ ਇਹ ਕਹਿਣ ਤੇ ਫਾਰਮਰ ਦੇ ਕੋਲ ਜਾ ਕੇ ਮਜਬੂਰ ਹਾਂ ਕਿ ਅਸੀਂ ਕੋਈ ਐਕਸ਼ਨ ਨਹੀਂ ਲਵਾਂਗੇ, ਕਿਉਂਕਿ ਜਦੋਂ ਸਿਚੁਏਸ਼ਨ ਇਦਾਂ ਦੀ ਆ ਜਾਂਦੀ ਹੈ, ਜਦੋਂ ਆਪਣਾ ਲੋਅਰ ਸਟਾਫ ਪਟਵਾਰੀਜ਼ ਕਨਗੋਜ਼ ਜਾਂ ਖੁਦ CROs ਨੂੰ ਬੰਦੀ ਬਣਾ ਲਿਆ ਜਾਂਦਾ ਹੈ ਜਾਂ ਇਦਾਂ ਦੇ ਪ੍ਰੋਟੈਸਟ ਹੁੰਦੇ ਜਿਹਦੇ ਵਿੱਚ ਉਹਨਾਂ ਦੀ ਖੁਦ ਦੀ ਲਾਈਫ ਐਂਡੇਂਜਰ ਹੋ ਜਾਂਦੀ ਹੈ, ਤਾਂ ਸਾਨੂੰ ਅਸੀਂ ਉਸ ਦੇ ਵਿੱਚ ਕੀ ਕਰ ਸਕਦੇ ਹਾਂ, ਕੀ ਵੇ ਫੋਰਵਰਡ ਹੋਣਾ ਚਾਹੀਦਾ ਹੈ, ਕੀ ਅਸੀਂ ਗਵਰਨਮੈਂਟ ਨੂੰ ਡਿਮਾਂਡ ਕਰਨੀ ਹੈ, ਕਿੱਦਾਂ ਇਹ ਹੋਣਾ ਚਾਹੀਦਾ। ਇਹ ਸਾਰਾ ਕੁਝ ਆਪਾਂ ਇਸ ਫੇਜ਼ ਦੇ ਵਿੱਚ ਡਿਸਕਸ ਕਰਾਂਗੇ। ਇਹ ਮੀਟਿੰਗ ਰਿਕਾਰਡਿੰਗ ਦੇ ਉੱਤੇ ਲੱਗੀ ਹੋਈ ਹੈਗੀ ਹੈ, ਤਾਂ ਅਗੇਨ ਆਈ ਥਿੰਕ ਕਿ ਜਿਹੜਾ ਆਪਾਂ ਸ਼ੇਅਰ ਕਰ ਸਕਦੇ ਹਾਂ ਤਾਂ ਉਹ ਆਪਾਂ ਸ਼ੇਅਰ ਕਰਦੇ ਰਵਾਂਗੇ। ਉਸ ਤੋਂ ਬਾਅਦ ਜੇ ਵਿੱਚੋਂ ਕੁਝ ਪੋਜ਼ ਤੇ ਲਗਾਣੀ ਹੋਊਗੀ ਤਾਂ ਤੁਸੀਂ ਮੈਨੂੰ ਦੱਸ ਦਿਓ, ਤਾਂ ਮੈਂ ਉਹ ਵਿਚਾਲੇ ਰਿਕਾਰਡਿੰਗ ਆਪਾਂ ਪੋਜ਼ ਕਰ ਦਾਂਗੇ ਜਾਂ ਸਟਾਪ ਕਰ ਦਾਂਗੇ। ਤਾਂ ਮੈਂ ਧੰਮ ਸਰ ਨੂੰ ਰਿਕੁਐਸਟ ਕਰੂੰਗਾ ਕਿ ਉਹ ਇਸ ਨੂੰ ਥੋੜਾ ਸਿਸਟੇਮੈਟਿਕ ਵੇ ਦੇ ਨਾਲ ਅੱਗੇ ਦੱਸਣਗੇ ਕਿ ਕਿਸ ਤਰ੍ਹਾਂ ਆਪਾਂ ਡਿਸਕਸ਼ਨ ਕਰਨੀ ਹੈ। ਧੰਮ ਸਰ। ਹਾਂਜੀ, ਜਿਵੇਂ ਵਿਨੇ ਨੇ ਦੱਸਿਆ, ਇਹ ਆਪਣੀ ਵੈਸੇ ਤਾਂ 4-5 ਸਾਲ ਹੋ ਗਏ ਇਸ 60-37 ਨੂੰ ਆਪਾਂ ਨੂੰ ਨਿਭਾਉਂਦੇ ਹੋਏ। ਹਰ ਸਾਲ ਪੈਡੀ ਸੀਜ਼ਨ ਚ ਪਾਰਟਿਕੂਲਰਲੀ, ਕਿਉਂਕਿ ਵੀਟ ਸੀਜ਼ਨ ਦੇ ਵਿੱਚ ਤਾਂ ਤੂੜੀ ਬਣ ਜਾਂਦੀ ਹੈ ਜਿਹੜਾ ਸਟ੍ਰॉ ਹੁੰਦਾ ਉਹਦਾ, ਬਟ ਪੈਡੀ ਸੀਜ਼ਨ ਦੇ ਵਿੱਚ ਆਪਾਂ ਨੂੰ ਆਲਵੇਜ਼ ਇਹ ਪ੍ਰੋਬਲਮ ਆਉਂਦੀ ਹੈ, ਕਿਉਂਕਿ ਇਹ ਜਿਹੜਾ ਇਹਦਾ ਰੈਜ਼ੀਡਿਊ ਹੈ ਆ ਝੋਨੇ ਦਾ, ਜਿੰਨਾ ਮਤਲਬ ਇਹਦਾ ਕੀ ਕਹਿ ਲਓ ਨਾੜ ਹੈ, ਇਹ ਪਹਿਲੋਂ ਤਾਂ ਮਤਲਬ ਪੁਰਾਣੇ ਸਮੇਂ ਜਦੋਂ ਇਹ ਹਾਰਵੈਸਟਰ ਕੰਬਾਈਨਸ ਨਹੀਂ ਸੀ ਉਦੋਂ ਸਾਰੇ ਹੱਥਾਂ ਨਾਲ ਵੱਢਦੇ ਸੀ, ਉਦੋਂ ਇਹਨੂੰ ਸਟੋਰ ਵੀ ਕਰ ਲੈਂਦੇ ਸੀ ਫਾਰ ਫੋਡਰ, ਜਿਹੜਾ ਮਤਲਬ ਪਸ਼ੂਆਂ ਦੇ ਚਾਰੇ ਲਈ ਸੁੱਕਾ ਤੂੜੀ ਦੀ ਜਗ੍ਹਾ ਤੇ ਵਰਤਦੇ ਸੀ। ਬਟ ਉਹ ਹਾਰਵੈਸਟਰ ਕੰਬਾਈਨਸ ਆਉਣ ਨਾਲ ਇੱਕ ਪੈਡੀ ਦਾ ਬਹੁਤ ਜ਼ਿਆਦਾ ਹੋਣ ਕਰਕੇ ਇਹਦੀ ਯੂਜ਼ ਤਾਂ ਕੋਈ ਰਹਿ ਨਹੀਂ ਗਈ, ਲੋਕਾਂ ਨੇ ਤੂੜੀਆਂ ਜ਼ਿਆਦਾ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਇਹ ਹੁਣ ਅਲਟੀਮੇਟਲੀ ਕਿਸਾਨਾਂ ਦੇ ਕੋਲ ਵੀ ਜਾਂ ਫਾਰਮਰਸ ਕੋਲ ਵੀ, ਮਤਲਬ ਅਸੀਂ ਦਿਸ ਇਜ਼ ਐਡਮਿਟਡ ਫੈਕਟ ਵੀ ਉਹਨਾਂ ਕੋਲ ਵੀ ਕੋਈ ਵੀ ਹੋਰ ਵੇ ਆਊਟ ਨਹੀਂ ਹੈ ਅੱਗ ਲਾਉਣ ਤੋਂ ਪਹਿਲਾਂ। 2-3 ਸਾਲ ਤੋਂ ਵੱਖ-ਵੱਖ ਸਕੀਮਸ ਚੱਲੀਆਂ ਨੇ, ਵੀ ਉਹ ਮਲਚਿੰਗ ਵਾਲੀਆਂ ਮਸ਼ੀਨਸ ਆਈਆਂ ਨੇ, ਪਤਾ ਨਹੀਂ ਹੈਪੀ ਸੀਡਰ ਟਾਈਪ ਇਦਾਂ ਦਾ, ਜੋ ਵੀ ਮਤਲਬ ਇਦਾਂ ਦੇ 3-4 ਮਸ਼ੀਨਸ ਆਈਆਂ ਨੇ, ਬਟ
ਕਿੰਨੀਆਂ ਕਾਮਯਾਬ ਹੋਈਆਂ ਨੇ, ਕਿੰਨੀਆਂ ਨਹੀਂ ਕਾਮਯਾਬ ਹੋਈਆਂ, ਇਹ ਤਾਂ ਉਹ ਕਿਸਾਨਾਂ ਨੂੰ ਪਤਾ, ਜਾਂ ਜੇ ਕੋਈ ਤੁਹਾਡੇ ਚੋਂ ਕੋਈ ਜ਼ਿਮੀਂਦਾਰਾ ਕਰਦਾ ਤਾਂ ਹੀ ਕੈਨ ਐਕਸਪਲੇਨ। ਬਟ ਆਪਣਾ ਜਿਹੜਾ ਇਸ਼ੂ ਹੈ ਉਹ ਇਸ ਵੇਲੇ ਇਹ ਆ ਵੀ ਇਹ ਜੋ ਉਹਨਾਂ ਦੀ ਮਜਬੂਰੀ ਹੈ, ਉਸ ਨੂੰ ਮਜਬੂਰੀ ਨੂੰ ਜਾਂ ਉਹਨਾਂ ਦੀ ਆਦਤ ਨੂੰ ਕੰਟਰੋਲ ਕਰਨ ਲਈ ਪਾਰਟਿਕੂਲਰ ਇੱਕ ਡਿਪਾਰਟਮੈਂਟ ਹੈ, ਜਿਹੜਾ ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨੋਲੋਜੀ ਐਂਡ এনवायरमेंट। ਹੁਣ ਡਿਪਾਰਟਮੈਂਟ ਆਫ ਜਿਹੜਾ এনवायरमेंट ਹੈਗਾ, ਉਹਦੇ ਵਿੱਚ ਇੱਕ ਪਾਰਟਿਕੂਲਰ ਉਹਨਾਂ ਨੇ ਇੱਕ ਡਾਇਰੈਕਟੋਰੇਟ ਬਣਾਇਆ ਹੋਇਆ, that is pollution control board। ਹੁਣ ਇਹ ਫੁੱਲ ਫਲੈਸ਼ ਜਿਹੜੀ ਹੈ, this is the duty of the pollution control board। ਉਹਨਾਂ ਕੋਲ ਥੋੜੇ ਨੇ, ਜ਼ਿਆਦਾ ਨੇ, but they have their own staff, they are independent, their working is independent। and ਪੈਡੀ ਸੀਜ਼ਨ ਤੋਂ ਬਾਅਦ always ਜਿੰਨੀ ਫੈਕਟਰੀਜ਼ ਨੇ, ਜਿੰਨੀਆਂ ਮਿਲਸ ਨੇ, ਜਿੰਨੇ ਬ੍ਰਿਕ ਕਿਲਨਸ ਨੇ, ਸਮਾਲ ਸਕੇਲ ਇੰਡਸਟਰੀ, ਲਾਰਜ ਸਕੇਲ ਇੰਡਸਟਰੀ, ਮੀਡੀਅਮ ਸਕੇਲ ਇੰਡਸਟਰੀ, ਸਾਰੇ ਤਰ੍ਹਾਂ ਦੀ ਜਿਹੜੀ ਇੰਡਸਟਰੀ ਔਰ ਯੂਨਿਟਸ ਨੇ, ਉਹਨਾਂ ਨੂੰ ਉਹ ਕੰਟਰੋਲ ਕਰਦੇ ਨੇ। ਜੇ ਉਹ ਪੀਸ ਟਾਈਮ ਦੇ ਵਿੱਚ ਇੰਨਾ ਕੰਟਰੋਲ ਕਰ ਸਕਦੇ ਆ ਤੇ ਇਹ ਨਹੀਂ ਕਿਹਾ ਜਾ ਸਕਦਾ ਵੀ ਉਹਨਾਂ ਕੋਲ ਸਟਾਫ ਦੀ ਕਮੀ ਹੈ। ਨੋ ਡਾਊਟ ਪੈਡੀ ਸੀਜ਼ਨ ਦੇ ਵਿੱਚ ਜਿੰਨੀ ਸਟਾਫ ਚਾਹੀਦਾ ਉਹਨਾਂ ਨਹੀਂ ਉਹਨਾਂ ਕੋਲ ਹੋਏਗਾ, ਬਟ ਸਟਾਫ ਘੱਟ ਹੋਣਾ ਆਪਣੇ ਆਪ ਦੇ ਵਿੱਚ ਆਪਣੀ ਡਿਊਟੀ ਛੱਡ ਕੇ ਦੂਸਰੇ ਕਿਸੇ ਮਹਿਕਮੇ ਤੇ ਥੋਪ ਦੇਣੀ, ਇਹ ਕੋਈ ਜਸਟੀਫਾਈਡ ਨਹੀਂ ਹੈ। ਠੀਕ ਹੈ, ਜੇ ਉਹਨਾਂ ਕੋਲ ਸਟਾਫ ਘੱਟ ਹੈ ਤਾਂ ਕਿਸੇ ਵੀ ਥਰੂ ਗਵਰਨਮੈਂਟ ਜੋ ਕਰ ਰਹੇ ਨੇ, ਬਾਕੀ ਡਿਪਾਰਟਮੈਂਟਸ ਨੂੰ ਨਾਲ ਐਂਗੇਜ ਕਰ ਲੈਣ, ਬਟ ਅਲਟੀਮੇਟ ਰਿਸਪੌਂਸਿਬਿਲਿਟੀ ਸ਼ੁੱਡ ਬੀ ਵਿਦ ਦਾ ਡਿਪਾਰਟਮੈਂਟ, ਵੀ ਉਹ ਸਾਰਾ ਕੁਝ ਕਰਨਗੇ। ਬਟ ਇੱਥੇ ਕੀ ਹੋ ਰਿਹਾ, ਲਾਸਟ 4-5 ਸਾਲ ਤੋਂ ਆਪਾਂ ਪ੍ਰੋਟੈਸਟ ਨਹੀਂ ਕੀਤਾ, ਜਾਂ ਕਹਿ ਲਓ ਵੀ ਦੈਟ ਵਾਜ਼ ਜਸਟ ਫਾਰਮੈਲਿਟੀਜ਼, ਵੀ ਆਪਾਂ ਵੀ ਉਹ ਚਲਾਨ ਬੁੱਕਾਂ ਹੀ ਆਪਾਂ ਆਪਣੇ ਸਬੋਰਡੀਨੇਟਸ ਜਿਹੜੇ ਸੀ, ਕਾਨੂੰਗੋਸ, ਪਟਵਾਰੀਜ਼, ਉਹਨਾਂ ਨੂੰ ਦੇ ਦਿੰਦੇ ਸੀ। ਹੁਣ ਲੁਧਿਆਣੇ ਦੇ ਵਿੱਚ ਆਈ ਥਿੰਕ ਜਿਹੜੀਆਂ ਉਹ ਚਲਾਨ ਬੁੱਕਸ ਨੇ, ਉਹ ਜਿਹੜੀਆਂ ਉਹ ਪੰਚਾਇਤ ਸੈਕਟਰੀ ਜਿਹੜੇ ਨੇ ਉਹਨਾਂ ਕੋਲ ਨੇ, ਹਨਾ। ਉਹ ਇੱਕ ਮਤਲਬ ਟੀਮ ਵਰਕ ਜਾਂ ਪਟਵਾਰੀ, ਪੰਚਾਇਤ ਸੈਕਟਰੀ ਐਂਡ ਇਹਨਾਂ ਦਾ ਕੋਈ ਨਾ ਕੋਈ ਜਿਹੜਾ ਨੋਡਲ ਆਫਿਸਰ ਹੈ, ਉਹ ਅੱਗ ਲੱਗੀ ਤੇ ਤਾਂ ਕੋਈ ਜਾਂਦਾ ਨਹੀਂ, ਬਟ ਉਸ ਤੋਂ ਬਾਅਦ ਜਾ ਕੇ ਜਸਟ ਕਰਕੇ ਇੱਕ ਫਾਰਮੈਲਿਟੀ ਸੇਕ ਜਿਹਾ ਚਲਾਨ ਦੀ ਕਾਪੀ ਭਰ ਦਿੰਦੇ ਸੀ। ਉਸ ਤੋਂ ਬਾਅਦ ਦੇਖੀ ਜਾਏਗੀ ਜਦੋਂ ਰਿਕਵਰੀਜ਼ ਅਲਟੀਮੇਟਲੀ ਉਹ ਵੀ ਆਪਣੇ ਤੇ ਇਹਨਾਂ ਨੇ ਓਨਰ ਸੁੱਟਿਆ ਹੋਇਆ, ਬਟ ਅਜੇ ਤੱਕ ਕਿਸੇ ਨੇ ਕੀਤੀਆਂ ਨਹੀਂ। ਜੇ ਕੋਈ ਮੌਕੇ ਤੋਂ ਕੋਈ ਆ ਗਿਆ ਤੇ ਦੈਟ ਇਜ਼ ਅਨਦਰ ਥਿੰਗ। ਬਟ ਇਸ ਵੇਲੇ ਜਿਹੜਾ ਹੁਣ ਲਾਸਟ ਜਿਹੜੇ ਐਨਜੀਟੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ 1-2 ਫੈਸਲੇ ਦਿੱਤੇ ਲਾਸਟ ਈਅਰ, ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਇਹਦਾ ਸੂਓ ਮੋਟੋ ਕੋਗਨੀਜੈਂਸ ਲੈ ਲਈ ਇਸ ਇਸ਼ੂ ਦੀ। ਉਹਨਾਂ ਨੇ ਸਾਰੇ ਸਟੇਟਸ ਨੂੰ, ਪਾਰਟਿਕੂਲਰ ਚੀਫ ਸੈਕਟਰੀਜ਼ ਆਫ ਪੰਜਾਬ ਐਂਡ ਹਰਿਆਣਾ ਪਲੱਸ ਦਿੱਲੀ ਨੂੰ ਕਾਲ ਕੀਤਾ, ਕਿਉਂਕਿ ਦਿੱਲੀ ਦੇ ਵਿੱਚ ਮਤਲਬ ਜੋ ਰਿਪੋਰਟ ਹੋ ਰਿਹਾ ਸੀ ਵੀ ਪੋਲਿਊਸ਼ਨ ਦਾ ਲੈਵਲ ਇੰਨਾ ਜ਼ਿਆਦਾ ਵੱਧ ਗਿਆ ਸੀ ਵੀ ਦੈਟ ਵਾਜ਼ ਇਨਹਿਊਮਨ ਕੰਡੀਸ਼ਨਸ ਸ਼ੁਰੂ ਹੋ ਗਈਆਂ ਸੀ। ਐਂਡ ਸੁਪਰੀਮ ਕੋਰਟ ਦੇ ਜਿਹੜੇ ਜੱਜਿਸ ਸੀ, ਮਤਲਬ ਦੇ ਫਾਊਂਡ ਵੀ ਇਟ ਇਜ਼ ਨੋਟ ਕੀ ਕਹਿ ਲਓ ਕਨਵੀਨੀਐਂਟ ਟੂ ਵਰਕ ਇਨ ਦਾ ਬਾਈ ਸਿਟਿੰਗ ਇਨ ਦਾ ਆਫਿਸਿਸ, ਔਰ ਜਦੋਂ ਤੁਸੀਂ ਬਾਹਰ ਜਾਂਦੇ ਹੋ ਰੂਮਸ ਤੋਂ। ਅਲਟੀਮੇਟਲੀ ਉਹਨਾਂ ਨੇ ਬੜੀਆਂ ਸਟ੍ਰਿਕਟ ਗਾਈਡਲਾਈਨਸ ਦਿੱਤੀਆਂ। ਉਸ ਗਾਈਡਲਾਈਨਸ ਦੇ ਵਿੱਚ ਪਾਰਟਿਕੂਲਰ ਕੋਈ ਇਦਾਂ ਦਾ ਸ਼ਬਦ ਤਾਂ ਹੈ ਨਹੀਂ ਜਿਹੜਾ, ਜਿੰਨਾ ਕੋ ਮੈਨੂੰ ਯਾਦ ਹੈ, ਕਿਉਂਕਿ 2 ਸਾਲ ਤੋਂ ਬੀਇੰਗ ਏ ਸਬ ਰਜਿਸਟਰ ਆਈ ਐਮ ਨੋਟ ਵੈਰੀ ਮਚ ਕਨੈਕਟਡ ਵਿਦ ਦਾ ਮਤਲਬ ਇਸ ਕੰਟਰੋਲਿੰਗ ਐਕਸਰਸਾਈਜ਼ ਜਿਹੜੀ ਹੈ। ਬਟ ਚਲੋ ਅਦਰਵਾਈਜ਼ ਨਿਊਜ਼ਪੇਪਰਸ ਐਂਡ ਤੁਹਾਡੇ ਜਰੀਏ ਤੇ ਜੋ ਵੀ ਦੇਖਿਆ, ਜੋ ਆਪਣੇ ਗਰੁੱਪ 'ਚ ਆਇਆ, ਉਹਦੇ ਮੁਤਾਬਕ ਕੋਈ ਐਸ ਸੱਚ ਸਪੈਸੀਫਿਕ ਆਰਡਰ ਨਹੀਂ ਸੀ ਵੀ ਰੈਵਨਿਊ ਅਫਸਰ ਹੀ ਇਹ ਕੰਮ ਕਰਨਗੇ, ਬਟ ਅਲਟੀਮੇਟਲੀ ਕਰਨਾ ਪੈ ਰਿਹਾ। ਹੁਣ ਜਿਹੜਾ ਕੱਲ ਇੱਕ ਆਰਡਰ ਇਹਨਾਂ ਨੇ 25/9 ਨੂੰ ਪਾਇਆ, ਉਹਦੇ ਵਿੱਚ ਮੈਂ ਅੱਜ ਸਵੇਰੇ ਪੜ੍ਹਿਆ, ਰਾਤ ਤਾਂ ਮੈਂ ਪੜ੍ਹਿਆ ਨਹੀਂ, ਬਟ ਮੈਂ ਸਵੇਰੇ ਜਦੋਂ ਦੇਖਿਆ ਵੀ ਉਹਦੇ ਵਿੱਚ all works they use the word with that we have delegated the powers to the Department of Agriculture and Department of Revenue, ਹੈ ਨਾ। ਹੁਣ ਜਦੋਂ ਡੈਲੀਗੇਟ ਹੀ ਕਰ ਰਿਹਾ, ਇਟ ਮੀਨਸ ਦੇ ਆਰ ਸੁਪਰ ਬੌਸਿਸ, ਦੇ ਵਿਲ ਜਸਟ ਕੀ ਕਹਿ ਲਓ, ਜਿਵੇਂ ਉਹ ਸਵੇਰੇ ਬੈਂਸ ਸਾਹਿਬ ਨੇ ਕਿਹਾ ਸੀ ਵੀ ਖਾਣ ਪੀਣ ਨੂੰ ਬਾਂਦਰੀ, ਡੰਡੇ ਖਾਣ ਨੂੰ ਰਿਛ, ਇਹ ਤਾਂ ਉਹ ਕੰਮ ਹੋ ਗਿਆ ਵੀ ਅਦਰਵਾਈਜ਼ ਤਾਂ ਦੇ ਆਰ ਦਾ ਸੁਪਰ ਬੌਸ। ਤੇ ਇੱਥੇ ਆ ਕੇ ਜਦੋਂ ਹੁਣ ਜਿੱਥੇ TDS ਵਰਕ ਹੈ, ਜਿੱਥੇ ਮਿਹਨਤ ਕਰਨੀ ਪੈਣੀ ਹੈ, ਇੱਥੇ ਰੈਵਨਿਊ ਐਂਡ ਐਗਰੀਕਲਚਰ। ਹੁਣ ਇਹ
ਮਤਲਬ ਇਹਦਾ ਇੱਕ ਪੁਆਇੰਟ, ਇੱਕ ਵਿਊ ਪੁਆਇੰਟ ਤਾਂ ਇਹ ਹੈ। ਸੈਕੰਡ ਵਿਊ ਪੁਆਇੰਟ ਜਿਹੜਾ ਆਈ ਐਮ ਵੈਰੀ ਮਚ ਆਫ ਦੈਟ ਵਿਊ, ਮੈਂ ਆਲਵੇਜ਼ ਰਿਹਾ ਵੀ ਆ, ਤੇ ਔਰ ਮੈਨੂੰ ਇਹਦੇ ਵਿੱਚ ਕੋਈ ਆਪਣੀ ਰਿਪੈਂਟੈਂਸ ਵੀ ਨਹੀਂ ਦਿਸਦੀ ਵੀ ਮੇਰਾ ਇਹ ਵਿਊ ਹਮੇਸ਼ਾ ਰਿਹਾ ਵੀ ਬੀਇੰਗ ਏ ਪਿਵਟ ਕਹਿ ਲਓ ਆਫ ਐਡਮਿਨਿਸਟ੍ਰੇਸ਼ਨ ਔਰ ਨੋਡਲ ਡਿਪਾਰਟਮੈਂਟ ਆਫ, ਜਾਂ ਕਹਿ ਲਓ ਵੀ ਥੋੜੀ ਬਹੁਤ ਜੇ ਅਗਰ ਆਪਾਂ ਨਿਊਸੈਂਸ ਆਪਣੀ ਬਣਾ ਕੇ ਰੱਖਣੀ ਹੈ ਤਾਂ ਵੀ ਹੈਵ ਟੂ ਵਾਕ ਐਕਸਟਰਾ ਮਾਈਲ, ਹਨਾ। ਉਹ ਹੁਣ ਜਿਹੜਾ ਐਕਸਟਰਾ ਮਾਈਲ ਹੈ ਜਾਂ ਜਿਹੜਾ ਐਕਸਟਰਾ ਵਰਕ ਹੈ, ਅਸੀਂ ਦੂਜੇ ਡਿਪਾਰਟਮੈਂਟਸ ਦੇ ਵਿੱਚ ਆਪਣੀ ਇਨਵੋਲਵਮੈਂਟ ਕਿੰਨੀ ਕੁ ਰੱਖਣੀ ਹੈ, ਦੈਟ ਇਜ਼ ਅਗੇਨ ਪੁਆਇੰਟ ਆਫ ਕੰਸੀਡਰੇਸ਼ਨ। ਬਟ ਮੈਂ ਜਦੋਂ ਸਵੇਰੇ ਲੈਟਰ ਦੇਖਿਆ, ਮੈਨੂੰ ਕਿਸੇ ਵੀ ਸੂਰਤ ਵਿੱਚ ਇਹ ਲੈਟਰ ਇਸ ਪੱਖੋਂ ਨਹੀਂ ਚੰਗਾ ਲੱਗਾ ਵੀ ਟੋਟਲੀ ਜਿੰਨੀ ਰਿਸਪੌਂਸਿਬਿਲਿਟੀਜ਼ ਨੇ ਉਹ ਇਹ ਕਹਿਣ ਜੀ ਅਸੀਂ ਡੈਲੀਗੇਟ ਕਰਤੀਆਂ ਤੇ ਆਹ 2 ਡਿਪਾਰਟਮੈਂਟਸ ਕਰਨਗੇ। ਮੈਂ ਇੱਕ ਲੈਟਰ ਵੀ ਡਰਾਫਟ ਕੀਤਾ, ਮੈਂ ਅੱਗੇ ਤਪਨ ਨੂੰ ਭੇਜ ਦਿੱਤਾ ਸੀ। ਤੁਹਾਡੇ ਵਿਊਜ਼ ਜਿੰਨੇ ਰਾਤ ਦੇ ਡਿਸਕਸ਼ਨ ਚੱਲਦੇ ਪਏ ਉਹਦੇ ਵਿੱਚ 7 ਤੋਂ 8 ਬੰਦਿਆਂ ਦੇ ਹੀ ਵਿਊਜ਼ ਚੱਲੀ ਗਏ ਨੇ। ਐਂਡ ਮੈਂ ਅੱਗੇ ਇੱਕ ਗਰੁੱਪ ਚ ਪਾਇਆ ਵੀ ਸੀ ਵੀ ਲਾਸਟ ਟਾਈਮ ਆ ਜਦੋਂ ਆਪਣੇ ਇਹ ਸ਼ੁਰੂ ਹੋਇਆ ਸੀ ਲੋਕਡਾਊਨ ਤੋਂ ਬਾਅਦ ਪਟਵਾਰੀਜ਼ ਨੂੰ ਕਿਹਾ ਗਿਆ ਸੀ ਵੀ ਆਪਣੇ ਉਹ ਇੰਤਕਾਲਾਂ ਵਗੈਰਾ ਜਾਂ ਜਮਾਬੰਦੀਆਂ ਦਾ ਜਿਹੜਾ ਵਰਕ ਪੈਂਡਿੰਗ ਹੈ ਉਹ ਇਹ ਕਰਨ ਸ਼ੁਰੂ। ਤੇ ਉਹਦੇ ਵਿੱਚ ਮੈਂ ਇੱਕ ਮੈਸੇਜ ਪਾਇਆ ਸੀ ਵੀ ਜਦੋਂ ਤੱਕ ਆਪਾਂ ਨੂੰ ਕਿਤੋਂ ਆਰਡਰ ਨਹੀਂ ਕਰ ਦਿੱਤਾ ਜਾਂਦਾ ਤੇ ਆਪਾਂ ਨੂੰ PLRS ਵਾਲੇ ਜਾਂ ਇਧਰੋਂ DSM ਵਗੈਰਾ ਕਹਿ ਰਹੇ ਸੀ ਜੀ ਤੁਸੀਂ ਸਾਰੇ ASMs ਨੂੰ ਬੁਲਾ ਕੇ ਆਪਣਾ ਸਟਾਫ ਨਾਲ ਬੁਲਾ ਕੇ ਪਟਵਾਰੀ ਕਾਨੂੰਗੋ ਤੋਂ ਕੰਮ ਕਰਵਾਓ। ਤੇ ਮੈਂ ਇੱਕ ਮੈਸੇਜ ਪਾਇਆ ਸੀ ਵੀ ਜਦੋਂ ਤੱਕ ਕੋਰਟ ਵੱਲੋਂ ਨਾ ਗਵਰਨਮੈਂਟ ਵੱਲੋਂ ਪਰਟੀਕੂਲਰ ਸਾਡੇ ਡਿਪਾਰਟਮੈਂਟ ਵੱਲੋਂ ਕੋਈ ਇੰਸਟਰਕਸ਼ਨਾਂ ਨਹੀਂ ਆਉਂਦੀਆਂ ਵੀ ਵੀ ਵਿਲ ਨਾਟ ਫੋਲੋ ਦਾ ਡਾਇਰੈਕਸ਼ਨਸ, ਮਤਲਬ ਦਾ ਕੀ ਕਹਿ ਲਓ PLRS ਡਿਪਾਰਟਮੈਂਟ ਔਰ DSM ਜੋ ਵੀ ਡਾਇਰੈਕਸ਼ਨ ਔਰ ਸੁਜੈਸ਼ਨਸ ਵਟਐਵਰ ਵੀ ਕੈਨ ਸੇ। ਤੇ ਮੈਨੂੰ ਯਾਦ ਹੈ ਵੀ ਇੱਕ ਆਪਣੇ ਤਹਿਸੀਲਦਾਰ ਸਾਹਿਬ ਦਾ ਮੈਨੂੰ ਫੋਨ ਆਇਆ ਵੀ ਤੁਸੀਂ ਆ ਕਿਹਾ ਬਟ ਮੇਰੇ SDM ਨਾਲ ਮੇਰੇ ਸੰਬੰਧ ਬਹੁਤ ਚੰਗੇ ਆ ਤੇ ਉਹ ਮੈਨੂੰ ਕਹਿ ਰਿਹਾ ਵੀ ਤੁਸੀਂ ਤਹਿਸੀਲਦਾਰ ਸਾਹਿਬ ਇਹ ਕਰੋ। ਤੇ ਮੈਂ ਕਿਹਾ ਯਾਰ ਇਦਾਂ ਤਾਂ ਹਰ ਇੱਕ SDMs ਦੇ ਸਾਰੇ ਤਹਿਸੀਲਦਾਰ ਨਾਲ ਚੰਗੇ ਆ ਤੇ ਫਿਰ ਆਪਾਂ ਮਤਾ ਜਾਂ ਆਪਾਂ ਕੋਈ ਵੀ ਡਿਸੀਜਨ ਲੈਣੇ ਹੀ ਕਿਉਂ ਵੀ ਅਲਟੀਮੇਟਲੀ ਵੀ ਹੈਵ ਟੂ ਮਤਲਬ ਕੀ ਕਹਿ ਲਓ ਕਰਨਾ ਪਏਗਾ ਨਾਰਾਜ਼ ਉਹਨਾਂ ਨੂੰ ਰਿਫਿਊਜ਼ ਆਪਣੇ SDMs ਨੂੰ। ਬਟ ਉਹਨੇ 2 ਮਿੰਟ ਲਾ ਕੇ 4 ਮਿੰਟ ਲਾ ਕੇ ਅਲਟੀਮੇਟਲੀ ਕਹਿੰਦਾ ਨਹੀਂ ਜੀ ਮੈਂ ਨਹੀਂ, ਮੇਰੇ ਤਾਂ ਸੰਬੰਧ ਬਹੁਤ ਚੰਗੇ। ਤੇ ਮੈਂ ਯਾਰ ਦੈਨ ਯੂ ਕੈਨ ਡਿਸਾਈਡ ਮਤਲਬ ਯੂਅਰ ਓਨ ਵੇ। ਹੁਣ ਮੇਰਾ ਇਹ ਆ ਵੀ ਮੈਂ ਮਤਲਬ ਸਮ ਅਪ ਕਰਨ ਲੱਗਾ ਸੀ, ਇਸ ਤੋਂ ਬਾਅਦ ਇਹਨੂੰ ਐਂਕਰਿੰਗ ਤਾਂ ਜਿਹੜਾ ਟੋਟਲ ਡਿਟੇਲ ਦੇ ਵਿੱਚ ਕਰਨਗੇ ਤਪਨ ਜੀ, ਮੈਂ ਇਹਨਾਂ ਨੂੰ ਰਾਤੀ ਕਿਹਾ ਸੀ ਵਿਦ ਫੈਕਟਸ ਐਂਡ ਫਿਗਰਸ। ਬਟ ਮੇਰਾ ਇਹ ਸੀ ਵੀ ਜੇ ਆਪਾਂ ਕਿਸੇ ਤਰ੍ਹਾਂ ਦਾ ਵੀ ਇਹਦਾ ਡਿਸੀਜਨ ਲੈਣਾ ਉਹ ਇਸ ਤਪਨ ਦੇ ਪੁੱਟ ਅਪ ਕਰਨ ਤੋਂ ਬਾਅਦ ਜਦੋਂ ਸਾਰੇ ਫੈਕਟਸ ਦੈਨ ਵੀ ਵਿਲ ਡਿਸਕਸ ਵੀ ਆਪਾਂ ਡਿਸੀਜਨ ਕੀ ਲੈਣਾ। ਬਟ ਜੇ ਲੈਣਾ ਪਰ ਮੈਂ ਉਹ ਪਹਿਲੋਂ ਆਪਣੀ ਇੱਕ ਰਿਜ਼ਰਵੇਸ਼ਨ ਤੁਹਾਨੂੰ ਦੱਸ ਦਿਆਂ ਜਿੰਨੀ ਕੁ ਰਾਤ ਦੀ ਆਪਣੀ ਡੈਲੀਬਰੇਸ਼ਨਸ ਚੱਲ ਰਹੀਆਂ ਨੇ 7-8 ਬੰਦਿਆਂ ਤੋਂ ਵੱਧ ਪਾਰਟਿਸਿਪੇਟ ਨਹੀਂ ਕੀਤਾ। ਹੁਣ ਇਹ ਇੱਕ ਪੁਆਇੰਟ ਜਿਹੜਾ ਨਾ ਇਹ ਜਿੰਨੇ ਵੀ ਜੋ ਵੀ ਅਸਰਟ ਕਰਨਾ ਉਹ ਪੁਆਇੰਟ ਜ਼ਰੂਰ ਸੋਚ ਕੇ ਚੱਲਿਓ ਵੀ ਵੀ ਹੈਵ ਟੂ ਐਂਟਾਗਨਾਈਜ਼ ਆਵਰ SDMs ਐਂਡ DCs। ਜੇ ਆਪਣੇ ਬੰਦੇ ਡੇਅਰ ਕਰ ਸਕਦੇ ਆ ਤਾਂ ਦੈਨ ਆਈ ਐਮ ਰੈਡੀ ਟੂ ਪਾਸ ਰੈਜ਼ੋਲੂਸ਼ਨ ਜੇ ਆਪਾਂ ਨੂੰ ਲੱਗਦਾ। ਤੇ ਹੁਣ ਤਪਨ ਨੂੰ ਕਰਾਂਗਾ, ਤਪਨ ਭਨੋਟ ਜੀ ਨੂੰ ਰਿਕੁਐਸਟ ਵੀ ਉਹ ਇੱਕ ਵਾਰ ਇਹਦੇ ਤੇ ਡਿਟੇਲ ਫੈਕਟਸ ਦੱਸਣ ਜੋ ਉਹਨਾਂ ਦੇ ਕੋਲ ਨੇ, ਫਿਰ ਆਪਾਂ ਡਿਸਾਈਡ ਕਰ ਲੈ ਜੀ। ਥੈਂਕ ਯੂ ਸਰ, ਤੁਸੀਂ ਬੜਾ ਵਧੀਆ ਸਮਰਾਈਜ਼ ਕੀਤਾ ਆਲਰੇਡੀ। ਤਾਂ ਤਪਨ ਸਰ ਕਾਈਂਡਲੀ ਅਨਮਿਊਟ ਕਰ ਲਓ। ਆਈ ਥਿੰਕ ਕਰ ਲਿਆ ਤਪਨ ਸਰ ਨੇ। ਹਾਂਜੀ ਤਪਨ ਸਰ ਪਲੀਜ਼ ਕੰਟੀਨਿਊ ਕਰਿਓ। ਹਾਂਜੀ ਜੀ, ਵੈਸੇ ਤਾਂ ਸਰ ਨੇ ਧੰਨ ਸਰ ਨੇ ਨਾ ਸਾਰੇ ਜਿੰਨੀ ਸਿਚੁਏਸ਼ਨ ਹੈ ਉਸ ਨੂੰ ਬਹੁਤ ਵਧੀਆ ਤਰੀਕੇ ਨਾਲ ਬੜਾ ਕੰਪਰੀਹੈਂਸਿਵਲੀ ਸਰ ਨੇ ਸਾਰੀ ਚੀਜ਼ ਦੱਸ ਦਿੱਤੀ ਹੋਈ ਆ। ਤੇ ਬਾਕੀ ਜਿਹੜਾ 2-3 ਚੀਜ਼ਾਂ ਹੀ ਆ ਉਹ ਵੀ ਸਿਰਫ ਇਸ ਚੀਜ਼ ਨੂੰ ਸਬਸਟੈਂਸ਼ੀਏਟ ਕਰਨ ਲਈ ਹੀ ਕਹਿਣ ਲੱਗਿਆ, ਕਿਉਂਕਿ ਸਰ ਨੇ ਜਿਹੜਾ ਰੈਜ਼ੋਲੂਸ਼ਨ ਡਰਾਫਟ ਕੀਤਾ ਆ ਉਹ ਵੀ ਬਿਲਕੁਲ ਪਰਫੈਕਟ ਹੈਗਾ। ਜੋ ਗੱਲ ਸ਼ਾਇਦ ਮੈਂ ਆਪਣੀ ਗੱਲ ਕਰਾਂ ਜੇ ਮੇਰੇ ਮਨ 'ਚ ਸੀ ਕਿ ਅਸੀਂ ਇਸ ਚੀਜ਼ ਤੋਂ ਭੱਜਦੇ ਨਹੀਂ ਪਏ, ਅੱਗੇ ਵੀ ਕਰਦੇ ਰਹੇ ਹਾਂ, ਕਰਾਂਗੇ ਹੁਣ ਵੀ। ਬਟ ਕਿਸੇ ਡਿਪਾਰਟਮੈਂਟ ਦੀ ਹੋਲੀ ਸੋਲੀ ਜੇ ਰਿਸਪੌਂਸਿਬਿਲਿਟੀ ਅਗਲਾ ਇਹ ਕਹਦੇ ਜੀ ਡੈਲੀਗੇਟ ਵਰਡ ਯੂਜ਼ ਕਰਕੇ ਸਾਡੇ ਤੇ ਪਾ ਦੇਵੇ, ਦੈਨ ਦੈਟ ਇਜ਼ ਰੋਂਗ। ਉਹ ਸਰ ਨੇ ਵੈਸੇ ਉਹਦੇ ਰੈਜ਼ੋਲੂਸ਼ਨ 'ਚ ਹੀ ਉਹਨੂੰ ਡਰਾਫਟ ਇੱਦਾਂ ਕੀਤਾ ਹੋਇਆ ਵੀ ਉਹ ਉਸੇ ਚੀਜ਼ ਤੇ ਉਹਨਾਂ ਨੇ ਕਨਸੈਂਟਰੇਟ ਕੀਤਾ ਹੋਇਆ। ਸੋ ਤਾਂ ਦੈਟ ਇਜ਼ ਪਰਫੈਕਟ।
ਸੋ ਸਰ ਜੇ ਉਹ ਰੈਜ਼ੋਲੂਸ਼ਨ ਆਪਾਂ ਸ਼ੇਅਰ ਵੀ ਕਰਨਾ ਚਾਹੁੰਦੇ ਆ, ਤੁਸੀਂ ਮੈਨੂੰ ਭੇਜ ਹਾਂ, ਉਹ ਦਿਓ। ਸਰ ਕਰਨਗੇ। ਸਰ ਨੇ ਕੀਤਾ, ਮੈਂ ਨਹੀਂ ਡਰਾਫਟ ਕੀਤਾ ਹੈਗਾ, ਹਾਂ, ਉਹ ਸਰ ਨੇ ਕੀਤਾ ਹੈ। ਮਤਲਬ ਵੈਸੇ ਤਾਂ ਆਪਾਂ ਮੀਟਿੰਗ ਦੇ ਵਿੱਚ ਦਿਖਾਉਣਾ ਚਾਹੁੰਦੇ ਹਾਂ, ਇੱਥੇ ਸ਼ੇਅਰ ਕਰਨਾ ਚਾਹੁੰਦੇ ਹਾਂ screen। ਉਹ ਸਰ ਭੇਜ ਦੇਣਗੇ ਤੁਹਾਨੂੰ ਗਰੁੱਪ ਦੇ ਵਿੱਚ। ਵੈਸੇ ਮੈਂ 1-2 ਪੁਆਇੰਟਸ ਕਹਿਣ ਲੱਗਿਆ ਹੈਗਾ ਜਿੱਥੋਂ ਸਾਰੀ ਗੱਲ ਸ਼ੁਰੂ ਹੋਈ ਹੈ। ਐਨਜੀਟੀ ਦੇ 2 ਕੇਸਿਸ ਸੀਗੇ, ਇੱਕ 2015 ਦਾ ਸੀਗਾ, ਇੱਕ 2018 ਦਾ। 2018 ਦਾ ਜਿਹੜਾ ਗੰਗਾ ਲਲਵਾਨੀ ਵਾਲਾ ਕੇਸ ਹੈਗਾ, ਜਿਹਦੇ ਸਬਸੀਕੁਐਂਟ ਹੁਣ ਆਰਡਰਸ ਕੀਤੇ ਆ, ਤੁਸੀਂ ਉਸ ਕੇਸ ਦੀਆਂ ਸਾਰੀਆਂ ਇੰਟੈਰਿਮ ਪ੍ਰੋਸੀਡਿੰਗਸ ਦੇਖ ਲਓ, ਚਾਹੇ ਫਾਈਨਲ ਪ੍ਰੋਸੀਡਿੰਗਸ ਦੇਖ ਲਓ। ਉਹਦੇ ਵਿੱਚ ਉਹਨਾਂ ਨੇ ਇਹੀ ਕਿਹਾ ਆ ਕਿ steps have to be taken on both the ways. ਪਹਿਲੀ ਗੱਲ ਤਾਂ compensating the farmers ਕਿ and educated them that they should use, ਉਹ ਯੂਜ਼ ਕਰਨ ਜਿਹੜੀਆਂ ਟੈਕਨੋਲੋਜੀਜ਼ ਇਦਾਂ ਦੀਆਂ ਜਿਨ੍ਹਾਂ ਨਾਲ ਕਿ ਪੈਡੀ ਨੂੰ ਬਰਨ ਨਾ ਕਰਨਾ ਪਵੇ, ਪੈਡੀ ਸਟ੍ਰॉ ਨੂੰ ਬਰਨ ਨਾ ਕਰਨਾ ਪਵੇ। ਤੇ ਸੈਕਿੰਡ ਚੀਜ਼ ਜਿਹੜੀ ਹੈਗੀ ਆ, ਜਿਹੜੀ ਪੀਨਲ ਪ੍ਰੋਵੀਜ਼ਨਸ ਦੀ, ਉਹ ਤਾਂ ਬਾਅਦ ਵਿੱਚੋਂ ਆਉਂਦੀ ਹੈਗੀ ਆ। ਇਸ ਤੋਂ ਪਹਿਲਾਂ ਕੀ ਕੰਡੀਸ਼ਨ ਸੀਗੀ, ਇਹਦੇ ਵਿੱਚ 3 ਸਟੈਪਸ ਸੀਗੇ। ਜੇ ਪੀਨਲ ਪ੍ਰੋਵੀਜ਼ਨਸ ਦੀ ਗੱਲ ਕਰਾਂ, ਪਹਿਲੀ ਇਜ਼ ਰਿਗਾਰਡਿੰਗ ਜਿਹੜੀਆਂ SMS ਤੋਂ ਬਿਨਾ ਹਾਰਵੈਸਟਰ ਕੰਬਾਈਨਸ ਹੈਗੀਆਂ, ਉਹ ਚੱਲਣ ਤੇ ਜਿਹੜੀ ਪੈਨਲਟੀ ਲੱਗਦੀ ਸੀ, ਉਹ ਅੱਗੇ ਐਗਰੀਕਲਚਰ ਡਿਪਾਰਟਮੈਂਟ ਤੇ SDO ਪੋਲਿਊਸ਼ਨ ਕੰਟਰੋਲ ਬੋਰਡ ਕਰਦਾ ਹੁੰਦਾ ਸੀਗਾ। ਸੈਕਿੰਡ ਜਿਹੜੀ ਪੈਨਲਟੀ ਸੀ, ਜਦੋਂ ਆਪਾਂ ਖੇਤਾਂ ਦੇ ਵਿੱਚ ਜਾਂਦੇ ਸੀ ਤਾਂ ਕਿਸੇ ਵੀ ਕਿਸਾਨ ਨੂੰ ਸਟ੍ਰॉ ਬਰਨਿੰਗ ਕਰਦੇ ਦੇਖ ਲੈਂਦੇ ਹੁੰਦੇ ਸੀ, ਉੱਥੇ ਜਿਹੜਾ ਚਲਾਨ ਇੱਕ ਕਰਦੇ ਹੁੰਦੇ ਸੀ, ਉਹ ਆਪਾਂ ਵੀ ਕਰਦੇ ਰਹੇ ਆ, ਉਹ ਅਲੱਗ-ਅਲੱਗ ਡਿਪਾਰਟਮੈਂਟਸ ਵਾਲੇ ਵੀ ਕਰਦੇ ਰਹੇ, ਕੋਆਰਡੀਨੇਟਿੰਗ ਆਫੀਸਰਸ ਲਗਾਏ ਹੁੰਦੇ ਸੀਗੇ। ਨੰਬਰ 3 ਤੇ ਸੀ ਜਿਹਨਾਂ ਦੀ ਪੈਨਲਟੀ 15 ਦਿਨਾਂ ਦੇ ਅੰਦਰ ਅੰਦਰ ਉਹ ਜਮ੍ਹਾਂ ਨਹੀਂ ਕਰਾਉਂਦੇ ਹੈਗੇ, ਤਾਂ ਉਹਦੀ ਰਿਕਵਰੀ ਦੇ ਰਿਗਾਰਡਿੰਗ ਪ੍ਰੋਸੀਕਿਊਸ਼ਨ ਫਾਈਲ ਕਰ ਸਕਦੇ ਆ। ਜਿਹੜਾ ਇਹਨਾਂ ਦਾ 에ਅਰ ਪੋਲਿਊਸ਼ਨ ਵਾਲਾ ਐਕਟ ਹੈਗਾ, ਉਹਦੇ ਅੰਡਰ ਉਹ ਹੋਲੀ ਸੋਲੀ ਜਿਹੜਾ ਸੀ ਇਹ ਡਿਪਾਰਟਮੈਂਟ ਦੇ SDO ਹੀ ਕਰਦੇ ਹੁੰਦੇ ਸੀਗੇ। ਜੋ ਬਾਦਲ ਜੀ ਨਾਲ ਗੱਲ ਹੋ ਰਹੀ ਸੀ, ਉਹ ਤੁਹਾਨੂੰ ਦੱਸਣਗੇ ਵੀ ਕਿ ਉਹ ਪ੍ਰੋਸੀਕਿਊਸ਼ਨ ਲਾਂਚ ਕਰਨ ਲਈ ਪ੍ਰਾਈਵੇਟ ਐਡਵੋਕੇਟ ਹਾਇਰ ਕਰਨਾ ਪਿਆ, ਤੇ ਉਹ ਜਿਹੜਾ ਐਡਵੋਕੇਟ ਸੀਗਾ ਉਹਨੇ ਕਾਫੀ ਜ਼ਿਆਦਾ ਅਮਾਉਂਟ ਚਾਰਜ ਕੀਤਾ ਹੋਇਆ ਸੀਗਾ। ਸੋ ਇਹ ਜਿਹੜੀਆਂ ਤਿੰਨੋਂ ਰਿਸਪੌਂਸਿਬਿਲਟੀਜ਼ ਆ, ਹੁਣ ਇਹਨਾਂ ਨੇ ਐਗਰੀਕਲਚਰ ਤੇ ਰੈਵਨਿਊ ਨੂੰ ਪਾਤਾ। ਹੁਣ ਐਗਰੀਕਲਚਰ ਦਾ ਕਾਰਗੁਜ਼ਾਰੀ ਆਪਾਂ ਨੂੰ ਪਤਾ ਹੀ ਆ ਕਿ ਕਿੰਨਾ ਕੁ ਉਹਨਾਂ ਨੇ ਇਸ ਚੀਜ਼ 'ਚ ਇਨਵੋਲਵ ਹੋਣਾ। ਉਹਨਾਂ ਕੋਲ ਵੀ ਮੈਨ ਪਾਵਰ ਘੱਟ ਹੈ, ਇਹਦੇ 'ਚ ਕੋਈ ਮਤਲਬ ਗੱਲ ਲੁਕੀ ਨਹੀਂ ਹੈ। ਸੋ ਅਲਟੀਮੇਟਲੀ ਜਿਹੜੀ ਰਿਸਪੌਂਸਿਬਿਲਟੀ ਆ ਉਹ ਆਪਾਂ ਤੇ ਆ ਜਾਣੀ ਹੈ। ਸੈਕਿੰਡ ਜਿਹੜਾ ਇਹਨਾਂ ਦਾ ATR ਐਪ ਹੈਗਾ, ਐਪ ਨੋ ਡਾਊਟ ਬਹੁਤ ਵਧੀਆ, ਮੈਂ ਉਹਦਾ ਦੇਖਿਆ, ਹੈਂਡਸ ਔਨ ਟ੍ਰੇਨਿੰਗ ਵੀ ਲਿੱਤੀ ਹੈਗੀ ਆ। ਬਟ ਉਹਦੇ 'ਚ ਇੱਕ ਮੈਟਰ ਇਹ ਆ, ਇੱਕ ਲਗਾਏ ਜਾਂਦੇ ਆ ਨੋਡਲ ਆਫੀਸਰ। ਫਰਸਟ ਜਿਹੜਾ ਆ, ਜਦੋਂ ਕੋਈ ਇਨਸੀਡੈਂਟ ਹੁੰਦਾ ਆ, ਉਹ ਨੋਡਲ ਆਫੀਸਰ ਦੇ ਲੌਗਇਨ 'ਚ ਜਾਂਦਾ, ਉਹਦਾ ਲੌਗਇਨ ਰੈੱਡ ਹੋ ਜਾਂਦਾ ਤੇ ਉਹਨੇ ਮੌਕੇ ਤੇ ਜਾ ਕੇ ਰਿਪੋਰਟ ਕਰਨੀ ਹੈਗੀ ਆ। ਸੋ ਆਈ ਥਿੰਕ ਇਹ ਚੀਜ਼ ਪੋਸੀਬਲ ਕਿੰਨੀ ਕੁ ਹੁੰਦੀ ਆ, ਕਿਉਂਕਿ ਮੈਂ ਆਪਣੀ ਸਬ ਡਿਵੀਜ਼ਨ ਦੀ ਗੱਲ ਕਰਾਂ, ਅਸੀਂ ਇੱਥੇ ਮੋਸਟਲੀ ਕਾਫੀ ਜ਼ਿਆਦਾ ਜਿਹੜੇ ਕੋਆਪਰੇਟਿਵ ਸੈਕਟਰੀਜ਼ ਲਗਾਏ ਹੋਏ ਸੀ ਨੋਡਲ ਆਫੀਸਰਸ, ਬਟ ਉਹਨਾਂ ਦੇ ਇੱਕ ਹੁਣ ਅਲੱਗ ਰਿਟ ਚੱਲਦੀ ਪਈ ਹਾਈ ਕੋਰਟ ਦੇ ਵਿੱਚ, ਤੇ ਉਸ ਰਿਟ ਦੇ ਕਨਸੀਕੁਐਂਟ ਜਾਂ ਡਿਊਰਿੰਗ ਦਾ ਪ੍ਰੋਸੈਸਿੰਗ ਆਫ ਦੈਟ ਰਿਟ ਹੁਣ ਕਾਫੀ ਜਗ੍ਹਾ ਤੇ ਆਰਡਰਸ ਉਹ ਵਿਡਰਾਅ ਹੋਣੇ ਵੀ ਸ਼ੁਰੂ ਹੋ ਗਏ ਆ। ਸੋ ਵੀ ਆਰ ਆਲਰੇਡੀ ਫਾਈਂਡਿੰਗ ਕਿ ਸਾਡੇ ਕੋਲ ਨੋਡਲ ਆਫੀਸਰਸ ਥੋੜੇ ਹੈਗੇ ਆ। ਸੋ ਸੈਕਿੰਡ, ਉਸ ਤੋਂ ਬਾਅਦ ਜਾਂਦੀ ਹੈ ਪਟਵਾਰੀ ਦੇ ਲੌਗਇਨ 'ਚ। ਜਦੋਂ ਉਹ ਓਕੇ ਕਰ ਦਿੰਦਾ ਕਿ ਉਹਨੇ ਕੀ ਅੱਗ ਲੱਗੀ ਉੱਥੇ ਪਾਈ ਜਾਂ ਨਹੀਂ ਪਾਈ। ਔਰ ਇੱਕ ਉਹਦੇ ਵਿੱਚ ਹੋਰ ਆਪਸ਼ਨ ਆ, ਜੋ ਲਾਸਟ ਈਅਰ ਸ਼ਾਇਦ ਤੁਹਾਨੂੰ ਯਾਦ ਹੋਊਗਾ, ਜਦੋਂ ਆਪਾਂ ਜਾਂਦੇ ਹੁੰਦੇ ਸੀ ਤਾਂ ਲੋਕੀ ਕੀ ਕਰਦੇ, ਰਾਤ ਨੂੰ ਅੱਗ ਲਾਉਂਦੇ ਆ, ਸਵੇਰ ਤੱਕ ਉਹਨੂੰ ਬਾਹ ਦਿੰਦੇ ਹੁੰਦੇ ਸੀਗੇ। ਸੋ ਉਹ ਵੀ ਆਪਸ਼ਨ ਇਹਨਾਂ ਨੇ ਵਿੱਚ ਕਰਤੀ ਵੀ ਹਾਂ ਇੱਦਾਂ ਦਾ ਲੱਗਿਆ ਕਿ ਰਾਤੀ ਅੱਗ ਲੱਗੀ ਤਾਂ ਸਵੇਰੇ ਬਾਹਤਾ। ਸੋ ਉਹ ਵੀ ਇੱਕ ਚੀਜ਼ ਚਲੋ ਡਿਫੀਕਲਟ ਹੋ ਜਾਣੀ ਆ, ਚਲੋ ਉਹ ਤਾਂ ਟੈਕਨੀਕਲ ਮੈਟਰ ਆ। ਉਸ ਤੋਂ ਇਲਾਵਾ ਉਸ ਤੋਂ ਬਾਅਦ ਹੀ ਆ ਜਾਂਦਾ ਪਟਵਾਰੀ ਦੇ ਲੌਗਇਨ 'ਚ। ਪਟਵਾਰੀ ਨੇ ਲੈਟ ਲੌਂਗ ਆਉਂਦੇ ਉਹਨੂੰ, ਲੈਟੀਟਿਊਡ ਲੌਂਗੀਟਿਊਡ, ਉਹਦੇ ਬੇਸ ਤੇ ਉਹਨੇ ਆਪਣਾ ਜਾ ਕੇ ਤੇ ਮਾਲਕੀ ਤੇ ਕਬਜ਼ਾ ਤਸਦੀਕ ਕਰਨਾ। ਮੈਂ ਪਟਵਾਰੀਆਂ ਦੇ ਜਿਹੜੀ ਸੀਗਾ ਸਾਡੇ ਲੋਕਲ, ਉਹਨਾਂ ਨਾਲ ਮੀਟਿੰਗ ਵੀ ਕੀਤੀ ਸੀ। ਉਹਨਾਂ ਨੇ ਉਹਨਾਂ ਦੀ ਗੱਲ ਵੀ ਟੋਟਲੀ ਵਾਜਬ ਹੈ। ਉਹ ਇਹ ਹੈ ਕਿ ਕਹਿੰਦੇ ਕਿ ਜਦ ਤੱਕ ਖੇਵਟਾਂ ਵੱਡੀਆਂ ਨੇ, ਇਹਨਾਂ ਦੀ ਪਾਰਟੀਸ਼ਨ ਹੀ ਨਹੀਂ ਹੋਈ, ਅਸੀਂ ਕਿਸ ਤਰ੍ਹਾਂ ਦੱਸ ਸਕਦੇ ਹਾਂ ਵੀ ਇੱਥੇ ਅੱਗ ਕਿਹੜੇ ਬੰਦੇ ਨੇ ਲਾਈ ਹੈਗੀ ਹੈ। ਸੋ ਉਹ ਵੀ ਗੱਲ ਵਾਜਬ ਹੈ। ਔਰ ਜਿਹੜਾ ATR ਐਪ ਦੀ ਗੱਲ ਕਰਦੇ ਆ, ਉਹਦੇ 'ਚ ਮੌਕੇ ਤੇ ਜਾ ਕੇ, ਹੁਣ ਪਟਵਾਰੀਆਂ ਦੀ ਆਲਰੇਡੀ ਆਪਾਂ ਕੋਈ ਸ਼ਾਰਟੇਜ ਚੱਲ ਰਹੀ ਹੈ, ਸੋ ਕਿਤੇ ਨਾ ਕਿਤੇ ਉਹਨਾਂ ਦੀ ਗੱਲ ਵੀ ਵਾਜਬ ਹੈਗੀ ਹੈ। ਇਸ ਚੀਜ਼ ਨੂੰ ਲੈ ਕੇ ਗਰਦੌਰੀ ਦਾ ਸੀਜ਼ਨ ਹੈ, ਹੁਣ ਮੁਸਾਵੀਆਂ ਦੀ ਵੈਲੀਡੇਸ਼ਨ ਕਾਫੀ ਜਗ੍ਹਾ ਤੇ ਸ਼ੁਰੂ ਹੋਈ ਹੈ। ਸੋ ਇਹ 2 ਐਸਪੈਕਟ ਆਪਾਂ ਨੂੰ ਇਹ ਵੀ ਧਿਆਨ ਵਿੱਚ ਰੱਖਣੇ ਪੈਣੇ ਆ ਕਿ ਜੇਕਰ ਸਾਡਾ ਸਿਰਫ ਕੰਮ ਉੱਥੇ ਤੱਕ ਹੀ ਸੀਮਿਤ ਕਰ ਦਿੱਤਾ ਜਾਵੇ, ਜਿਹੜਾ ਲੈਂਡ ਦੀ ਵੈਰੀਫਿਕੇਸ਼ਨ ਹੈ, ਉਹ ਤਾਂ ਫਿਰ ਵੀ ਅਸੀਂ ਕਰ ਦਿਆਂਗੇ ਜਾਂ ਜਿੱਦਾਂ ਅੱਗੇ ਕਰਦੇ ਰਹੇ ਹਾਂ,
ਪਰ ਜਿਹੜਾ ਪ੍ਰੋਸੀਕਿਊਸ਼ਨ ਲਾਂਚ ਕਰਨ ਦਾ ਕੰਮ ਹੈਗਾ, ਜੇ ਹੋਲੀ ਸੋਲੀ ਸਾਨੂੰ ਦੇ ਦਿੱਤਾ ਜਾਂਦਾ ਸੋ ਉਹਦੀਆਂ ਬੜੀਆਂ ਸੀਵੀਅਰ ਕਨਸੀਕੁਐਂਸਿਸ ਹੈ। ਅੱਜ ਕੱਲ੍ਹ ਫਾਰਮਰਸ ਦੀ ਐਜੀਟੇਸ਼ਨ ਆਪਾਂ ਜਾਣਦੇ ਹੀ ਹਾਂ, ਸੋ ਕਿੰਨਾ ਸਕਸੈਸਫੁਲ ਹੋਊਗਾ, ਔਰ ਅਲਟੀਮੇਟਲੀ ਇਹ ਰਿਪੋਰਟਸ ਜਿਹੜੀਆਂ ਫਿਰ ਐਨਜੀਟੀ 'ਚ ਪੁੱਟ ਅਪ ਹੋਣੀਆਂ, ਸੋ ਆਪਣੀਆਂ ਰਿਸਪੌਂਸਿਬਿਲਿਟੀਜ਼ ਹੋ ਸਕਦਾ ਆ ਕਿ ਫਿਕਸ ਹੋ ਜਾਣ। ਸੋ ਬੈਟਰ ਪੋਜੀਸ਼ਨ ਇਜ਼ ਕਿ ਇਸ ਚੀਜ਼ ਨੂੰ, ਠੀਕ ਹੈ, ਆਪਣੀ ਇੱਕ ਸ਼ੇਅਰਡ ਰਿਸਪੌਂਸਿਬਿਲਿਟੀ ਹੁੰਦੀ ਆ ਐਜ਼ ਸਿਟੀਜ਼ਨਸ, ਐਜ਼ ਆਫਿਸਰਸ, ਕਿ ਇਸ ਤਰ੍ਹਾਂ ਦੀ ਜਿਹੜੀ ਕੰਡੀਸ਼ਨ ਆਉਂਦੀ ਆ ਉਹਦੇ ਵਿੱਚ ਆਪਾਂ ਰੋਕੀਏ, ਏਅਰ ਪੋਲਿਊਸ਼ਨ ਨੂੰ ਰੋਕੀਏ। ਬਟ ਯੈਸ, ਇਹਨੂੰ ਡਿਵਾਈਡ ਕਰ ਦਿੱਤਾ ਜਾਣਾ ਚਾਹੀਦਾ ਹੈਗਾ ਅਮੰਗ ਡਿਫਰੈਂਟ ਡਿਪਾਰਟਮੈਂਟਸ, ਐਂਡ ਪੇਰੈਂਟ ਡਿਪਾਰਟਮੈਂਟ ਹੀ ਹੋਵੇ ਜਿਹੜਾ ਪ੍ਰੋਸੀਕਿਊਸ਼ਨ ਲਾਂਚ ਕਰੇ। ਬਾਕੀ ਡਿਪਾਰਟਮੈਂਟ ਠੀਕ ਹੈ, ਅਸੀਂ ਵੈਰੀਫਿਕੇਸ਼ਨ ਕਰ ਦਈਏ, ਰਿਪੋਰਟਸ ਦੇ ਦਈਏ। ਵੈਰੀਫਿਕੇਸ਼ਨ ਜਿਹੜਾ ਆ, ਵੈਰੀਫਿਕੇਸ਼ਨ ਤੋਂ ਬਾਅਦ ਦਾ ਜਿਹੜਾ ਕੰਮ ਹੈਗਾ ਪ੍ਰੋਸੀਕਿਊਸ਼ਨ ਲਾਂਚ ਕਰਨਾ, that should be left to parent department। ਔਰ ਉਹ ਧੰਮ ਸਾਹਿਬ ਨੇ ਵੈਸੇ ਉਹਦੇ ਵਿੱਚ ਰਿਪਰੈਜ਼ੈਂਟੇਸ਼ਨ 'ਚ ਬੜਾ ਅੱਛਾ ਉਹਨਾਂ ਨੇ ਆਲਰੇਡੀ ਲਿਖ ਦਿੱਤਾ ਹੈਗਾ। ਸੋ ਤਪਨ ਜੀ, ਇਹਦੇ ਵਿੱਚ ਕੋਰਟਸ ਦੀ ਜਿਹੜੀ ਸੁਪਰੀਮ ਕੋਰਟ ਜਾਂ ਮਤਲਬ ਐਨਜੀਟੀ ਦਾ ਵਿੱਚ ਪਾਰਟਿਕੂਲਰ ਉਹਨਾਂ ਰੈਵਨਿਊ ਸ਼ਬਦ ਯੂਜ਼ ਕੀਤੇ ਹੋਏ ਨੇ, ਰੈਵਨਿਊ ਜੀ ਡਿਪਾਰਟਮੈਂਟ। ਸਰ ਉਹਦੇ ਵਿੱਚ ਤਹਿਸੀਲਦਾਰ ਵਰਡ ਵੀ ਯੂਜ਼ ਕੀਤਾ ਹੈ। ਹਾਂ, ਉਹਦਾ ਕੀ ਕੋਨੋਟੇਸ਼ਨ ਹੈ ਫਿਰ? ਸਰ ਉਹ ਜਿਹੜਾ ਪੈਰਾ ਸੀਗਾ ਉਹ ਮੈਂ ਤੁਹਾਨੂੰ ਜਿਹੜਾ ਜਿੱਥੇ ਤਹਿਸੀਲਦਾਰ ਵਰਡ ਯੂਜ਼ ਕੀਤਾ ਆ, ਫਾਈਨਲ ਜਦੋਂ ਆਰਡਰ ਕੋਰਟ ਨੇ ਕਨਕਲੂਡ ਕੀਤਾ ਉਹਦੇ ਵਿੱਚ ਪਾਇਆ ਹੋਇਆ। ਬਟ ਉਹਦੇ ਵਿੱਚ ਵੀ ਸਰ ਉਹਨਾਂ ਨੇ ਇਸ ਤਰ੍ਹਾਂ ਹੀ ਲਿਖਿਆ ਆ ਕਿ this is the shared responsibility of chief secretaries of all state governments, district collectors, DMs, ਤਹਿਸੀਲਦਾਰ, ਇਦਾਂ ਵਿੱਚ ਵਰਡ ਲਿਖਿਆ ਤਹਿਸੀਲਦਾਰ ਨਾਲ DGP ਨਾਲ IGP, ਸਾਰੇ ਇਦਾਂ ਕਰਕੇ। ਤੇ ਫਿਰ ਉਹਨਾਂ ਨੇ ਲਿਖਿਆ ਕਿ ਇਨ ਕੇਸ ਫਿਊਚਰ ਦੇ ਵਿੱਚ ਜੇ ਨਜ਼ਰ ਆਉਂਦਾ ਆ, ਸੋ we will pull everybody in the administration right from the lowest level to the level of chief secretary। ਉਸ ਤੋਂ ਬਾਅਦ ਉਹਨਾਂ ਨੇ ਲਿਖਿਆ ਕਿ ਯੈਸ, ਗ੍ਰਾਮ ਪੰਚਾਇਤ ਐਂਡ ਸਰਪੰਚਿਸ ਵਿਲ ਆਲਸੋ ਬੀ ਹੈਲਡ ਰਿਸਪੌਂਸਿਬਲ। ਸੋ ਸਰ ਉਹ ਪੈਰਾ ਕਾਈਂਡਲੀ, ਸਰ ਤੁਹਾਡਾ ਤਾਂ ਐਕਸਪੀਰੀਅੰਸ ਬਹੁਤ ਹੈ ਇਸ ਚੀਜ਼ 'ਚ, ਮੈਨੂੰ ਤਾਂ ਇਦਾਂ ਲੱਗਿਆ ਕਿ ਇਹ ਕੋਰਟ ਨੇ ਇੱਕ ਸ਼ੇਅਰਡ ਰਿਸਪੌਂਸਿਬਿਲਿਟੀ ਵਾਲੀ ਗੱਲ ਕੀਤੀ ਹੈਗੀ ਆ, ਪਰ ਇਹ ਕਿਤੇ ਵੀ ਨਹੀਂ ਕਿਹਾ ਹੈਗਾ ਕਿ ਹਾਂਜੀ ਜੀ ਇਹ ਹੁਣ ਸਾਰਾ ਕੰਮ ਹੀ ਇਹ ਕਰੂਗੇ। ਸੋ ਇਹਨਾਂ ਨੇ ਤਾਂ ਸਰ ਆਰਡਰ ਜਿਹੜਾ ਪਾਸ ਕੀਤਾ ਉਹ ਇਦਾਂ ਦਾ ਕਰਤਾ ਕਿ ਹਾਂਜੀ ਜੀ ਸਾਰਾ ਕੰਮ ਹੀ ਇਹ ਕਰੂਗੇ, ਜਦਕਿ ਉਹ ਤਾਂ ਸਰ ਸ਼ੇਅਰਡ ਰਿਸਪੌਂਸਿਬਿਲਿਟੀ ਦੀ ਗੱਲ ਆ, ਉਹ ਅਸੀਂ ਕਰਨ ਨੂੰ ਤਿਆਰ ਹਾਂ, ਐਂਡ ਹੈਪੀਲੀ ਕਰਨ ਨੂੰ ਤਿਆਰ ਹੈਗੇ ਆ। ਬਿਲਕੁਲ ਠੀਕ। ਵੀਰੇ ਜੀ ਮੈਂ ਸੌਰੀ ਸਰ, ਮੈਂ ਥੋੜਾ ਜਿਹਾ ਇੰਟਰਪਟ ਕੀਤਾ। ਉਹ ਪੈਰਾ ਸਪੈਸੀਫਿਕ ਜਿਹੜਾ ਮੈਂ ਪਾਉਣ ਲੱਗਿਆ ਗਰੁੱਪ ਦੇ ਵਿੱਚ, ਪ੍ਰੋਵਾ ਦੇ ਵਿੱਚ ਪਾਉਣ ਲੱਗਿਆ ਹੈਗਾ। ਪਾ ਦੋ। ਤੇ ਵਿਨੇ ਜੀ, ਇਸ ਤੋਂ ਬਿਨਾ ਕਿਸੇ ਨੇ, ਤਪਨ ਜੀ ਤੋਂ ਬਿਨਾ ਕਿਸੇ ਨੇ ਕੰਟਰੀਬਿਊਟ, ਗੁਰਜਿੰਦਰ ਸੀ ਕਹਿ ਰਿਹਾ ਤੇ ਬਾਦਲਦੀਨ, ਇਹ ਦੋਨਾਂ ਨੂੰ ਪੁੱਛ ਲਓ ਜੇ ਕੁਝ ਕਰਨਾ ਚਾਹੁੰਦੇ ਆ, ਫਿਰ ਉਸ ਤੋਂ ਬਾਅਦ ਡਿਸਕਸ਼ਨ ਚ ਲੈ ਲਓ ਇਹਨੂੰ। ਹਾਂਜੀ ਸਰ, ਗੁੱਡ ਮਾਰਨਿੰਗ ਜੀ। ਗੁੱਡ ਮਾਰਨਿੰਗ ਗੁਰਜਿੰਦਰ ਸਰ। ਇਹਦੇ ਵਿੱਚ ਤੁਸੀਂ ਚਲੋ ਸਾਰੀ ਗੱਲ ਹੀ ਕਰਤੀ, ਤਪਨ ਨੇ ਹੀ ਹੈਜ਼ ਐਲੈਬੋਰੇਟਡ। ਮੈਂ ਆਪਣੇ ਵੱਲੋਂ ਬਸ ਇਹੀ ਗੱਲ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ it is not that we are running away from duty, ਤੇ it is just that ਕਿ ਮੈਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਸਾਡਾ ਜਿਹੜਾ ਡਿਪਾਰਟਮੈਂਟ ਹੈ, which is the mother department, ਉਸ ਡਿਪਾਰਟਮੈਂਟ ਨੂੰ ਹੁਣ ਇਹੋ ਜਿਹੀ ਇੱਕ ਚੀਜ਼ ਬਣਾ ਦਿੱਤਾ ਜਾ ਰਿਹਾ ਹੈ ਕਿ ਕੱਲ ਨੂੰ ਕੋਈ ਵੀ ਡਿਪਾਰਟਮੈਂਟ ਉੱਠਦਾ ਆਪਣੇ ਮਨ ਮਰਜ਼ੀ ਨਾਲ, ਬਾਈ ਮਿਸਇੰਟਰਪ੍ਰੀਟਿੰਗ ਸਮ ਜਜਮੈਂਟ ਔਰ ਦੀ ਅਦਰ, ਸਾਡੇ ਇੱਕ ਤਾਂ ਉਹ ਸੁਪਰ ਬੌਸ ਬਣ ਰਹੇ, ਜਿਵੇਂ ਤੁਸੀਂ ਸਰ ਵੈਰੀ ਰਾਈਟਲੀ ਕਿਹਾ, ਐਂਡ ਵਿਦਾਊਟ ਐਨੀ ਡਿਸਕਸ਼ਨ ਬਾਈ ਆਰ ਅਪੋਇੰਟਿੰਗ ਅਥਾਰਟੀ ਦੇ ਆਰ ਇਸ਼ੂਇੰਗ ਆਰਡਰਸ। ਮੈਨੂੰ ਸਿਰਫ ਇਸ ਗੱਲ ਦੀ ਪ੍ਰੋਬਲਮ ਹੈ ਸਰ। I am ready to issue challans, I am ready to go to the spot, I have no issues with it, but ਜਿਹੜੀ ਸਰ ਸਾਡੇ ਡਿਪਾਰਟਮੈਂਟ ਦੀ ਡਿਗਰੇਡੇਸ਼ਨ ਹੋ ਰਹੀ ਹੈ, ਅਸੀਂ ਇਹਦੇ ਬਾਰੇ ਸੋਚ ਕੇ ਇਸ ਜਿਹੜਾ ਹੈਗਾ ਆਰਡਰ, we should try and oppose it sir। ਮੇਰੀ ਇਹੀ ਸਬਮਿਸ਼ਨ ਹੈ ਸਰ। ਰਾਈਟ। ਬਾਦਲਦੀਨ ਜੀ। ਹਾਂਜੀ ਸਰ, ਗੁੱਡ ਆਫਟਰਨੂਨ। ਗੁੱਡ ਆਫਟਰਨੂਨ ਸਰ। ਮੇਰੀ ਨਾ ਜਦੋਂ 2 ਦਿਨ ਪਹਿਲਾਂ ਪਟਵਾਰ ਯੂਨੀਅਨ ਨੇ ਮਤਾ ਪਾਇਆ ਸੀ, ਮੇਰੀ ਉਹਨਾਂ ਨਾਲ ਡਿਸਕਸ਼ਨ ਹੋਈ ਹਰਵੀਰ ਨਾਲ, ਤੇ ਮੈਂ ਉਹਨਾਂ ਨੂੰ ਇਹੀ ਕਿਹਾ ਸੀ ਵੀ ਐਪ ਦੇ ਵਿੱਚ ਤੁਹਾਡਾ ਕੋਈ ਰੋਲ ਤਾਂ ਹੈ ਨਹੀਂ, ਸਿਰਫ ਤੁਸੀਂ ਰਿਪੋਰਟ ਹੀ ਕਰਨੀ ਹੈ, ਵੈਸੇ ਵੀ ਕਰ ਰਹੇ ਹੋ ਰਿਪੋਰਟ, ਮੈਨੂਅਲ ਵੀ ਕਰੋਗੇ, ਐਪ 'ਚ ਕਰ ਦੋ। ਉਹਦੇ ਵਿੱਚ ਐਪ 'ਚ ਕੀ ਸੀਗਾ, ਜਿਹੜੀ ਸਾਰੀ ਰਿਸਪੌਂਸਿਬਿਲਿਟੀ ਕਲਸਟਰ ਅਫਸਰ ਨੇ, ਸਾਰਿਆਂ ਦੀ ਸ਼ੇਅਰਡ ਰਿਸਪੌਂਸਿਬਿਲਿਟੀ ਸੀ, ਜਿਸ ਤਰ੍ਹਾਂ ਤਾਪਨ ਜੀ ਨੇ ਕਿਹਾ। ਪਰੰਤੂ ਇਹ ਨੋਟੀਫਿਕੇਸ਼ਨ ਦੇ ਵਿੱਚ ਸਾਰੇ ਕਲਸਟਰ ਅਫਸਰ ਵੀ ਕੱਢਤੇ, ਨੋਡਲ ਅਫਸਰ ਵੀ ਕੱਢਤੇ, ਸਿਰਫ ਤਹਿਸੀਲਦਾਰ, SDM ਐਂਡ ADO ਬਾਕੀ ਬਚ ਗਏ।
ਤੇ ਆਈ ਥਿੰਕ ਹਰਵੀਰ ਨੇ ਇੱਕ ਗੱਲ ਕਹੀ ਸੀ, ਉਹ ਕਹਿੰਦਾ ਵੀ FCR ਸਾਹਿਬ ਨਾਲ ਮੇਰੀ ਗੱਲ ਹੋ ਗਈ ਹੈ, ਪਟਵਾਰ ਯੂਨੀਅਨ ਦੇ ਪ੍ਰਧਾਨ ਨੇ। ਉਹ ਕਹਿੰਦੇ ਵੀ FCR ਸਾਹਿਬ ਦਾ ਜਿਹੜਾ ਰਿਸਪੌਂਸ ਆ ਵੈਰੀ ਪੋਜ਼ਿਟਿਵ। ਉਹ ਕਹਿੰਦੇ ਵੀ ਸਾਨੂੰ ਪੁੱਛਿਆ ਹੀ ਨਹੀਂ, ਵੀ ਇਹ ਸੌਫਟਵੇਅਰ ਬਣਾਉਣ ਤੋਂ ਪਹਿਲਾਂ ਜੇ ਆਪਾਂ ਨੂੰ ਪੁੱਛਦੇ ਤਾਂ ਫਿਰ ਠੀਕ ਹੈ। ਉਹਨਾਂ ਨੇ ਕਿਹਾ ਠੀਕ ਹੈ ਤੁਸੀਂ ਪਾਓ ਮਤਾ, ਅਸੀਂ ਦੇਖ ਲਾਂਗੇ। ਤੇ ਆਈ ਥਿੰਕ ਜੇ ਸਰ ਵੱਲੋਂ ਜਾਂ ਯੂਨੀਅਨ ਲੈਵਲ ਤੇ FCR ਸਾਹਿਬ ਨਾਲ ਵੀ ਇਹ ਮਾਮਲਾ ਡਿਸਕਸ਼ਨ ਕਰਕੇ ਹੀ ਮਤਾ ਪਾਇਆ ਜਾਵੇ ਤਾਂ ਉਹ ਜ਼ਿਆਦਾ ਆਪਣੇ ਹੱਕ 'ਚ ਜਾਏਗਾ। ਔਰ ਦੂਸਰੀ ਗੱਲ, ਜੇ ਆਪਾਂ ਪਟਵਾਰ ਯੂਨੀਅਨ ਨਾਲ ਤੁਹਾਡੇ ਵੱਲੋਂ ਗੱਲ ਹੋ ਜੀ, ਜੇ ਉਹ ਐਪ ਨੂੰ ਦੁਬਾਰਾ ਲਾਗੂ ਕਰ ਦਈਏ ਤਾਂ ਆਈ ਥਿੰਕ ਉਹਦੇ ਵਿੱਚ ਆਪਣਾ ਰੋਲ ਬੜਾ ਘੱਟ ਜਾਂਦਾ, ਕਿਉਂਕਿ ਉਸ ਐਪ ਦੇ ਵਿੱਚ ਜਦੋਂ ਸਾਨੂੰ ਟ੍ਰੇਨਿੰਗ ਦਿੱਤੀ ਗਈ ਹੈ ਤਾਂ ਰੋਲ ਜਿਹੜਾ ਪ੍ਰੋਜੀਕਿਊਸ਼ਨ ਦਾ ਸੀਗਾ ਉਹ ਪੋਲਿਊਸ਼ਨ ਬੋਰਡ ਦਾ ਹੀ ਸੀਗਾ। ਪਟਵਾਰੀ ਨੇ ਸਿਰਫ ਐਪ ਹੁਣ ਇਹਨਾਂ ਖਤਮ ਕਰ ਦਿੱਤੀ ਸਰ, ਖਤਮ ਨਹੀਂ ਕੀਤੀ। ਪਟਵਾਰੀ ਕਹਿੰਦੇ ਅਸੀਂ ਤਾਂ ਡਾਊਨਲੋਡ ਹੀ ਨਹੀਂ ਕਰਨਾ। ਐਪ ਦੇ ਵਿੱਚ ਕੀ ਹੈ, ਨੋਡਲ ਅਫਸਰ ਪਿੰਡ 'ਚ ਜਾ ਕੇ 2 ਫੋਟੋਆਂ ਖਿੱਚ ਕੇ ਪਾ ਦੂਗਾ ਬਸ। ਨੋਡਲ ਅਫਸਰ ਦਾ ਕੰਮ ਇਹ ਸੀ ਜਿਹੜੇ ਵੱਖ-ਵੱਖ ਡਿਪਾਰਟਮੈਂਟਾਂ ਦੇ ਆਪਾਂ ਲਾਏ ਨੇ। ਉਹ ਤੋਂ ਬਾਅਦ ਕਲਸਟਰ ਅਫਸਰ ਕੋਲ ਆਊਗਾ, ਉਹ ਤੋਂ ਬਾਅਦ ਪਟਵਾਰੀ ਕੋਲ ਆਊਗਾ ਸਰ। ਪਟਵਾਰੀ ਨੇ ਸਿਰਫ ਰੈਵਨਿਊ ਡਿਪਾਰਟਮੈਂਟ ਮਾਲਕ ਦਾ ਨਾਮ ਫਿਰ ਰਿਪੋਰਟ ਕਰਕੇ ਉਹ 'ਚ ਫੋਟੋ ਖਿੱਚ ਕੇ ਪਾ ਦੇਣੀ ਹੈ ਸਰ। ਕੀ ਫੋਟੋ ਖਿੱਚਣੀ? ਉਹ ਪਟਵਾਰੀ ਨੇ ਸਰ ਰਿਪੋਰਟ ਕਰਨੀ ਹੈ ਐਜ਼ ਪਰ ਰੈਵਨਿਊ ਰਿਕਾਰਡ ਬਈ ਇਹ ਬੰਦੇ ਦੀ ਮਾਲਕੀ ਹੈ ਤੇ ਇਹ ਉਹਦਾ ਮਾਲਕ ਹੈ, ਇੰਨੇ ਰਕਬੇ ਨੂੰ ਅੱਗ ਲੱਗੀ ਹੈ। ਉਸ ਦੇ ਬੇਸ ਤੇ ਫਿਰ ਜਿਹੜਾ ਕਲਸਟਰ ਅਫਸਰ ਲਗਾਇਆ ਹੋਇਆ ਸੀ ਇਹਨਾਂ ਨੇ, ਉਸਨੇ ਚਲਾਨ ਕੱਟਣਾ। ਚਲਾਨ ਕੱਟ ਕੇ ਇੱਕ ਕਾਪੀ ਉਹ ਭੇਜੂਗਾ ਪੁਲਿਸ ਨੂੰ, ਆਨਲਾਈਨ ਹੀ ਜਾਏਗੀ ਜੋ ਐਪ ਦੇ ਵਿੱਚ ਪ੍ਰੋਵੀਜ਼ਨ ਹੈ। ਪੁਲਿਸ FIR ਲੌਜ ਕਰੇਗੀ ਤੇ ਇੱਕ ਕਾਪੀ ਵਾਪਸ ਜਾਏਗੀ ਪਟਵਾਰੀ ਕੋਲ। ਉਹ ਪਟਵਾਰੀ ਉਸਦੀ ਰਿਕਵਰੀ ਕਰੇਗਾ। ਪਟਵਾਰੀ ਰਿਕਵਰੀ ਕਰਨ ਤੋਂ ਬਾਅਦ ਉਹ ਕਰੇਗਾ ਆਪਣਾ, ਉਹਦੇ ਵਿੱਚ ਸਲਿੱਪ ਪਾ ਦੇਗਾ, ਰਸੀਟ ਨੰਬਰ ਇੰਨੇ ਰਾਈ 2500 ਰੁਪਏ ਰਿਕਵਰ ਕੀਤਾ। ਦੈਨ ਇਟ ਵਿਲ ਅਗੇਨ ਕਮ ਟੂ ਤਹਿਸੀਲਦਾਰ ID। ਤਹਿਸੀਲਦਾਰ ਕੋਲ ਆ ਗਿਆ ਤੇ ਫਿਰ ਉਹ ਅੱਗੇ ਆਪਣੇ ਕੋਲ ਉਹਨੂੰ ਸਿਰਫ ਵਿਊ ਕਰਨਾ ਸੀਗਾ। ਕਲਸਟਰ ਅਫਸਰ ਦੀ ਰਿਪੋਰਟ ਤੇ ਪਰਚਾ ਦਰਜ ਹੋ ਰਿਹਾ ਹੈ, ਸਾਈਟ ਵਿਜ਼ਿਟ ਕਰ ਰਿਹਾ ਹੈ। ਲਾਸਟ ਦੇ ਵਿੱਚ ਪੋਲਿਊਸ਼ਨ ਕੰਟਰੋਲ ਬੋਰਡ ਨੇ ਉਸ ਐਪ ਦੇ ਅਨੁਸਾਰ ਹੀ ਪ੍ਰੋਜੀਕਿਊਸ਼ਨ ਕਰਨੀ ਸੀ। ਆਈ ਥਿੰਕ ਜੇ ਆਪਾਂ ਉਹ ਕਹੀਏ ਵੀ ਐਪ ਇਜ਼ ਓਕੇ ਤੇ ਪਹਿਲਾਂ ਹਰਵੀਰ ਨਾਲ ਗੱਲ ਹੋ ਜਾਵੇ, ਸਰ ਕਰ ਲੈਣ, ਮੈਂ ਵੀ ਕਰ ਲੈਣਾ ਤੇ ਜੇ ਕਿੱਥੋਂ ਬਾਕੀ ਤਾਂ ਠੀਕ ਹੈ, ਬਟ ਰਿਕਵਰੀ ਵਗੈਰਾ ਵਾਲਾ ਪਟਵਾਰੀ ਕਿੱਥੋਂ ਮੰਨਣਗੇ? ਨਹੀਂ ਮੰਨਣਗੇ। ਸਰ ਮੈਂ ਕਿਹਾ ਸੀ ਜਦੋਂ ਸਾਡੀ ਟ੍ਰੇਨਿੰਗ ਹੋਈ ਹੈ, ਮੈਂ ਉੱਥੇ ਐਕਸੀਅਨ ਪੋਲਿਊਸ਼ਨ ਕੰਟਰੋਲ ਬੋਰਡ ਨੂੰ ਇੱਕ ਪੁਆਇੰਟ ਸੁਜੈਸਟ ਕੀਤਾ ਸੀ ਕਿ ਜਦੋਂ ਤੱਕ ਰਿਕਵਰੀ ਨਹੀਂ ਹੁੰਦੀ ਪਟਵਾਰੀ ਦੀ ਲੌਗਇਨ ID ਦੇ ਵਿੱਚ ਪੈਂਡਿੰਗ ਰਹੇਗਾ। ਇਟ ਮੀਨ ਉਹਦੇ ਤੇ ਬਟਨ ਖੜਾ ਹੈ ਕਿ ਜੇ ਉੱਥੇ ਇੱਕ ਉਹਨੂੰ ਹੋਰ ਆਪਸ਼ਨ ਦੇ ਦੇਣ, ਐਪਲੀਕੈਂਟ ਇਜ਼ ਨਾਟ ਵਿਲਿੰਗ ਟੂ ਪੇ ਫਾਈਨ, ਉਹ ਸਕਿਪ ਕਰਕੇ ਅੱਗੇ ਚਲੇ ਜਾਵੇ, ਉਹਦੀ ਪ੍ਰੋਜੀਕਿਊਸ਼ਨ ਹੋ ਜੇ। ਬਿਲਕੁਲ ਠੀਕ। ਤੇ ਉਹਦੇ ਨਾਲ ਸਰ ਪਟਵਾਰੀ ਵੀ ਐਗਰੀ ਹੋ ਜਾਣਗੇ ਸਿਰਫ ਇੱਕ ਪੁਆਇੰਟ ਕਰਨਾ। ਤੇ ਉਹ ਰਹਿ ਗਿਆ ਉਹਨਾਂ ਦਾ ਰਿਪੋਰਟ, ਉਹਨਾਂ ਨੇ ਵੈਸੇ ਵੀ ਕਰਨੀ ਹੈ, ਮੈਨੂਅਲ ਰਿਪੋਰਟ ਕਰਨ ਨੂੰ ਤਿਆਰ ਨੇ। ਉਹੀ ਰਿਪੋਰਟ ਕਰਕੇ ਫੋਟੋ ਖਿੱਚ ਕੇ WhatsApp ਤੇ ਅਪਲੋਡ ਕਰ ਦੇਣਗੇ ਇਸ ATR ਐਪ ਦੇ ਵਿੱਚ। ਉਹ ਫਿਰ ਤਾਂ ਤਿਆਰ ਹੋ ਜਾਣਗੇ, ਉਹ ਤਾਂ ਕੋਈ ਇਸ਼ੂ ਨਹੀਂ। ਆਈ ਥਿੰਕ ਸਰ ਪਹਿਲਾਂ ਜੇ ਹਰਵੀਰ ਨਾਲ ਗੱਲ ਕਰ ਲੈਣ ਔਰ ਗਵਰਨਮੈਂਟ ਕਹੇ ਵੀ ਠੀਕ ਹੈ ਜਿਹੜਾ ਨਹੀਂ ਫਾਈਨ ਭਰਦਾ ਉਹਨੂੰ ਸਕਿਪ ਦੀ ਅਸੀਂ ਆਪਸ਼ਨ ਦੇ ਦਈਏ ਤੇ ਉਹਦੀ ਪ੍ਰੋਜੀਕਿਊਸ਼ਨ ਹੋ ਜੇ, ਉਹ ਬਹੁਤ ਬੈਟਰ ਹੈ ਸਰ। ਸਾਰੇ ਆਪਣਾ ਬਰਡਨ ਹੀ ਸ਼ਿਫਟ ਹੋ ਜਾਏਗਾ। ਦੂਜਾ ਇਸ਼ੂ ਇਹਨਾਂ ਨੇ ਪਟਵਾਰੀਜ਼ ਨੇ ਉਠਾਉਣਾ, ਇਹਨਾਂ ਨੇ ਅੱਗੇ ਜਿਹੜੇ ਆਪਣੇ ਇਹਨਾਂ ਨੂੰ ਲੌਗਇਨਸ ਮਿਲੇ ਸੀ ਅੱਜ ਤੱਕ ਇਹਨਾਂ ਨੇ ਉਹ ਐਕਟੀਵੇਟ ਨਹੀਂ ਕੀਤੇ, ਔਰ ਦੇ ਮਤਲਬ ਪਾਸਟ ਰੈਜ਼ੋਲੂਸ਼ਨ ਅਗੇਂਸਟ ਦੈਟ ਵੀ ਅਸੀਂ ਉਹ ਲੌਗਇਨ ਨਹੀਂ ਚਲਾਉਣੇ ਜਿਹੜੇ ਆਪਣੇ ਰੈਵਨਿਊ ਰਿਲੇਟਡ ਹੈਗੇ ਆ, ਹਨਾ। ਤੇ ਇਹ ਫਿਰ ਇਹੀ ਗੱਲ ਤੇ ਆਉਣਗੇ ਵੀ ਸਾਨੂੰ ਤਾਂ ਪਹਿਲਾਂ ਅੱਗੇ ਇਹਨਾਂ ਦੀ ਡਿਮਾਂਡ ਹੈ ਵੀ ਸਾਨੂੰ ਲੈਪਟਾਪ ਦਿਓ ਜੇ ਸਾਡੇ ਕੋਲ ਲੌਗਇਨ ਐਕਟੀਵੇਟ ਕਰਾਉਣੇ ਆ। ਇਹ ਫਿਰ ਉੱਥੇ ਆ ਜਾਣਗੇ ਵੀ ਅਸੀਂ ਕਿੱਥੇ ਕਰੀਏ ਜੀ, ਅਸੀਂ ਕਿੱਧਰ ਜਾਵਾਂਗੇ, ਸਾਡੇ ਕੋਲ ਸਿਸਟਮ ਨਹੀਂ ਹੈ, ਸਾਡੇ ਕੋਲ ਨਹੀਂ। ਮੋਬਾਈਲ ਸਰ ਇਹ ਵਾਲਾ ਜੇ ATL ਦੀ ਗੱਲ ਕरें ਤਾਂ ਮੋਬਾਈਲ ਬੇਸਡ ਐਪ ਹੈ ਮੇਰੇ ਖਿਆਲ ਚ ਲੈਪਟਾਪ ਤੇ ਚੱਲਣਾ ਹੀ ਨਹੀਂ ਹੈ, ਕਿਉਂਕਿ ਫੋਟੋ ਖਿੱਚਣੀ ਹੈ। ਇਹ ਤਾਂ ਸਰ ਜਿਹੜੀ ਆਪਣੀ ਐਪ ਹੈਗੀ ਹੈ ਨਾ, ਬੇਸਿਕਲੀ ਐਂਡਰੋਇਡ ਬੇਸਡ ਮੋਬਾਈਲ ਐਪ ਹੀ ਹੈ ਸਰ। ਯਾਰ ਮੈਂ ਤਾਂ ਵੈਸੇ ਗੱਲ ਕਰ ਰਿਹਾ ਵੀ ਉਹਨਾਂ ਦਾ ਐਕਸਕਿਊਜ਼ ਉਹਨਾਂ ਨੇ ਕਹਿਣਾ ਵੀ ਅਸੀਂ ਨਹੀਂ ਕਰਦੇ। ਸਰ ਇੱਕ ਵਾਰ ਗੱਲ ਕਰ ਲਓ, ਮੇਰੇ ਖਿਆਲ ਚ ਦੇ ਵਿਲ ਐਗਰੀ ਕਿ ਸਿਰਫ ਉਹਨਾਂ ਨੂੰ ਇਹੀ ਸੀ ਵੀ ਰਿਕਵਰੀ ਦਾ ਸਾਡੇ ਤੇ ਪਾਤਾ, ਰਿਕਵਰੀ ਭਰਤੀ ਠੀਕ ਹੈ, ਅਦਰਵਾਈਜ਼ ਨਹੀਂ ਭਰ ਰਿਹਾ ਕੋਈ। ਜਦੋਂ ਲੋਕਾਂ ਨੂੰ ਪਤਾ ਲੱਗ ਜਾਣਾ ਕਿ 15 ਦਿਨ ਚ ਭਰਤਾ ਤਾਂ ਆਲਰੇਡੀ ਪਰਚਾ ਨਹੀਂ ਹੋ ਜਾ, ਫਿਰ ਉਹ ਤੁਹਾਡੀ ਪ੍ਰੋਜੀਕਿਊਸ਼ਨ ਲੋਕਾਂ ਨੇ ਭਰ ਲਾ। ਚਲੋ ਤੁਹਾਡਾ ਠੀਕ ਹੈ, ਇਹਨੂੰ ਕਰ ਲੈਨੇ ਆ। ਹਰਵੀਰ ਵਾਲੀ ਇੱਕ ਪੁਆਇੰਟ ਹੋ ਗਿਆ ਵੀ ਇਹਨੂੰ ਡਿਸਕਸ ਕਰ ਲੈਨੇ ਆ। ਹੁਣ ਜਾਂ ਤਾਂ ਇੱਕ ਵਾਰ ਕਰ ਦੋ ਸਾਰਿਆਂ ਨੂੰ ਅਨਮਿਊਟ ਤੇ ਆਪਣਾ ਆਪਣਾ ਦੱਸ ਦੋ ਜੀ, ਜਾਂ ਟਰਨ ਵਾਈਜ਼ ਟਰਨ ਦੱਸ ਦੋ ਕੀ ਤੁਸੀਂ ਸੋਚਦੇ ਹੋ।
ਅਨਮਿਊਟ ਸਰ ਸਾਰੇ ਆਪਣੇ ਆਪ ਨੂੰ ਕਰ ਹੀ ਸਕਦੇ ਆ, ਜਿਹੜੇ ਵੀ ਹੈ ਉਹਨਾਂ ਦੇ ਹੱਥ 'ਚ ਹੀ ਹੈ ਕੰਟਰੋਲ। ਮਿਊਟ ਮੇਰੇ ਮਤਲਬ ਮਿਊਟ ਹੋਸਟ ਵੱਲੋਂ ਹੋ ਸਕਦਾ, ਅਨਮਿਊਟ ਆਪਣੇ ਆਪ ਹੀ ਕਰਨਾ ਪਏਗਾ ਸਾਰਿਆਂ ਨੂੰ। ਦੱਸੋ ਜੀ, ਜਿਹਨੂੰ ਜੋ ਠੀਕ ਲੱਗਦਾ ਫਿਰ ਉਸ ਹਿਸਾਬ ਨਾਲ ਕਰੀਏ। ਆਪਾਂ ਕਿੰਨਾ ਕੁ ਕਰ ਸਕਦੇ ਆ, ਜਿਵੇਂ ਬਾਦਲਦੀਨ ਨੇ ਕਿਹਾ, ਜੇ ਤਾਂ ਆਪਾਂ ਇਸ ਐਕਸਟੈਂਟ ਤੱਕ ਵੀ ਉਹ ਐਪ ਦੁਆਰਾ ਹੋ ਜਾਏ ਤਾਂ ਆਪਾਂ ਉਸ ਪਾਸੇ ਚੱਲ ਜਾਈਏ ਵੀ ਐਪ ਜਿਹੜੀ ਹੈਗੀ ਸੀ ਦੈਟ ਵਾਸ ਵੈਰੀ ਸੂਟੇਬਲ ਐਪ, ਤੇ ਉਹਨੂੰ ਦੁਆਰਾ ਐਕਟੀਵੇਟ ਕੀਤਾ ਜਾਵੇ, ਇਹ ਆਰਡਰ ਵਿਡਰੋ ਕੀਤੇ ਜਾਣ। ਜੇ ਉਸ ਆਪਾਂ ਟੋਟਲੀ ਬਾਈਕਾਟ ਕਰਨਾ ਤਾਂ, ਜੇ ਆਪਾਂ ਕੁਝ ਵੀ ਨਹੀਂ ਕਰਨਾ ਤੇ ਤਾਂ ਫਿਰ ਉਸ ਹਿਸਾਬ ਨਾਲ ਡਿਸੀਜਨ ਹੋ ਜਾਣ। ਪ੍ਰਧਾਨ ਜੀ ਤੁਸੀਂ ਜਿਹੜਾ ਗਰੁੱਪ 'ਚ ਚਲੋ ਤਪਨ ਨੇ ਨਹੀਂ ਅਜੇ ਮੈਂ ਨਹੀਂ ਪਾਇਆ ਰੈਜ਼ੋਲੂਸ਼ਨ, ਮੈਂ ਤਾਂ ਇੱਕ ਡਰਾਫਟ ਕੀਤਾ ਸੀ। ਨਹੀਂ ਮੈਂ ਉਹ ਨਹੀਂ ਰੈਜ਼ੋਲੂਸ਼ਨ ਦੀ ਗੱਲ ਨਹੀਂ ਕਰ ਰਿਹਾ, ਮੈਂ ਉਹਦੀ ਗੱਲ ਕਰ ਰਿਹਾ ਜਿਹੜਾ ਤਪਨ ਨੇ ਆ ਪਾਇਆ ਨਾ, ਜਿਹੜਾ ਉਹ ਸੁਪਰੀਮ ਦੇ ਕੋਰਟ ਆਰਡਰਸ ਦਾ ਸੀਗਾ, ਉਹਦੇ 'ਚ ਰਿਸਪੌਂਸਿਬਿਲਿਟੀ 'ਚ ਸਪੈਸ਼ਲੀ ਡੈਜ਼ਿਗਨੇਟ ਆਪਣਾ ਤਹਿਸੀਲਦਾਰ ਨੂੰ ਕੀਤਾ ਹੋਇਆ ਉਹਨਾਂ ਨੇ, ਚਾਹੇ ਸ਼ੇਅਰਡ ਰਿਸਪੌਂਸਿਬਿਲਿਟੀ 'ਚ ਲਾ ਲਈਏ। ਆਪਾਂ ਬਿਲਕੁਲ ਤਾਂ ਨਹੀਂ ਭੱਜ ਸਕਦੇ ਇਸ ਕੰਮ ਤਿਆਰ ਆ। ਮੈਂ ਆਪਾਂ ਇਹ ਥੋੜੀ ਕਰਾਂਗੇ ਵੀ ਵੀ ਵਿਲ ਨਾਟ ਵਰਕ, ਅਸੀਂ ਤੇ ਕਰਾਂਗੇ ਵੀ ਸਾਡਾ ਜਿੰਨਾ ਰੈਵਨਿਊ ਰਿਲੇਟਡ ਹੈਗਾ। ਔਰ ਮੈਂ ਜਿਹੜਾ ਅਦਰਵਾਈਜ਼ ਰੈਜ਼ੋਲੂਸ਼ਨ ਡਰਾਫਟ ਕੀਤਾ, ਮੈਂ ਉਹਦੇ 'ਚ ਕੀਤਾ ਵੀ ਅਸੀਂ ਇੱਕ ਤਾਂ ਡੈਲੀਗੇਟਡ ਪਾਵਰਸ ਨਹੀਂ ਯੂਜ਼ ਕਰਾਂਗੇ ਕਿਸੇ ਦੀ ਵੀ ਅਸੀਂ ਜਿਹੜੀਆਂ ਸਾਡੀਆਂ ਰੈਵਨਿਊ ਰਿਲੇਟਡ ਪਲੱਸ ਜਿਹੜਾ ਰਿਕਵਰੀ ਪਾਰਟ ਹੈਗਾ ਅਸੀਂ ਉਹਨੂੰ ਐਜ਼ ਏਰੀਅਰ ਕਰਾਂਗੇ, ਨਾਟ ਐਜ਼ ਅ ਪੁਨਿਟਿਵ ਮਤਲਬ ਫਾਈਨ। ਇੱਕ ਪ੍ਰਧਾਨ ਜੀ ਮੇਰੀ ਇੱਕ ਹੋਰ ਇੱਕ ਕਲੈਰੀਫਿਕੇਸ਼ਨ, ਜਿੱਥੋਂ ਤੱਕ ਈਐਮ ਦਾ ਕੰਮ ਹੈ ਅਸੀਂ ਈਐਮ ਦਾ ਕੰਮ ਕਰਨ ਨੂੰ ਤਿਆਰ ਹਾਂ, ਬਟ ਨਾਟ ਐਜ਼ ਅ ਮਤਲਬ ਨੋਡਲ ਡਿਪਾਰਟਮੈਂਟ ਵੀ ਸਾਡੀ ਰਿਸਪੌਂਸਿਬਿਲਿਟੀ ਨਹੀਂ। ਉਹ ਬਿਲਕੁਲ ਠੀਕ ਹੈ ਪ੍ਰਧਾਨ ਜੀ। ਇੱਕ ਚੀਜ਼ ਮੈਨੂੰ ਹੋਰ ਜਿਹੜੀ ਮੈਨੂੰ ਪਰਸਨਲ ਲੈਵਲ ਤੇ ਕਲੈਰੀਫਾਈ, ਮਤਲਬ ਆਪਣੇ ਸਾਰੇ ਹੀ ਬੈਠੇ ਆ, ਤੁਸੀਂ ਵੀ ਹੋ, ਜਿਹੜੀ ਆਪਣੀ ਚਲਾਨ ਕਰਨ ਦੀ ਪਾਵਰ ਹੈ ਬੇਸਿਕਲੀ ਐਕਟ ਦੇ ਅੰਡਰ ਦਿੱਤੀ ਹੋਈ ਇਹਨਾਂ ਨੇ ਐਸਡੀਓ ਜਾਂ ਐਕਸੀਐਨ ਜਾਂ ਅਬਵ ਉਹਨਾਂ ਨੂੰ। ਇਹ ਆਪਣੇ ਕੀ ਆ, ਕਈ ਤਹਿਸੀਲਸ 'ਚ ਜਿੱਥੇ ਤੇ ਮੈਂ ਪਹਿਲਾਂ ਮਲੋਹ ਰਿਹਾ ਉੱਥੇ ਤਾਂ ਅਸੀਂ ਐਸਡੀਓ ਤੋਂ ਸਾਈਨ ਕਰਾ ਲੈਂਦੇ ਸੀ, ਕਈ ਥਾਵਾਂ ਤੇ ਆਪਣੇ ਤਹਿਸੀਲਦਾਰ ਹੀ ਸਾਈਨ ਕਰੀ ਜਾਂਦੇ ਆ। ਮਤਲਬ ਉਹ ਪਾਵਰ ਯਾਰ ਮੈਂ ਸ਼ੁਰੂ 'ਚ ਗੱਲ ਕੀਤੀ ਸੀ, ਉਹ ਸ਼ੁਰੂ 'ਚ ਮੈਂ ਗੱਲ ਕੀਤੀ ਸੀ ਜਦੋਂ ਮੈਂ ਪਟਿਆਲੇ ਸੀ 2017 'ਚ, ਤੇ ਇੱਕ ਚਲਾਨ ਬੁੱਕ ਮੈਂ ਸਾਈਨ ਕੀਤੀ ਸੀ। ਉਸ ਤੋਂ ਬਾਅਦ ਇੰਨੀਆਂ ਕੋ ਆ ਗਈਆਂ, ਮੈਂ ਪਟਵਾਰੀਆਂ ਨੂੰ ਕਹਿਤਾ ਪਟਵਾਰੀ ਹੀ ਚਲਾਨ ਬੁੱਕ ਤੇ ਸਾਈਨ ਕਰਕੇ ਡਿਸਟ੍ਰੀਬਿਊਟ ਕਰੀ ਗਏ। ਨਹੀਂ ਕੀ ਉਹ ਚਲਾਨ ਨਹੀਂ ਚਲਾਨ ਕਰਨ ਦੀ ਆਪਣੇ ਕੋਲ ਅਥਾਰਟੀ ਹੈਗੀ ਨਵਦੀਪ ਸਰ? ਯਾਰ ਫਿਰ ਜੇ ਪਟਵਾਰੀ ਕੋਲ ਹੈਗੀ ਹੈ, ਪਤਾ ਹੀ ਨਹੀਂ ਕਿਹਦੇ ਕੋਲ ਹੈ, ਬਟ ਜੇ ਸਰ ਹੈ ਇੱਕ ਜੋ ਸਰ ਇਸ ਕਮ ਸਰ ਹਾਂ ਬੋਲੋ ਬਾਦਲ ਸਰ। ਬਾਦਲ ਇਸ ਬਾਰੇ ਨਾ ਲਾਸਟ ਈਅਰ ਇੱਕ ਨੋਟੀਫਿਕੇਸ਼ਨ ਇਸ਼ੂ ਹੋਇਆ ਸੀ ਪੋਲਿਊਸ਼ਨ ਕੰਟਰੋਲ ਬੋਰਡ ਵੱਲੋਂ, ਉਹਨਾਂ ਨੇ ਸਾਰੀ ਰਿਸਪੌਂਸਿਬਿਲਿਟੀ ਦਿੱਤੀ ਸੀ ਜੋ ਕਲਸਟਰ ਅਫਸਰ ਇਨ ਰਾਈਟਿੰਗ ਹੈ, ਇੱਕ ਚਿੱਠੀ ਵੀ ਜੋ ਕਲਸਟਰ ਅਫਸਰ ਹੀ ਸਾਈਨ ਕਰੂਗਾ, ਤੇ ਅਸੀਂ ਇੱਥੇ ਸੰਗਰੂਰ ਚ ਕਲਸਟਰ ਅਫਸਰਾਂ ਨੂੰ ਦੇਤੇ ਸੀ, ਕਲਸਟਰ ਅਫਸਰ ਖੁਦ ਸਾਈਨ ਕਰਕੇ ਚਲਾਨ ਇਸ਼ੂ ਕਰਦੇ ਰਹੇ ਨੇ, ਉਹਨਾਂ ਦਾ ਇਨ ਰਾਈਟਿੰਗ ਹੈਗਾ ਨੋਟੀਫਿਕੇਸ਼ਨ, ਮੈਂ ਚੈੱਕ ਕਰਕੇ ਸ਼ੇਅਰ ਕਰ ਦੂੰਗਾ। ਨਹੀਂ ਜਿਹੜਾ ਉਹ ਨੋਟੀਫਿਕੇਸ਼ਨ ਹੈ ਕਲਸਟਰ ਆਫੀਸਰ ਕਰ ਸਕਦੇ, ਤੇ ਕਲਸਟਰ ਆਫੀਸਰ ਕੋਈ ਵੀ ਡੈਜ਼ਿਗਨੇਟ ਹੋ ਸਕਦਾ ਕਿਸੇ ਵੀ ਲੈਵਲ ਤੇ, ਜਾਂ ਉਹਦਾ ਕੋਈ ਗ੍ਰੇਡ ਤੇ ਫਿਕਸ ਕੀਤਾ ਜਾਂ ਕੋਈ ਨਹੀਂ ਉਹ ਸਰ ਜ਼ਿਆਦਾਤਰ ਜੇਈ ਐਸਡੀਓ ਕੀਤੇ ਹੋਏ ਆ, ਜਿਵੇਂ ਸਾਡੇ ਇੱਥੇ ਉਹ ਕੋਈ ਵੀ ਯਾਰ ਕੋਈ ਵੀ ਹੋ ਸਕਦਾ, ਗੱਲ ਇਹ ਫਿਰ ਉਹ ਤਾਂ ਕੋਈ ਵੀ ਨਹੀਂ। ਮਤਲਬ ਕਿ ਇਹ ਥੋੜਾ ਐਂਬੀਗੂਅਸ ਜਿਹਾ ਰਹਿ ਗਈ ਹੈ ਸਿਚੁਏਸ਼ਨ। ਜਿਵੇਂ ਆਪਾਂ ਮੰਨ ਲਈਏ ਕਿ ਨੋਟੀਫਿਕੇਸ਼ਨ ਆਇਆ, ਨੋਟੀਫਿਕੇਸ਼ਨ ਦੇ ਅਕੋਰਡਿੰਗ ਕਲਸਟਰ ਆਫੀਸਰ ਆਥੋਰਾਈਜ਼ਡ ਹੈ ਚਲਾਨ ਕਰਨ ਲਈ, ਬਟ ਕਲਸਟਰ ਆਫੀਸਰ ਕਿਹਨੂੰ ਡੈਜ਼ਿਗਨੇਟ ਕੀਤਾ ਜਾ ਸਕਦਾ, ਮਤਲਬ ਉਹਦੀ ਵੀ ਤਾਂ ਕੋਈ ਟਰਮਸ ਐਂਡ ਕੰਡੀਸ਼ਨਸ ਹੋਣਗੀਆਂ ਜਾਂ ਜਿਹੜਾ ਜੀਨੇਸਿਸ ਹੈ ਨਾ, ਉਹਦਾ ਜੀਨੇਸਿਸ ਇਹ ਸੀਗਾ ਕਿ ਸਟੇਟ ਲੈਵਲ ਤੇ ਲੈਟਰ ਆਈ ਸੀ ਹਰੇਕ ਡੀਸੀ ਸਾਹਿਬਾਨ ਨੂੰ ਕਿ ਭਾਈ ਤੁਸੀਂ ਆਪਣੇ ਪੱਧਰ ਤੇ ਟੀਮਾਂ ਦਾ ਗਠਨ ਕਰਕੇ ਜਿਹੜੀ ਸਟਫ ਬਰਨਿੰਗ ਹੈਗੀ ਉਹ ਰੋਕੋ। ਉਹਦੇ ਵਿੱਚ ਉਹਨਾਂ ਨੇ ਕੱਲੇ ਜਿਹੜੇ ਹੈਗੇ ਕਈ ਡੀਸੀ ਨੇ ਕੀ ਕੀਤਾ, ਕਈ ਡੀਸੀ ਨੇ ਜ਼ਿਲ੍ਹਾ ਪੱਧਰੀ ਟੀਮਾਂ ਗਠਨ ਕਰਤੀਆਂ, ਕਈਆਂ ਨੇ ਜਿਵੇਂ ਸਾਡੇ ਜ਼ਿਲ੍ਹੇ 'ਚ ਹੋਇਆ ਸੀਗਾ ਆਪਣੇ ਐਸਡੀਐਮਸ ਨੂੰ ਡਾਇਰੈਕਸ਼ਨ ਲਾਤੀ, ਤੇ ਐਸਡੀਐਮਸ ਨੇ ਫਰਦਰ ਆਪਣੀ ਟੀਮਸ ਕੋਆਰਡੀਨੇਟ ਕਰਕੇ ਕਲਸਟਰ ਅਫਸਰ ਜਿਹੜੇ ਹੈਗੇ ਆ ਪਲੱਸ 2-2 4-4 ਸਟਾਫ ਨਾਲ ਦੇ ਕੇ ਅਸੀਂ ਟੀਮਾਂ ਬਣਾਈਆਂ ਸੀਗੀਆਂ। ਜਿਹੜਾ ਕਲਸਟਰ ਅਫਸਰ ਉਦੋਂ ਅਪਾਇੰਟ ਕੀਤਾ ਗਿਆ ਸੀ ਐਸਡੀਐਮ ਸਾਹਿਬ ਦੇ ਆਰਡਰਾਂ ਦੇ ਮੁਤਾਬਕ, ਉਹੀ ਬੰਦਾ ਮੌਕਾ ਦੇ ਕੇ ਚਲਾਨ ਜਾਰੀ ਕਰਦਾ ਹੁੰਦਾ ਸੀਗਾ। ਸਾਡੇ ਤੱਕ ਜਿਹੜੀ ਡਿਊਟੀ ਇਸ ਹੁਣ ਤੱਕ ਰਹੀ ਹੈ ਉਹ ਸਿਰਫ ਇਹ ਰਹੀ ਹੈ ਕਿ ਇੱਕ ਤਾਂ ਸਾਡੇ ਪਟਵਾਰੀ ਖਸਰਾ ਨੰਬਰ ਦੇ ਦਿੰਦੇ ਸੀ, ਅਸੀਂ ਉਹਨਾਂ ਦੀਆਂ ਰਪਟਾਂ ਦਰਜ ਕਰਾਉਂਦੇ ਹੁੰਦੇ ਸੀਗੇ। ਪਿਛਲੇ ਸਾਲ ਜਿਹੜਾ ਜੀਰੀ ਵਾਲੇ ਟਾਈਮ 'ਤੇ ਜ਼ਰੂਰ ਇੱਕ ਐਂਬੀਗੁਇਟੀ ਰਹੀ ਹੈ ਚਲਾਨਾਂ ਦੀ ਰਿਕਵਰੀ ਲਈ, ਬਟ ਉਹ ਜਦੋਂ ਸਾਡੇ ਪਟਵਾਰੀਆਂ ਨੇ ਮਗਰ ਲੱਗ ਕੇ ਕਈਆਂ ਨੇ ਕਾਫੀ ਰਿਕਵਰੀ ਕਰਵਾ ਵੀ ਦਿੱਤੀ ਸੀਗੀ। ਆਈ ਥਿੰਕ ਇਹ ਸਿਸਟਮ ਜਿਹੜਾ ਹੈਗਾ ਆਫ ਕਲੈਕਟਿਵ ਰਿਸਪੌਂਸਿਬਿਲਿਟੀ ਇਜ਼ ਸਟਿਲ ਫਾਈਨ and can be implemented. ਸਰ
ਬਰਨਾਲਾ ਜ਼ਿਲ੍ਹਾ 'ਚ ਜਿਵੇਂ ਕਲਸਟਰ ਆਫਿਸਰ ਹੀ ਨੈਬਸੀਲਦਾਰਾਂ ਨੂੰ ਅਪੁਆਇੰਟ ਕੀਤਾ ਹੋਇਆ ਹੈ। ਹੈਲੋ, ਉਹ ਇਹੀ ਤਾਂ ਯਾਰ ਇਸ਼ੂ ਹੋ ਰਿਹਾ ਨਾ, ਆਲਰੇਡੀ ਗੱਲ ਇਹੀ ਕਰ ਰਹੇ ਗਲਤ ਆ ਯਾਰ, ਇਹੀ ਤਾਂ ਗਲਤ ਆ। ਨਹੀਂ ਗਲਤ, ਓਏ ਗਲਤ ਨਹੀਂ, ਇਹ ਦਿਸ ਇਜ਼ ਨੋਟ ਗਲਤ ਗੱਲ। ਇੱਕ ਮੈਂ ਅੱਗੇ ਗੱਲ ਕਹੀ ਸੀ, ਗਲਤ ਗੱਲ ਇਹ ਆ ਵੀ ਕਲਸਟਰ ਆਫਸਰ ਬੰਨਾ ਕਿੰਨੇ ਆ, ਰਿਸਪੌਂਸਿਬਿਲਟੀ ਪੈਣੀ ਕਿਹਦੇ ਤੇ ਆ। ਇਟ ਇਜ਼ ਅਪ ਟੂ ਡੀਸੀ। ਹੁਣ ਡੀਸੀ ਨੇ ਕਿੱਥੋਂ ਕਰਨੀ ਹੈ, ਕਿਵੇਂ ਕਰਨੀ ਹੈ। ਜਿਵੇਂ ਅੱਗੇ ਸਵੇਰੇ ਕਿਸੇ ਨੇ ਪਾਇਆ ਸੀ ਵੀ ਆਹ ਡਿਪਾਰਟਮੈਂਟ ਵਿਹਲੇ ਆ, ਅਸੀਂ ਕਿਸੇ ਡਿਪਾਰਟਮੈਂਟ ਨੂੰ ਨਹੀਂ ਕਹਿ ਸਕਦੇ ਉਹ ਵਿਹਲਾ। ਬਿਲਕੁਲ ਹਰ ਇੱਕ ਦੀਆਂ ਆਪਣੀਆਂ ਲਿਮਿਟੇਸ਼ਨਸ ਨੇ, ਆਪਣਾ ਉਹਨਾਂ ਦਾ ਸਿਸਟਮ ਹੈ, ਹਰ ਇੱਕ ਨੇ ਅਪੋਜ਼ ਵੀ ਕਰਨਾ। ਅਲਟੀਮੇਟਲੀ ਸਮ ਹੈ, ਕਿਸੇ ਨਾ ਕਿਸੇ ਨੂੰ ਤਾਂ ਕਰਨਾ ਪੈਣਾ। ਬਟ ਮੇਰੀ ਇਹ ਸੀ ਵੀ ਠੀਕ ਹੈ, ਕਲਸਟਰ ਅਫਸਰ ਵੀ ਕਿਤੇ ਇੱਕ ਅੱਧੀ ਜਗ੍ਹਾ ਜੇ ਮੰਨ ਲਓ ਕਿਤੇ ਬੰਦੇ ਦੀ ਘਾਟੇ ਬਣਾਤਾ, ਵੀ ਆਰ ਨਾਟ ਅਬਵ ਦਾ ਬੋਰਡ ਵੀ ਅਸੀਂ ਬਣ ਹੀ ਨਹੀਂ ਸਕਦੇ, ਅਸੀਂ ਕਰ ਸਕਦੇ ਹਾਂ। ਬਟ ਜ਼ਿੰਮੇਵਾਰੀ ਜਿਹੜੀ ਸਾਡੀ ਹੈ, ਦੈਟ ਸ਼ੁੱਡ ਨਾਟ ਬੀ ਐਬਸੋਲਿਊਟ ਵੀ ਉਹ ਸਾਰਾ ਕੁਝ ਹੀ ਸਾਡਾ ਹੋਵੇ। ਜ਼ਿੰਮੇਵਾਰੀ ਬੇਸਿਕਲੀ ਉਹ ਡਿਪਾਰਟਮੈਂਟ ਦੀ ਹੀ ਰਹਿਣੀ ਚਾਹੀਦੀ ਹੈ। ਅਸੀਂ ਤੇ ਇੱਕ ਐਗਜ਼ੀਕਿਊਟਿੰਗ ਸਾਨੂੰ ਅਫਸਰ ਬਣਾਤਾ ਜਾਵੇ ਤੇ ਅਸੀਂ ਕਰਨ ਨੂੰ ਤਿਆਰ। ਬਿਲਕੁਲ ਠੀਕ ਹੈ ਸਰ ਇਹ ਜਾਂ ਤਾਂ ਐਗਰੀਕਲਚਰ ਡਿਪਾਰਟਮੈਂਟ ਦੀ ਹੋਵੇ ਤੇ ਜਾਂ ਫਿਰ ਇਹਨਾਂ ਦੀ। ਕੋਈ ਗੱਲ ਨਹੀਂ, ਕੋਈ ਨਹੀਂ, ਥੈਂਕ ਯੂ ਸੋ ਮਚ। ਅੱਛਾ ਪਾਂਡੇ ਜੀ ਵੀ ਹੈ ਨੇ ਮੇਰੇ ਖਿਆਲ ਗਰੁੱਪ 'ਚ, ਜੇ ਉਹਨਾਂ ਕੋਲ 2 ਮਿੰਟ ਲਾਉਣੇ ਆ, ਜੇ ਉਹਨਾਂ ਨੂੰ ਪੁੱਛ ਲਓ। ਗੁਰਜੀਤ ਵੀ ਹੈ। ਹਾਂਜੀ ਬਿਲਕੁਲ। ਤੇ ਫਿਰ ਚੰਨੀ ਸਾਹਿਬ ਕਨਕਲੂਡ ਕਰ ਦਿੰਦੇ ਆ, ਤਾਂ ਕਾਫੀ ਟਾਈਮ ਵੀ ਹੋ ਗਿਆ ਮੇਰੇ ਮੁਤਾਬਕ। ਹਾਂਜੀ ਡੀਪੀ ਪਾਂਡੇ ਸਰ, ਕਾਈਂਡਲੀ ਤੁਸੀਂ ਕੁਝ ਟਾਈਮ ਦਿਓ ਸਾਨੂੰ ਆਪਣੇ ਐਕਸਪੀਰੀਅੰਸਿਸ। ਉਹਨਾਂ ਦਾ ਪਹਿਲਾਂ ਕੈਮਰਾ ਔਨ ਸੀ, ਆਈ ਥਿੰਕ ਹੁਣ ਉਹਨਾਂ ਨੇ ਕੈਮਰਾ ਬੰਦ ਕਰ ਲਿਆ ਹੈਗਾ। ਚਲੋ ਠੀਕ ਹੈ, ਫਿਰ ਕਰੋ ਚੰਨੀ ਸਾਹਿਬ ਤੁਸੀਂ। ਠੀਕ ਹੈ ਸਰ। ਹੋਰ ਠੀਕ ਹੋ? ਆ ਜਾਓ ਨਾ, ਬਸ ਥੈਂਕ ਯੂ। ਮੈਂ ਹੁਣ ਚੱਲ ਰਿਹਾ ਬਸ। ਫਿਰ ਸਵੇਰ ਦੇ ਆਏ ਸੀਗੇ, ਮੈਂ ਦੇਖਿਆ ਨਾ, ਮੈਂ ਪਹਿਲਾਂ ਗੱਡੀ ਸੀਗਾ ਜੀ। ਚੰਨੀ ਸਾਹਿਬ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਸਾਰੇ ਸਾਡੇ ਜਿਹੜੇ ਵੀ ਸਾਡੇ ਨਾਇਬ ਤਹਿਸੀਲਦਾਰ ਸਾਹਿਬਾਨ ਅਤੇ ਸਾਡੇ ਤਹਿਸੀਲਦਾਰ ਸਾਹਿਬਾਨ ਜਿਹੜੇ ਰਿਟਾਇਰ ਹੋਏ ਆ, ਮੈਂ ਉਹਨਾਂ ਨੂੰ ਬਹੁਤ ਮੁਬਾਰਕਬਾਦ ਦਿੰਦਾ ਐਸੋਸੀਏਸ਼ਨ ਵੱਲੋਂ, ਕਿਉਂਕਿ ਅਸੀਂ ਪਹਿਲਾਂ ਗਰੁੱਪ 'ਚ ਵੀ ਪਾਤਾ ਸੀਗਾ ਤੇ ਹੁਣ ਸਾਰਿਆਂ ਨੇ ਸਾਡੇ ਪ੍ਰਧਾਨ ਜੀ ਦਾ ਵੀ ਮੈਂ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ ਆਹ ਸੈਸ਼ਨ ਰਖਾਇਆ। ਸਾਡੇ ਬੜੇ ਐਕਸਪੀਰੀਅੰਸ ਜਿਨ੍ਹਾਂ ਨੇ ਸ਼ੇਅਰ ਕੀਤੇ ਆ। ਤੇ ਜਿਹੜਾ ਸੈਸ਼ਨ ਸੀਗਾ ਸਟਬਲ ਬਰਨਿੰਗ ਵਾਲਾ, ਇਹ ਵੀ ਸਾਡਾ ਬੜਾ ਅਹਿਮ ਸੀਗਾ, ਕਿਉਂਕਿ ਅੱਜ ਕੱਲ ਹੁਣ ਸਾਡੇ ਆਪਾਂ ਨੂੰ ਜਿਵੇਂ ਪ੍ਰੋਬਲਮ ਆਈ ਆ ਸਾਡੇ ਪਟਵਾਰੀ ਤੇ ਉੱਥੇ ਜਿਹੜਾ ਉਹਨਾਂ ਨੂੰ ਨਾਇਬ ਸਾਹਿਬ ਨੂੰ ਕਰਿਆ ਗਿਆ ਉੱਥੇ। ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਵੀ ਜਿਹੜੇ ਇਸ ਗਰੁੱਪ 'ਚ ਸ਼ਾਮਲ ਹੋਏ ਆ, ਇਸ ਸੈਸ਼ਨ ਸ਼ਾਮਲ ਹੋਏ ਆ। ਬਾਕੀ ਪ੍ਰਧਾਨ ਜੀ ਤੇ ਅਸੀਂ ਸਾਰੇ ਆਪਣੇ ਸਾਰੇ ਨਾਲ ਰਾਏ ਕਰਕੇ ਤੁਹਾਡੇ ਨਾਲ, ਜੇ ਰੈਗੂਲੇਸ਼ਨ ਪਾਸ ਕਰਨਾ ਹੋਵੇ ਤਾਂ ਰੈਗੂਲੇਸ਼ਨ ਪਾਸ ਕਰ ਲਾਂਗੇ, ਨਹੀਂ ਤਾਂ ਫਿਰ ਆਪਾਂ ਇੱਕ ਸਿੰਪਲ ਐਪਲੀਕੇਸ਼ਨ ਪ੍ਰਧਾਨ ਜੀ ਨੇ ਤਿਆਰ ਕੀਤੀ ਹੈ, ਉਹ ਆਪਾਂ ਫਾਰਵਰਡ ਕਰ ਦਾਂਗੇ ਐਫਸੀਆਰ ਸਾਹਿਬ ਨੂੰ। ਮੈਂ ਸਾਰਿਆਂ ਦਾ ਫਿਰ ਬਹੁਤ ਬਹੁਤ ਧੰਨਵਾਦ ਕਰਦਾ ਫਿਰ ਐਸੋਸੀਏਸ਼ਨ ਵੱਲੋਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਠੀਕ ਹੈ ਵਿਨੇ, ਕਰਦੇ ਕਲੋਜ਼ ਫਿਰ। ਠੀਕ ਹੈ ਜੀ, ਥੈਂਕ ਯੂ ਚੰਨੀ ਸਾਹਿਬ, ਥੈਂਕ ਯੂ ਧੰਮ ਸਰ। ਬਹੁਤ ਫਰੂਟਫੁਲ ਰਹੀ ਹੈ ਇਹ ਮੀਟਿੰਗ, ਤੇ ਮੈਂ ਇਸ ਦੀ ਰਿਕਾਰਡਿੰਗ ਵੀ ਜਿਹੜੀ ਹੈਗੀ ਹੈ ਕੁਝ ਦੇਰ ਬਾਅਦ ਆਪਾਂ ਇਹਦਾ ਲਿੰਕ ਸ਼ੇਅਰ ਕਰ ਦਾਂਗੇ। ਤਾਂ ਅਗੇਨ ਮੈਂ ਸਾਰੇ ਪਾਰਟਿਸਿਪੈਂਟਸ ਦਾ, ਚਾਵਲਾ ਜੀ, APS ਸੋਮਲ ਜੀ, ਅਰਵਿੰਦ ਸਰ, ਅਵਿਨਾਸ਼ ਭੱਟੀ ਜੀ, ਬਾਦਲਦੀਨ ਸਰ, ਬਲਜਿੰਦਰ ਸਿੰਘ ਜੀ, ਗੁਰਬੰਤ ਸਿੰਘ ਜੀ, ਗੁਰਜੀਤ ਸਿੰਘ ਸਰ, ਗੁਰਤੇਜ ਸਿੰਘ ਜੀ, ਹਮੀਸ਼ ਕੁਮਾਰ ਜੀ, ਇੰਦਰਦੇਵ ਸਿੰਘ ਜੀ, ਜਸਵਿੰਦਰ ਸਿੰਘ ਜੀ, ਲਛਮਣ ਸਿੰਘ ਜੀ, ਨਾਇਬ ਤਹਿਸੀਲਦਾਰ ਲਖਵਿੰਦਰ ਜੀ, ਪ੍ਰਦੀਪ ਬੈਨ ਸਰ, ਰਾਜੀਵ ਖੋਸਲਾ ਜੀ, ਰਾਮ ਕ੍ਰਿਸ਼ਨ ਕੰਬੋਜ ਜੀ, ਗੁਰਪ੍ਰੀਤ, ਰਮਨ ਗੁਪਤਾ ਜੀ, ਸ਼ੀਸ਼ਪਾਲ ਸਿੰਘਲਾ ਸਰ, ਤਪਨ ਸਰ, ਨਵਦੀਪ ਸਰ, ਵਿਸ਼ਵਜੀਤ ਸਿੰਘ ਸਿੱਧੂ ਜੀ, ਸਾਰਿਆਂ ਦਾ ਧੰਨਵਾਦ ਕਰਦੇ ਹਾਂ ਇਸ ਮੀਟਿੰਗ ਦੇ ਵਿੱਚ ਪਾਰਟਿਸਿਪੇਟ ਕਰਨ ਲਈ ਤੇ ਆਪਣੇ ਵਿਊਜ਼ ਸ਼ੇਅਰ ਕਰਨ ਦੇ ਲਈ। ਅਗੇਨ ਜੀ ਥੈਂਕ ਯੂ। ਮਿਲਦੇ ਰਵਾਂਗੇ ਆਪਾਂ ਇਦਾਂ ਦੀਆਂ ਮੀਟਿੰਗਸ ਦੇ ਵਿੱਚ। ਇੱਕ ਵਿਨੇ, ਇੱਕ ਮੈਂ ਰਿਕੁਐਸਟ ਕਰਨੀ ਸੀ ਕਿ ਆਪ ਕਿੰਨੇ ਮੈਂਬਰਸ ਨੇ ਇਸ ਵੇਲੇ? ਸਰ ਹੁਣ ਕਾਫੀ ਛੱਡ ਗਏ ਸੀਗੇ, 35 ਸੀਗੇ 2 ਮਿੰਟ ਪਹਿਲਾਂ, ਹੁਣ 28 ਨੇ। ਫਿਰ ਵੀ ਜਿੰਨੇ ਹੈ ਨੇ ਸਾਰਿਆਂ ਨੂੰ ਯਾਰ, ਜਿਹੜਾ 5000 ਹੈਗਾ ਉਹ ਮਤਲਬ ਬੁੱਕਸ ਲਈ ਆਪਣਾ ਵੀ ਜਮਾ ਕਰਵਾ ਦਿਓ, ਤੇ ਜਿਹੜੇ ਨਾਲ ਦੇ ਆ ਤੁਹਾਡੇ ਡਿਸਟ੍ਰਿਕਟਸ ਜਾਂ ਤੁਹਾਡੀ ਤਹਿਸੀਲਸ ਦੇ ਵਿੱਚ ਕਾਫੀ ਮਤਲਬ 30-35 ਬੰਦਿਆਂ ਦਾ ਆ ਵੀ ਗਿਆ, ਉਹ ਦੁਬਾਰਾ ਰਿਕੁਐਸਟ ਨਾ ਕਰਨੀ ਪਵੇ, ਪਲੀਜ਼ ਕਰਿਓ ਸਾਰੇ ਆਪਣਾ ਕੋਆਰਡੀਨੇਟ। ਚਲੋ ਥੈਂਕ ਯੂ ਜੀ। ਪਲੀਜ਼ ਜੇ ਆਪਾਂ ਇੱਕ ਲਿਸਟ ਜੀ ਬਣਾ ਕੇ
ਜੇ ਆਪਾਂ ਕਿਤੇ ਕਰ ਰਹੇ ਹਾਂ ਨੋਟ ਤਾਂ ਸਰ ਜਿਵੇਂ ਮੈਂ ਵੀਕੇਂਦਰ ਪਾਈ ਸੀ ਕੱਲ, ਦੁਬਾਰਾ ਪਾਈ ਪਾ ਸੀ। ਦਿਆਂਗੇ। ਰਾਈਟ ਜੀ, ਰਾਈਟ ਪ੍ਰਧਾਨ ਜੀ ਨੇ ਪਾਈ ਸੀ ਕੱਲ ਜੀ, ਪਾਈ ਸੀ ਕੱਲ। ਰਾਈਟ ਸਰ, ਉਸ ਰਾਈਟ। ਤੋਂ ਬਾਅਦ 3 ਬੰਦਿਆਂ ਨੇ ਹੋਰ ਸਰ ਪਾਏ ਆ। ਡਿਸਟ੍ਰਿਕਟ ਵਾਈਜ਼ ਜੇ ਆਪਾਂ ਨੂੰ ਪੋਸਟਿੰਗ ਦਾ ਪਤਾ ਲੱਗ ਜਾਏ ਤਾਂ ਡਿਸਟ੍ਰਿਕਟ ਵਾਈਜ਼ ਮੈਂ ਜਿਵੇਂ ਅੱਗੇ ਬਣਾਉਂਦਾ ਹੁੰਦਾ ਬਣਾ ਦਈਏ ਉਸੇ ਤਰ੍ਹਾਂ। ਉਹ ਪਾਈ ਵੈਸੇ ਪ੍ਰਧਾਨ ਹਰ ਇੱਕ ਨੇ ਨਾਮ ਲਿਖਿਆ ਹੋਇਆ, ਬਟ ਮੈਂ ਦੱਸ ਵੀ ਦਿਆਂਗਾ। ਤੇ ਚਲੋ ਇੱਕ ਵਾਰ ਜਮਾ ਕਰਾਉਣ ਦੋ, ਨੋ ਇਸ਼ੂ, ਉਹ ਤਾਂ ਕਰ ਲਾਂਗੇ ਕੋਆਰਡੀਨੇਟ ਨੂੰ। ਇਹ ਸਰ ਕੰਮ ਐਫਐਮ ਸਾਹਿਬ ਦਾ ਜੀ ਇਹ। ਜੀ ਜਨਾਬ, ਨਹੀਂ ਉਹੀ ਕਰਨਗੇ, ਠੀਕ ਹੈ ਉਹੀ ਕਰਨਗੇ, ਬਟ ਤਹਿਸੀਲਦਾਰ ਬਿਜ਼ੀ ਹੁੰਦਾ, ਮੈਂ ਵਿਹਲਾ, ਮੈਂ ਤਾਂ ਕਰਦਾ। ਠੀਕ ਹੈ ਸਰ, ਠੀਕ ਹੈ ਜੀ, ਠੀਕ ਹੈ ਸਰ, ਠੀਕ। ਚਲੋ ਥੈਂਕ ਯੂ ਥੈਂਕ ਯੂ ਜੀ, ਥੈਂਕ ਯੂ ਸੋ ਮਚ ਜੀ। ਥੈਂਕ ਯੂ ਜੀ ਸਰ। ਪ੍ਰਧਾਨ ਜੀ ਮੈਂ ਵੀ ਕਰਾਤੇ, ਮੈਂ ਪਾਉਣ ਲੱਗਿਆ ਗਰੁੱਪ 'ਚ। ਕੋਈ ਗੱਲ ਨਹੀਂ, ਪਾਓ ਕੱਲ ਸ਼ਾਮ ਤੱਕ। ਥੈਂਕ ਯੂ।